90 ਨਾਲ जुड़ चुके परिवार का स्वागत है जी। वाहिगुरू जी का खालसा वाहिगुरू जी की फतेह। सत श्री अकाल, आदाब, नमस्कार। ਆਪਾਂ ਹਾਜ਼ਰ ਹਾਂ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ PTN 24। ਇਹ ਪ੍ਰੋਗਰਾਮ ਆਪਣਾ 9:30 ਵਜੇ ਤੋਂ ਲੈ ਕੇ 11 ਵਜੇ ਤੱਕ ਚੱਲੇਗਾ ਜੀ, ਤੇ 11 ਵਜੇ ਤੋਂ 12 ਵਜੇ ਤੱਕ ਨੀਰੂ ਹੋਣੀ ਪ੍ਰੋਗਰਾਮ ਲੈ ਕੇ ਆਉਣਗੇ, ਤੇ 12 ਤੋਂ 3 ਵਜੇ ਤੱਕ ਅਮਰ ਸਿੰਘ ਪੱਡਾ ਜੀ। ਭਾਰਤੀ ਸਮੇਂ ਅਨੁਸਾਰ ਸ਼ਾਮ ਨੂੰ 7 ਵਜੇ, ਤੇ ਕੈਲੀਫੋਰਨੀਆ ਤੇ ਵੈਨਕੂਵਰ ਸਮੇਂ ਅਨੁਸਾਰ 6:30 ਵਜੇ ਸਵੇਰੇ ਇਹ ਪ੍ਰੋਗਰਾਮ ਜਿਹੜਾ ਟਿਊਨ ਇਨ ਹੋ ਜਾਂਦਾ ਜੀ। ਤੁਸੀਂ ਸਾਡੇ ਨਾਲ ਜੁੜ ਜਾਂਦੇ ਹੋ। ਬਖਤੌਰ ਸਿੰਘ ਢਿੱਲੋਂ ਹੋਣੀ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਬਠਿੰਡੇ ਤੋਂ, ਪੰਜਾਬ ਤੋਂ, ਤੇ ਨਾਲ ਹਰਜਿੰਦਰ ਸਿੰਘ ਧਨਵਾ ਹੋਣੀ। ਅੱਜ 22 ਅਪ੍ਰੈਲ ਆ, ਦਿਨ ਬੁੱਧਵਾਰ, ਤੇ ਬਾਹਰ ਜਿਹੜਾ ਟੈਂਪਰੇਚਰ ਆ ਕਾਫੀ ਠੰਡ ਹੈ ਜੀ। -1 ਤੇਜ਼ ਹਵਾ ਚੱਲ ਰਹੀ ਹੈ ਜੀ 31-32 ਕਿਲੋਮੀਟਰ ਦੀ ਸਪੀਡ ਦੇ ਨਾਲ, ਤੇ ਫੀਲ ਲਾਈਕ -7 ਹੈ ਜੀ। ਦੁਪਹਿਰ ਤੱਕ +5 ਹੋ ਜਾਊਗਾ, ਪਰ ਕਿਤੇ ਕਿਤੇ ਸੂਰਜ ਤੇ ਬੱਦਲਵਾਈ ਬਣੀ ਰਹੂਗੀ। ਦਿਨ ਜਿਹੜਾ ਠੰਡਾ ਹੀ ਰਹੂਗਾ। ਸੂਰਜ 6:22 ਤੇ ਚੜਿਆ ਤੇ 8:11 ਤੇ ਛਿਪੇਗਾ। ਆਪਾਂ ਹੁਣ ਬਖਤੌਰ ਸਿੰਘ ਢਿੱਲੋਂ ਹੋਣਾ ਦੇ ਨਾਲ ਜੁੜਾਂਗੇ, ਗੱਲਾਂ ਬਾਤਾਂ ਕਰਾਂਗੇ। ਜਿਹੜਾ ਇਹ PTN 24 ਆ TV ਚੈਨਲ ਤੇ ਵੀ ਪ੍ਰੋਗਰਾਮ ਚੱਲ ਰਿਹਾ ਜੀ, ਤੇ ਐਪ ਦੇ ਉੱਪਰ ਵੀ, ਤੇ ਇਸ ਦੇ ਨਾਲ ਹੀ ਤਹਿਲਕਾ TV ਤੇ ਤਹਿਲਕਾ ਐਪ ਤੇ 1690 ਰੇਡੀਓ ਤੇ ਵੀ ਤੁਸੀਂ ਆਨੰਦ ਮਾਣਦੇ ਹੋ। ਤੇ ਲਿਸਨ ਲਾਈਵ ਨੰਬਰਾਂ ਤੇ ਕੈਨੇਡਾ ਵਾਲਾ ਨਹੀਂ ਚੱਲ ਰਿਹਾ ਜੀ, ਤੇ ਬਾਕੀ ਅਮਰੀਕਾ ਵਾਲੇ ਫੋਨ ਨੰਬਰ ਬਾਕੀ ਸਾਰੇ ਚੱਲਦੇ ਆ। 515 605 95 60 ਤੇ ਤੁਸੀਂ ਆਨੰਦ ਮਾਣਦੇ ਹੋ। ਸਵੇਰੇ 4 ਵਜੇ ਤੋਂ ਲੈ ਕੇ ਗੁਰਬਾਣੀ ਸਟਾਰਟ ਹੋ ਜਾਂਦੀ ਹੈ। ਗੁਰਦੁਆਰਾ ਸਿੱਖ ਸਪਿਰਿਚੁਅਲ ਸੈਂਟਰ, ਜਿਹਨੂੰ ਰੈਕਸਟੇਲ ਗੁਰਦੁਆਰਾ ਕਹਿੰਦੇ ਆ, 4 ਵਜੇ ਤੋਂ ਲੈ ਕੇ 9:30 ਵਜੇ ਤੱਕ ਕਥਾ ਕੀਰਤਨ ਨਿਤਨੇਮ, ਤੇ ਸ਼ਾਮ ਨੂੰ 4:30 ਤੋਂ ਲੈ ਕੇ 7:30 ਵਜੇ ਤੱਕ ਵੀ ਆਨੰਦ ਮਾਣਦੇ ਹੋ। ਗੁਰਦੁਆਰਾ ਸਾਹਿਬ ਤੋਂ ਤੁਸੀਂ ਗੁਰਬਾਣੀ ਦਾ ਤੇ ਲਾਈਵ ਪ੍ਰੋਗਰਾਮ ਲੈ ਕੇ ਆਉਂਦੇ ਨੇ ਅਲੱਗ-ਅਲੱਗ ਸਾਡੇ ਜਿਹੜੇ ਐਂਕਰ ਆ, ਤੇ ਨਾਲ ਹੀ ਬਲਵਿੰਦਰ ਸਿੰਘ ਪੱਖੋਗੇ ਉਹ ਵੀ ਸ਼ਹੀਦ ਪਰਿਵਾਰਾਂ ਦੇ ਨਾਲ ਇੰਟਰਵਿਊ ਕਰਦੇ ਨੇ। ਡੇਲੀ ਉਹਨਾਂ ਦਾ ਪ੍ਰੋਗਰਾਮ ਹੁੰਦਾ ਜੀ ਸ਼ਾਮ ਨੂੰ। ਸੰਘਰਸ਼ ਦਾ ਸੱਚ ਤੇ ਜਿਹੜੀਆਂ ਅਤੀਤ ਦੀਆਂ ਪੈੜਾਂ, ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਆਏ ਵੀਰ, ਉਹਨਾਂ ਦੇ ਨਾਲ ਉਹਨਾਂ ਦੀ ਹੱਡ ਬੀਤੀ ਜਿਹੜੀ ਉਹ ਵੀ ਆਪਣੇ ਲਫ਼ਜ਼ਾਂ ਦੇ ਵਿੱਚ ਕੈਦ ਕਰਦੇ ਨੇ, ਤੁਹਾਡੇ ਰੂਬਰੂ ਪੇਸ਼ ਕਰਦੇ ਨੇ। ਜ਼ਰੂਰ ਦੇਖਿਆ ਕਰੋ ਜੀ PTN 24 ਆਵਰ ਚੱਲਦਾ ਜੀ। ਤੇ ਹੁਣ ਆਪਣੇ ਨਾਲ ਬਖਤੌਰ ਸਿੰਘ ਢਿੱਲੋਂ ਹੋਣੀ ਜੁੜ ਚੁੱਕੇ ਆ, ਸਵਾਗਤ ਕਰਦੇ ਉਹਨਾਂ ਦਾ ਜੀ। ਢਿੱਲੋਂ ਸਾਹਿਬ ਸਵਾਗਤ ਆ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਧੰਨਵਾਦ ਜੀ, ਮਿਹਰਬਾਨੀ। ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਾਡੇ ਤੇ ਜਿੱਦਾਂ ਪੂਰੀ ਠੰਡ ਹੁੰਦੀ ਹੈ ਜੀ, ਫਲੋਰੀ ਵੀ ਪਈਆਂ 2 ਦਿਨ ਪਹਿਲਾਂ। ਰਾਤ ਵੀ ਰਸਤੇ ਦੇ ਵਿੱਚ ਕਈ ਜਗ੍ਹਾ ਤੇ 401 ਤੇ ਜਿੱਦਾਂ ਸਨੋ ਟਾਈਪ ਪਈ ਆ ਜੀ, ਪਰ ਹਾਲੇ ਵੀ ਠੰਡ ਜਿਹੜੀ ਆ ਭਾਰਤ ਦੇ ਨਾਲੋਂ ਵੀ ਜ਼ਿਆਦੀ ਆ। ਜਿੱਦਾਂ ਫੀਲ ਲਾਈਕ -7 ਹੈ, ਹਵਾ ਬਹੁਤ ਤੇਜ਼ੀ ਦੇ ਨਾਲ ਚੱਲ ਰਹੀ ਆ। ਪਤਾ ਨਹੀਂ, ਸ਼ਾਇਦ ਵਾਤਾਵਰਨ ਜ਼ਿਆਦਾ ਸਾਫ਼ ਹੋ ਗਿਆ, ਪ੍ਰਦੂਸ਼ਣ ਘਟਿਆ, ਤੇ ਇਸ ਕਰਕੇ ਭਾਰਤ ਦੇ ਵਿੱਚ ਵੀ ਮੀਂਹ ਕਾਫੀ ਪੈ ਰਹੇ ਆ, ਤੇ ਠੰਡ ਆ। ਕਣਕਾਂ ਵੀ ਕਹਿੰਦੇ ਨਹੀਂ ਪੱਕ ਰਹੀਆਂ ਜੀ। ਬਿਲਕੁਲ, ਕਿਉਂਕਿ ਮੌਸਮ ਤਬਦੀਲ ਹੋ ਰਿਹਾ ਬੜੀ ਤੇਜ਼ੀ ਦੇ ਨਾਲ। ਰੁੱਤਾਂ ਜਿਹੜੀਆਂ ਹੈਗੀਆਂ ਉਹ ਲੰਬੀਆਂ ਹੋ ਰਹੀਆਂ ਜੀ। ਜਿਵੇਂ ਕਿ ਆਪਾਂ ਦੇਖੀਏ, ਸਰਦੀ ਦੀ ਰੁੱਤ ਲੇਟ ਸ਼ੁਰੂ ਹੁੰਦੀ ਹੈ ਔਰ ਲੇਟ ਤੱਕ ਰਹਿੰਦੀ ਹੈ। ਏਦਾਂ ਹੀ ਗਰਮੀ ਵੀ ਜਿਹੜੀ ਹੈ ਥੋੜੀ ਲੇਟ ਸ਼ੁਰੂ ਹੁੰਦੀ ਹੈ ਤੇ ਲੇਟ ਤੱਕ ਰਹਿੰਦੀ ਹੈ ਜੀ। ਹੁਣ ਅਪ੍ਰੈਲ ਦਾ ਮਹੀਨਾ ਹੈ, ਸਮਝ ਲਓ ਤੁਸੀਂ, ਆਪਾਂ ਆਖਰੀ ਦਿਨਾਂ 'ਚ ਸ਼ਾਮਲ ਹੋਣ ਵਾਲੇ ਹੀ ਹਾਂ। ਬਿਲਕੁਲ ਜੀ। ਔਰ ਇਸ ਵੇਲੇ ਦੀ ਹਾਲਤ ਇਹ ਹੈ ਕਿ ਕਣਕ ਜਿਹੜੀ 13 ਅਪ੍ਰੈਲ ਨੂੰ ਦਾਤੀ ਪੈ ਜਾਂਦੀ ਹੁੰਦੀ ਸੀ, ਬਹੁਤ ਸਾਰੇ ਖੇਤਾਂ 'ਚ ਹਾਲੇ ਵੀ ਕਣਕ ਖੜੀ ਹੈ ਜੀ। ਔਰ ਪਿਛਲੇ ਦਿਨਾਂ ਦੇ ਵਿੱਚ ਗੜੇਮਾਰ ਵੀ ਹੋਈ ਹੈ, ਮੀਂਹ ਵੀ ਪਿਆ, ਉਹਦੇ ਨਾਲ ਕਾਫੀ ਨੁਕਸਾਨ ਵੀ ਹੋਇਆ ਕੁਝ ਥਾਵਾਂ ਤੇ। ਖਾਸ ਕਰਕੇ ਮੁਕਤਸਰ ਜ਼ਿਲ੍ਹੇ ਦੇ ਲੰਬੀ ਹਲਕੇ ਦੇ ਵਿੱਚ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਜੀ। ਲੇਕਿਨ ਜਿਹੜੀ ਪ੍ਰਿਡਿਕਸ਼ਨ ਆ ਰਹੀ ਹੈ ਉਹ ਹੈ ਕਿ ਸ਼ਾਇਦ ਕੱਲ੍ਹ ਨੂੰ ਬਾਰਿਸ਼ ਫੇਰ ਆਵੇ ਜੀ। ਇਹ ਬੜੀ ਭਿਆਨਕ ਸਥਿਤੀ ਹੈ, ਖਾਸ ਕਰਕੇ ਕਿਸਾਨਾਂ ਦੇ ਲਈ। ਇਹਨਾਂ ਦੀਆਂ ਫਸਲਾਂ ਕੁਛ ਤਾਂ ਖੜੀਆਂ, ਕੁਛ ਉਹਨਾਂ ਨੇ ਲਾਈਆਂ ਹੋਈਆਂ ਕੰਬਾਈਨਾਂ ਵੱਢਣ ਵਾਸਤੇ, ਤੇ ਕਈ ਘਰਾਂ ਦੇ ਵਿੱਚ ਸਟੋਰ ਕਰੀ ਬੈਠੇ ਆ। ਸਟੋਰ ਕਰਨ ਵਾਸਤੇ ਤੁਹਾਨੂੰ ਪਤਾ, ਹੁਣ ਉਹ ਪੁਰਾਣੇ ਜ਼ਮਾਨੇ ਦੇ ਘਰ ਨਹੀਂ ਰਹੇ। ਅੱਗੇ ਵੱਡੀਆਂ ਵੱਡੀਆਂ ਸਵਾਤਾਂ ਹੁੰਦੀਆਂ ਸੀ ਜੀ, ਉਦੋਂ ਮਾਰਕੀਟਿੰਗ ਘੱਟ ਹੁੰਦੀ ਸੀ, ਤੇ ਤਬਦੀਲੀ ਵਾਲਾ, ਤਬਾਦਲੇ ਵਾਲਾ ਸਿਲਸਿਲਾ ਚੱਲਦਾ ਹੁੰਦਾ ਸੀ ਜੀ। ਅਸੀਂ ਇੱਕ ਫਸਲ ਵੇਚ ਕੇ ਉਹਦੇ ਬੱਟੇ ਦੇ ਵਿੱਚ ਕੁਛ ਹੋਰ ਲੈ ਲੈਂਦੇ ਸਾਂ। ਉਦੋਂ ਬੜੀ ਦੇਰ ਤੱਕ ਫਸਲਾਂ ਨੂੰ ਸਾਂਭ ਕੇ ਰੱਖਿਆ ਜਾਂਦਾ ਸੀ, ਵੱਡੀਆਂ ਸੁਹਾਤਾਂ ਹੁੰਦੀਆਂ ਸੀ। ਲੇਕਿਨ ਅੱਜ ਕੱਲ੍ਹ ਉਹ ਸਾਰਾ ਕੁਛ ਨਹੀਂ ਰਿਹਾ। ਹੁਣ ਤਾਂ ਰੜੇ ਮੈਦਾਨ ਦੇ ਵਿੱਚ ਤਰਪਾਲਾਂ ਵਗੈਰਾ ਪਾ ਕੇ ਕਣਕਾਂ ਨੂੰ ਰੱਖਿਆ ਹੋਇਆ ਹੈ। ਔਰ ਜੇ ਮੌਸਮ ਖਰਾਬ ਹੁੰਦਾ ਹੈ, ਵੈਸੇ ਆਪਾਂ ਤਾਂ ਦੁਆ ਕਰਦੇ ਹਾਂ ਕਿ ਖਰਾਬ ਨਾ ਹੋਵੇ, ਤਾਂ ਨੁਕਸਾਨ ਕਿਸਾਨੀ ਨੂੰ ਹੋਣਾ ਹੈ। ਕਿਸਾਨੀ ਨੂੰ ਨੁਕਸਾਨ ਹੋਣ ਦਾ ਭਾਵ ਇਹ ਹੈ, ਅਗਰ ਪੰਜਾਬ 'ਚ ਕਿਸਾਨੀ ਨੂੰ ਨੁਕਸਾਨ ਹੁੰਦਾ ਹੈ ਤਾਂ ਇਹ ਸਾਰੇ ਤਬਕਿਆਂ ਨੂੰ ਹੀ ਨੁਕਸਾਨ ਹੋਣਾ ਹੈ, ਕਿਉਂਕਿ ਪੰਜਾਬ ਦੀ ਆਰਥਿਕਤਾ ਹੈ, ਪੰਜਾਬ ਦਾ ਅਰਥਚਾਰਾ ਹੈ ਉਹ ਖੇਤੀਬਾੜੀ ਤੇ ਆਧਾਰਿਤ ਅਗਰੇਰੀਅਨ ਹੈ। ਸੋ ਇੱਥੇ ਦੀ ਜਿਹੜੀ ਹੈਗੀ ਹੈ
ਖੇਤੀਬਾੜੀ ਨਾਲ ਹੀ ਸਭ ਕੁਝ ਜੁੜਿਆ ਹੋਇਆ ਹੈ ਜੀ। ਸੋ ਦੁਆ ਇਹੀ ਕਰਦੇ ਕਿ ਮੌਸਮ ਠੀਕ ਰਵੇ। ਵੈਸੇ ਦਿਨ ਦਾ ਟੈਂਪਰੇਚਰ ਅੱਜ 35 ਡਿਗਰੀ ਸੀਗਾ ਜੀ। अर्ਲੀ ਇਨ ਦੀ ਮਾਰਨਿੰਗ ਲੇਟ ਰਾਤ ਨੂੰ ਤੇ अर्ਲੀ ਇਨ ਦੀ ਮਾਰਨਿੰਗ ਟੈਂਪਰੇਚਰ ਕਾਫੀ ਡਾਊਨ ਹੋ ਜਾਂਦਾ ਹੈ। ਫਿਰ ਵੀ ਜੇ ਸ਼ਹਿਰੀ ਲੋਕਾਂ ਦੇ ਆਪਾਂ ਨੁਕਤਾ ਨਿਗਾਹ ਤੋਂ ਦੇਖਣਾ ਹੋਵੇ ਤਾਂ ਉਹ ਇਹਨੂੰ ਕਹਿੰਦੇ ਆ ਗੁਲਾਬੀ ਮੌਸਮ ਜੀ। ਉਹਨਾਂ ਲਈ ਗੁਲਾਬੀ ਮੌਸਮ ਹੈ। ਲੇਕਿਨ ਪੇਂਡੂ ਅਰਥਚਾਰੇ ਨਾਲ ਜਿਹੜੇ ਕਿਸਾਨ ਖੇਤ ਮਜ਼ਦੂਰ ਜਦੋਂ ਉਹ ਬਦਲਵਾਈ ਦੇਖਦੇ ਆ ਉਹਨਾਂ ਦਾ ਦਿਲ ਧੜਕਣਾ ਸ਼ੁਰੂ ਕਰ ਦਿੰਦਾ ਹੈ ਜੀ। ਬਿਲਕੁਲ ਜੀ, ਵਾਕਿਆ ਗੱਲ ਸਹੀ ਹੈ ਜੀ। ਬੱਦਲਵਾਈ ਦੇ ਨਾਲ ਜਿਹੜੀ ਕਿਸਾਨੀ ਦਾ ਚਿਹਰਾ ਜਿਹੜਾ ਉਹ ਉਸੇ ਵੇਲੇ ਮੁਰਝਾ ਜਾਂਦਾ। ਢਿੱਲੋਂ ਸਾਹਿਬ ਆਪਾਂ ਚੱਲਦੇ ਹਾਂ ਜੀ ਖਬਰਾਂ ਵਾਲੇ ਬੰਨੇ। ਹਜ਼ੂਰ ਸਾਹਿਬ 'ਚ ਫਸੀ ਸੰਗਤ ਨੂੰ ਘਰ ਲਿਆਉਣ ਦੀ ਮਿਲੀ ਪ੍ਰਵਾਨਗੀ। ਕੈਪਟਨ ਤੇ ਹਰਸਿਮਰਤ ਬਾਦਲ ਦੇ ਦਰਮਿਆਨ ਜਿਹੜੀ ਛਿੜੀ ਹੈ ਟਵਿੱਟਰ ਤੇ ਜੰਗ। ਬਿਲਕੁਲ ਜੀ, ਖਬਰ ਇਹ ਸਾਡੇ ਲਈ ਬੜੀ ਖੁਸ਼ਗਵਾਰ ਹੈ ਜੀ, ਕਿਉਂਕਿ ਸਾਡੇ ਬਹੁਤ ਸਾਰੇ ਸ਼ਰਧਾਲੂ ਜਦੋਂ ਲਾਕਆਊਟ ਸ਼ੁਰੂ ਹੋਇਆ ਹੈ ਪੰਜਾਬ ਦੇ ਵਿੱਚੋਂ ਸਿੱਖ ਸੰਗਤ ਜਿਹੜੀ ਹੈ ਹਜ਼ੂਰ ਸਾਹਿਬ ਪਹੁੰਚੀ ਸੀ। ਗਿਣਤੀ ਲਗਭਗ 2000 ਦੇ ਕਰੀਬ ਹੈ ਜਿਹੜੇ ਇਸ ਵੇਲੇ ਹਜ਼ੂਰ ਸਾਹਿਬ ਦੇ ਜਿਹੜੇ ਗੁਰੂ ਘਰ ਦੇ ਵਿੱਚ ਫਸੇ ਬੈਠੇ ਆ ਜਾਂ ਉਸ ਸ਼ਹਿਰ ਦੇ ਵਿੱਚ ਫਸੇ ਬੈਠੇ ਆ ਜੀ। ਭਾਵੇਂ ਲੰਗਰ ਪਾਣੀ ਦਾ ਪ੍ਰਬੰਧ ਉੱਥੋਂ ਮੁਫਤ ਗੁਰੂ ਘਰ ਦੇ ਵਿੱਚੋਂ ਹੋ ਰਿਹਾ ਹੈ, ਪਰ ਫਿਰ ਵੀ ਇੱਕ ਤਾਂ ਇਹ ਹੈ ਕਿ ਇੰਨੀ ਦੂਰ ਉੱਤਰ ਦੇ ਵਿੱਚੋਂ ਦੱਖਣ ਦੇ ਵਿੱਚ ਲੋਕ ਗਏ ਹੋਏ ਹੈ, ਆਪਣੇ ਘਰਾਂ ਦੇ ਨਾਲੋਂ ਟੁੱਟੇ ਹੋਏ ਆ। ਭਾਵੇਂ ਬੇਤਾਰ ਸਿਸਟਮ ਹੈ, ਸਾਡੇ ਕੋਲ ਟੈਲੀਫੋਨਾਂ ਦੇ ਜ਼ਰੀਏ ਅਸੀਂ ਗੱਲ ਕਰੀ ਜਾਂਦੇ ਹਾਂ, ਪਰ ਫਿਰ ਵੀ ਹਾੜੀ ਦਾ ਮੌਕਾ ਹੈ ਔਰ ਹਰ ਬੰਦਾ ਇਹ ਚਾਹੁੰਦਾ ਹੈ, ਹਰ ਮਾਈ ਭਾਈ ਇਹ ਚਾਹੁੰਦੇ ਹੈ ਕਿ ਹਾੜੀ ਦੇ ਮੌਕੇ ਤੇ ਉਹ ਆਪਣੇ ਘਰੋਂ ਘਰੀ ਪਹੁੰਚਣ ਔਰ ਉੱਥੇ ਜਾ ਕੇ ਆਪੋ ਆਪਣੀਆਂ ਡਿਊਟੀਆਂ ਸੰਭਾਲਣ। ਵੈਸੇ ਵੀ ਤੁਸੀਂ ਜਾਣਦੇ ਹੋ ਕਿ ਜ਼ਿਆਦਾਤਰ ਜਿਹੜੇ ਹੈ ਹਜ਼ੂਰ ਸਾਹਿਬ ਦੀ ਯਾਤਰਾ ਤੇ ਜਾਣ ਵਾਲੇ ਲੋਕ ਉਹ ਵੱਡੀ ਉਮਰ ਦੇ ਹੁੰਦੇ ਆ ਤੇ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਉਹਨਾਂ ਨੂੰ ਜ਼ਿਆਦਾ ਹੁੰਦਾ ਹੈ। ਇਸ ਲਈ ਉਹਨਾਂ ਨੂੰ ਇਹ ਲਿਲ ਹੁੰਦੀ ਹੈ ਕਿ ਛੇਤੀ ਘਰੇ ਪਹੁੰਚ ਗਏ। ਲੇਕਿਨ ਪਿਛਲੇ ਕਾਫੀ ਸਮੇਂ ਤੋਂ ਉਹ ਫਸੇ ਬੈਠੇ ਹੋਏ ਸੀ। ਅੱਜ ਉਹਨਾਂ ਨੂੰ ਪ੍ਰਵਾਨਗੀ ਮਿਲ ਗਈ ਹੈ ਇੱਧਰ ਆਉਣ ਵਾਸਤੇ। ਇਸ ਲਈ ਮੈਂ ਸਮਝਦਾ ਉਹਨਾਂ ਲਈ, ਸਾਡੇ ਪੰਜਾਬੀਆਂ ਲਈ, ਸਿੱਖਾਂ ਲਈ ਇਹ ਬਹੁਤ ਹੀ ਖੁਸ਼ਗਵਾਰ ਖਬਰ ਹੈ ਜੀ। ਇਸ ਖਬਰ ਦੇ ਦੋ ਹਿੱਸੇ ਹੈ। ਪਹਿਲਾਂ ਵੀ ਯਤਨ ਕੀਤਾ ਸੀ ਕਿ ਇਹਨਾਂ ਨੂੰ ਛੇਤੀ ਪ੍ਰਵਾਨਗੀ ਦਵਾਈ ਜਾਵੇ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਚਿੱਠੀ ਲਿਖੀ ਸੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਕਿ ਇਹਨਾਂ ਸਿੱਖਾਂ ਨੂੰ ਘਰੋਂ ਘਰੀ ਭੇਜਣ ਵਾਸਤੇ ਪ੍ਰਵਾਨਗੀ ਸਾਨੂੰ ਦਿੱਤੀ ਜਾਵੇ ਜੀ। ਲੇਕਿਨ ਲੰਬਾ ਸਮਾਂ ਤਾਂ ਉਹ ਚਿੱਠੀ ਦੇ ਉੱਤੇ ਕੋਈ ਐਕਸ਼ਨ ਨਹੀਂ ਹੋਇਆ। ਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਚਿੱਠੀ ਲਿਖੀ ਆਪਣੇ ਵੱਲੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਔਰ ਨਾਲ ਹੀ ਉਹਦੀ ਕਾਪੀ ਹੈ ਜਿਹੜੀ ਗ੍ਰਹਿ ਮੰਤਰੀ ਨੂੰ ਭੇਜੀ। ਉਹਨਾਂ ਨੇ ਮੰਗ ਕੀਤੀ ਕਿ ਜੀ ਇਹ ਬਹੁਤ ਸਾਡੇ ਲਈ ਬੜਾ ਇੱਕ ਸੰਕਟ ਦੀਆਂ ਘੜੀਆਂ ਔਰ ਹਰ ਜਿਹੜਾ ਹੈਗਾ ਕਿਸਾਨ ਹੈ ਉਹਨੂੰ ਆਪਣੇ ਘਰ ਆਉਣ ਦੀ ਆਗਿਆ ਦਿੱਤੀ ਜਾਵੇ, ਤੁਸੀਂ ਇੱਥੇ ਛੇਤੀ ਕੁਛ ਕਰੋ ਜੀ। ਕੱਲ ਪ੍ਰਵਾਨਗੀ ਮਿਲ ਗਈ ਸੀ, ਲੇਕਿਨ ਉਸ ਪ੍ਰਵਾਨਗੀ ਦੇ ਵਿੱਚ ਥੋੜੀ ਜਿਹੀ ਗੜਬੜ ਰਹਿ ਗਈ ਜੀ, ਕਿਉਂਕਿ ਜਦੋਂ ਪ੍ਰਵਾਨਗੀ ਦਿੱਤੀ ਹੈ ਲੈਟਰ ਟਾਈਪ ਹੋਈ ਹੈ, ਟਾਈਪਿੰਗ ਮਿਸਟੇਕ ਦੀ ਵਜ੍ਹਾ ਕਾਰਨ ਉੱਥੇ ਇਹ ਕਹਿਣ ਦੀ ਬਜਾਏ ਕਿ ਇਹ ਸਿੱਖ ਸ਼ਰਧਾਲੂ ਪੰਜਾਬ ਦੇ ਵਿੱਚ ਸ਼ਬਦ ਪੈ ਗਿਆ ਸੀ NRI ਜੀ। ਇਹ ਟੈਕਨੀਕਲ ਪ੍ਰੋਬਲਮ ਸੀ। ਉਧਵ ਠਾਕਰੇ ਨੇ ਮੁੱਖ ਮੰਤਰੀ ਨੂੰ ਟੈਲੀਫੋਨ ਕਰਕੇ ਦੱਸਿਆ ਕਿ ਪ੍ਰਵਾਨਗੀ ਭਾਵੇਂ ਮਿਲ ਗਈ ਹੈ ਲੇਕਿਨ ਇਹਦੇ ਵਿੱਚ ਅੜਿੱਕਾ ਇਹ ਪੈ ਗਿਆ ਕਿ ਇਹਨਾਂ ਨੂੰ NRI ਲਿਖ ਦਿੱਤਾ ਹੈ ਜੀ। ਸੋ ਉਹਨਾਂ ਨੇ ਕਿਹਾ ਕਿ ਅਸੀਂ ਦੁਬਾਰਾ ਫਿਰ ਗ੍ਰਹਿ ਮੰਤਰੀ ਨੂੰ ਚਿੱਠੀ ਭੇਜੀ ਹੈ ਤੇ ਤੁਸੀਂ ਉਡੀਕ ਕਰੋ, ਸ਼ਾਇਦ ਸਾਨੂੰ ਪ੍ਰਵਾਨਗੀ ਮਿਲ ਜਾਏ ਜੀ। ਅੱਜ ਦੁਪਹਿਰ ਨੂੰ ਇਹ ਖਬਰ ਆ ਗਈ ਕਿ ਹਾਂ ਪ੍ਰਵਾਨਗੀ ਮਿਲ ਗਈ ਹੈ। ਉਧਵ ਠਾਕਰੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟੈਲੀਫੋਨ ਤੇ ਦੱਸ ਦਿੱਤਾ ਕਿ ਜੀ ਪ੍ਰਵਾਨਗੀ ਮਿਲ ਗਈ ਹੈ ਔਰ ਕੈਪਟਨ ਅਮਰਿੰਦਰ ਸਿੰਘ ਨੇ ਨਾਲ ਦੀ ਨਾਲ ਹੀ ਪੰਜਾਬ ਦੇ ਚੀਫ ਸੈਕਟਰੀ ਨੂੰ ਕਹਿ ਦਿੱਤਾ ਕਿ ਭਾਈ ਉਹਨਾਂ ਦੇ ਆਉਣ ਜਾਣ ਦਾ ਜਿਹੜਾ ਉਹਨਾਂ ਦੇ ਲਿਆਉਣ ਦਾ ਪ੍ਰਬੰਧ ਕਰੋ ਜੀ, ਕਨਵੇਂਸ ਦਾ ਪ੍ਰਬੰਧ ਕਰੋ, ਗੱਡੀਆਂ ਦਾ ਪ੍ਰਬੰਧ ਕਰੋ ਔਰ ਇਹਦਾ ਸਾਰਾ ਖਰਚਾ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਉਠੂਗੀ ਕਿਉਂਕਿ ਸਾਡੇ ਪੰਜਾਬ ਦੇ ਵਸਨੀਕ ਹੈ, ਉਹ ਪੰਜਾਬ ਦੇ ਨਾਗਰਿਕ ਹੈ, ਪੰਜਾਬ ਦੇ ਸ਼ਹਿਰੀ ਹੈ। ਇਸ ਲਈ ਜੇ ਉਹਨਾਂ ਦੇ ਉੱਤੇ ਕਿ ਮੁਸੀਬਤ ਪੈ ਗਈ ਹੈ ਤਾਂ ਉਹਨਾਂ ਨੂੰ ਲਿਆਉਣ ਵਾਸਤੇ ਸਾਰਾ ਖਰਚਾ ਅਸੀਂ ਉਠਾਂਗੇ ਜੀ। ਇੱਥੇ ਮੈਂ ਦੱਸ ਦਿੰਦਾ ਇਹਨਾਂ ਜਿਹੜੇ ਸ਼ਰਧਾਲੂ ਸੀ ਇਹਨਾਂ ਦੇ ਵਿੱਚੋਂ 90 ਵਿਅਕਤੀ ਪਹਿਲਾਂ ਆਪਣੇ ਪੱਧਰ ਤੇ ਜੀ ਉਹਨਾਂ ਨੇ ਗੱਡੀਆਂ ਦਾ ਇੰਤਜ਼ਾਮ ਕਰ ਲਿਆ ਸੀ, ਉਹ ਨਿਕਲ ਪਏ ਸੀ। ਲੇਕਿਨ ਜਦੋਂ ਉਹ ਅੰਦੌਰ ਪਹੁੰਚੇ ਤੇ ਅੰਦੌਰ ਤੋਂ ਗਾ ਉਹਨਾਂ ਨੂੰ ਜਾਣ ਦੀ ਆਗਿਆ ਨਾ ਦਿੱਤੀ, ਉਹ ਇੰਦੌਰ 'ਚ ਫਸ ਗਏ ਸੀ ਜੀ। ਫਿਰ ਉਹਨਾਂ ਨੂੰ ਉੱਥੋਂ ਜਿਹੜੀ ਹੈਗੀ ਪ੍ਰਵਾਨਗੀ ਦਿਵਾਉਣ ਦੇ ਵਿੱਚ ਕਾਫੀ ਵੱਡਾ ਯੋਗਦਾਨ ਅਦਾ ਕੀਤਾ ਸੀ ਡਾਕਟਰ ਅਮਰ ਸਿੰਘ ਜੀ, ਜਿਹੜੇ ਫਤਿਹਗੜ੍ਹ ਸਾਹਿਬ ਤੋਂ ਪਾਰਲੀਮੈਂਟ ਦੇ ਮੈਂਬਰ ਹੈ। ਕਿਉਂਕਿ ਡਾਕਟਰ ਅਮਰ ਸਿੰਘ ਇੱਧਰ ਰਿਟਾਇਰ ਹੋਣ ਤੋਂ ਪਹਿਲਾਂ ਉਹ ਇੱਕ IAS ਆਫੀਸਰ ਸੀ ਔਰ ਚੀਫ ਸੈਕਟਰੀ ਦੇ ਲੈਵਲ ਦੇ ਆਫੀਸਰ ਸੀਗੇ ਜੀ, ਮੱਧ ਪ੍ਰਦੇਸ਼ ਕਾਡਰ ਦੇ ਸੀ। ਸੋ ਉਹ ਉੱਥੋਂ ਦੇ ਜਿਹੜੇ ਹੈਗੇ ਆਫੀਸਰ ਸਾਹਿਬਾਨ ਉਹਨਾਂ ਨੂੰ ਜਾਣਦੇ ਹੈ ਤੇ ਇਤਫਾਕ ਵਾਸਤੇ ਜਿਹੜੇ ਉੱਥੇ ਦੇ ਚੀਫ ਸੈਕਟਰੀ ਹੈ ਉਹ ਵੀ ਗੁਰਸਿੱਖ ਹੈ। ਉਹਨਾਂ ਨੇ ਇਹਨਾਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਪ੍ਰਵਾਨਗੀ ਦਵਾਤੀ ਸੀ, ਉਹ ਘਰੋਂ ਘਰੀ ਪਹੁੰਚ ਗਈ ਹੈ ਜੀ। ਜਦੋਂ ਇਹ ਪ੍ਰਵਾਨਗੀ ਮਿਲ ਗਈ ਉਧਵ ਠਾਕਰੇ ਦੀ
ਕਾਲ ਆ ਗਈ ਕੈਪਟਨ ਅਮਰਿੰਦਰ ਸਿੰਘ ਨੂੰ, ਤੇ ਕੈਪਟਨ ਅਮਰਿੰਦਰ ਸਿੰਘ ਨੇ ਦੁਪਹਿਰੇ 1:52 ਤੇ ਇਹ ਟਵੀਟ ਕਰਤਾ ਕਿ ਜੀ ਇਹ ਸਾਰਾ ਕੁਝ ਸਾਨੂੰ ਪ੍ਰਵਾਨਗੀ ਮਿਲ ਗਈ ਹੈ, ਸਾਡੇ ਲਈ ਖੁਸ਼ੀ ਦੀ ਗੱਲ ਹੈ ਜੀ। ਕੈਪਟਨ ਦੇ ਟਵੀਟ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਕੇਂਦਰੀ ਵਜ਼ੀਰ ਹੈ, ਉਹਨਾਂ ਨੇ ਪੂਰੇ 24 ਮਿੰਟ ਬਾਅਦ ਇੱਕ ਆਪਣੇ ਵੱਲੋਂ ਟਵੀਟ ਕਰਤਾ। ਬੀਬਾ ਜੀ ਕੀ ਕਹਿੰਦੇ ਆ? ਬੀਬਾ ਜੀ ਕਹਿੰਦੀ ਹੈ ਕਿ ਮੈਂ ਇਸ ਵੇਲੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਵਾਸਤੇ ਆਈ ਹੋਈ ਹਾਂ, ਤੇ ਮੈਨੂੰ ਅਮਿਤ ਸ਼ਾਹ ਨੇ ਦੱਸਿਆ ਕਿ ਹਾਂਜੀ ਅਸੀਂ ਪ੍ਰਵਾਨਗੀ ਦੇ ਦਿੱਤੀ ਹੈ, ਤੇ ਮੈਂ ਹੁਕਮ ਭੇਜ ਦਿੱਤਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਜੀ। ਤੇ ਉਹਨਾਂ ਨੇ ਫਿਰ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ, ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰ ਰਹੀ ਹਾਂ ਕਿ ਉਹ ਸਾਡੀਆਂ ਬੱਸਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਬੱਸਾਂ ਪਿਛਲੇ 3 ਦਿਨਾਂ ਤੋਂ ਤਿਆਰ ਬਰ ਤਿਆਰ ਖੜੀਆਂ ਜੀ, ਕਿ ਜਿਹੜੇ ਸ਼ਰਧਾਲੂ ਉੱਥੇ ਫਸੇ ਹੋਏ ਆ ਉਹਨਾਂ ਨੂੰ ਲੈ ਕੇ ਆਉਣ, ਸੋ ਉਹ ਇਜਾਜ਼ਤ ਦੇਣ ਸ਼੍ਰੋਮਣੀ ਅਕਾਲੀ ਦਲ ਦੀਆਂ ਬੱਸਾਂ ਨੂੰ, ਤੇ ਉਹ ਬੱਸਾਂ ਇੱਥੇ ਲੈ ਕੇ ਆਉਣ ਜੀ। ਇਹ ਇੱਕ ਟਵਿੱਟਰ ਤੇ ਲੜਾਈ ਸ਼ੁਰੂ ਹੋ ਗਈ ਹੈ, ਟਵਿੱਟਰ ਵਾਰ ਕਹਿ ਸਕਦੇ ਆ ਆਪਾਂ ਇਹਨਾਂ ਨੂੰ, ਕਿਉਂਕਿ ਮੁੱਖ ਮੰਤਰੀ ਨੇ ਜਿਹੜੀ ਹੈਗੀ ਗੱਲ ਕਹੀ, ਉਹਨੇ ਕਿਹਾ ਕਿ ਮੈਨੂੰ ਉੱਥੋਂ ਦੇ ਮੁੱਖ ਮੰਤਰੀ ਨੇ ਸੂਚਿਤ ਕੀਤਾ ਹੈ ਜੀ। ਉਹ 24 ਮਿੰਟ ਪਹਿਲਾਂ ਗੱਲ ਕਹਿੰਦੇ ਤੇ 24 ਮਿੰਟ ਬਾਅਦ ਬੀਬੀ ਕਹਿੰਦੀ ਹੈ ਕਿ ਜੀ ਮੈਂ ਉੱਥੇ ਖੜੀ ਹਾਂ। ਹੁਣ ਜੇ ਬੀਬੀ ਉੱਥੇ ਖੜੀ ਸੀ, ਮੈਂ ਨਹੀਂ ਕਹਿੰਦਾ ਕਿ ਕੋਈ ਬੀਬੀ ਦਾ ਯੋਗਦਾਨ ਨਹੀਂ, ਤਾਂ ਫਿਰ ਬੀਬੀ ਨੂੰ ਪਹਿਲਾਂ ਕਹਿ ਦੇਣਾ ਚਾਹੀਦਾ ਸੀ ਜੀ ਅਮਿਤ ਸ਼ਾਹ ਨੇ ਸਹਿਮਤੀ ਦੇ ਦਿੱਤੀ ਹੈ ਔਰ ਉਹ ਚਿੱਠੀ ਅਸੀਂ ਲਿਖ ਰਹੇ ਹਾਂ ਜੀ। ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ, ਉਸ ਟਵੀਟ ਤੋਂ ਪਹਿਲਾਂ ਉਹਨਾਂ ਦਾ ਟਵੀਟ ਆਉਣਾ ਚਾਹੀਦਾ ਸੀ ਜੀ। ਵੈਸੇ ਵੀ ਜੇ ਆਪਾਂ ਇਸ ਚੀਜ਼ ਨੂੰ ਨਿਰਪੱਖਤਾ ਦੇ ਨਾਲ ਬਾਚੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਪਹਿਲੀ ਜਿਹੜੀ ਅਪੀਲ ਕੀਤੀ ਹੈ ਕਿ ਜਿਹੜੇ ਸਾਡੀ ਸਿੱਖ ਸੰਗਤ ਉੱਥੇ ਫਸੀ ਹੋਈ ਹੈ ਜੀ, ਉਹ ਕੀਤੀ ਸੀ ਬਿਕਰਮ ਸਿੰਘ ਮਜੀਠੀਆ ਨੇ, ਬੀਬੀ ਹਰਸਿਮਰਤ ਕੌਰ ਬਾਦਲ ਦੇ ਭਰਾ ਨੇ ਜੀ। ਬਿਕਰਮ ਮਜੀਠੀਆ ਨੇ ਇੱਕ ਚਿੱਠੀ ਲਿਖੀ ਕੈਪਟਨ ਅਮਰਿੰਦਰ ਸਿੰਘ ਨੂੰ, ਤੇ ਉਸ ਚਿੱਠੀ ਦੇ ਵਿੱਚ ਉਹ ਕਹਿੰਦੇ ਕੀ ਹੈ? ਉਹ ਕਹਿੰਦੇ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ, ਮੇਰੇ ਹਲਕੇ ਦੇ, ਸਾਡੇ ਇਸ ਇਲਾਕੇ ਦੇ ਬਹੁਤ ਸਾਰੇ ਸ਼ਰਧਾਲੂ ਜਿਹੜੇ ਹੈਗੇ ਆ, ਸਿੱਖ ਸੰਗਤ ਫਸੀ ਹੋਈ ਹੈ ਹਜੂਰ ਸਾਹਿਬ ਦੇ ਵਿੱਚ, ਤੁਸੀਂ ਆਪਣੇ ਆਫਿਸ ਦੀ, ਆਪਣੇ ਰੁਤਬੇ ਦੀ ਸਹਿਯੋਗ ਵਰਤੋਂ ਕਰਦੇ ਹੋਏ ਅਪਰੋਚ ਕਰੋ ਮਹਾਰਾਸ਼ਟਰ ਦੀ ਸਰਕਾਰ ਨੂੰ, ਕੇਂਦਰ ਨੂੰ, ਜਿੱਥੇ ਵੀ ਤੁਸੀਂ ਕਰ ਸਕਦੇ ਹੋ, ਕਿਉਂਕਿ ਤੁਸੀਂ ਸੂਬੇ ਦੇ ਮੁੱਖ ਮੰਤਰੀ ਹੋ, ਤੇ ਉਹਨਾਂ ਸੰਗਤਾਂ ਨੂੰ ਵਾਪਸ ਬੁਲਾਇਆ ਜਾਵੇ ਜੀ। ਉਸ ਤੋਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਅਸਲ ਦੇ ਵਿੱਚ ਚਿੱਠੀ ਲਿਖੀ ਸੀਗੀ ਉਧਮ ਠਾਕਰੇ ਨੂੰ, ਔਰ ਉਹਦੀ ਕਾਪੀ ਭੇਜੀ ਸੀ ਉੱਪਰ। ਉਹਨੇ ਕੰਟਰਡਿਕਸ਼ਨ ਆ ਗਈ ਹੈ, ਕਿਉਂਕਿ ਜਿਹੜੀ ਚਿੱਠੀ ਹੈ ਉਹ ਜਨਤਕ ਪਹਿਲਾਂ ਹੋ ਚੁੱਕੀ ਹੈ, ਉਹ ਖਬਰਾਂ ਵੀ ਅਖਬਾਰਾਂ 'ਚ ਲੱਗ ਚੁੱਕੀਆਂ ਸੀ ਕਿ ਬਿਕਰਮ ਸਿੰਘ ਮਜੀਠੀਆ ਨੇ ਲਿਖੀ ਹੈ, ਲੇਕਿਨ ਬੀਬੀ ਹੁਣ ਇਹ ਕਲੇਮ ਕਰਦੀ ਹੈ ਕਿ ਨਹੀਂ, ਇਹ ਸਾਰਾ ਕੁਝ ਮੈਂ ਕੀਤਾ ਹੈ। ਚਲੋ ਕਿਸੇ ਨੇ ਵੀ ਕੀਤਾ ਹੋਵੇ, ਮਤਲਬ ਸ਼ਬਦ ਮੈਂ ਨਹੀਂ ਆਉਣਾ ਚਾਹੀਦਾ ਜੀ, ਕਿਉਂਕਿ ਜਿਹੜੇ ਲੋਕ ਸਾਡੇ ਗਏ ਆ ਉਹ ਸ਼ਰਧਾਲੂ ਹੈ, ਸਾਡੀ ਸੰਗਤ ਹੈ, ਗੁਰੂ ਸਾਹਿਬ ਦਾ 10ਵੇਂ ਪਾਤਸ਼ਾਹ ਦਾ ਉਹ ਆਖਰੀ ਸਥਾਨ ਹੈ, ਉੱਥੇ ਦਰਸ਼ਨਾਂ ਵਾਸਤੇ ਜਾਂਦੇ, ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਪੱਤਰਕਾਰ ਹਾਂ, ਆਪਾਂ ਵੀ ਆਪਣੇ ਲੈਵਲ ਦੇ ਉੱਤੇ ਜਿੰਨਾ ਜ਼ੋਰ ਲਾ ਸਕਦੇ ਸੀ ਉਹ ਲਾਇਆ, ਜਿੰਨੀਆਂ ਖਬਰਾਂ ਲਿਖ ਸਕਦੇ ਸੀ, ਖਬਰਾਂ 'ਚ ਬੋਲ ਸਕਦੇ ਸੀ ਕਿ ਜਿਹੜੇ ਲੋਕ ਫਸੇ ਹੋਏ ਆ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ। ਲੇਕਿਨ ਸ਼ਬਦ ਜਦੋਂ ਮੈਂ ਆ ਜਾਂਦਾ, ਹੈਂਕੜ ਆ ਜਾਂਦੀ ਹੈ, ਇਹਦੇ ਵਿੱਚੋਂ ਰਾਜਨੀਤੀ ਦੀ ਬੂ ਆਉਂਦੀ ਹੈ, ਕਿਉਂਕਿ ਇਹ ਜਿਹੜਾ ਧਾਰਮਿਕ ਕੰਮ ਹੈ ਜਾਂ ਜਿਹੜਾ ਸਾਡੀ ਡਿਊਟੀ ਬਣਦੀ ਹੈ, ਡਿਊਟੀ ਦੇ ਵਿੱਚ ਜਿਹੜੀ ਰਾਜਨੀਤੀ ਦੇ ਜ਼ਰੀਏ ਅਸੀਂ ਵੋਟਾਂ ਦੀ ਫਸਲ ਤਿਆਰ ਕਰਨ ਦਾ ਇੱਕ ਯਤਨ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ। ਇਹ ਗੱਲ ਨਹੀਂ ਹੋਣੀ ਚਾਹੀਦੀ। ਅੱਜ ਜਿਹੜਾ ਹੈਗਾ ਸੂਚਨਾ ਤਕਨੀਕ ਦਾ ਯੁੱਗ ਹੈ, ਲੋਕ ਬੜੇ ਸਿਆਣੇ ਆ, ਸਭ ਕੁਝ ਜਾਣਦੇ ਹੈ, ਪਤਾ ਉਹਨਾਂ ਨੂੰ ਕਿ ਕਿਹਦਾ ਕੀ ਯੋਗਦਾਨ ਹੈ। ਸੋ ਕਿਰਪਾ ਕਰਕੇ ਅਗਲੀ ਗੱਲ ਮੈਂ ਹੋਰ ਕਹਿਣੀ ਚਾਹੂੰਗਾ, ਚੰਦੀ ਸਾਹਿਬ ਤੁਸੀਂ ਵੀ ਸਿਆਣੇ ਹੋ ਬੜੇ, ਸਾਡੇ ਦਰਸ਼ਕ ਤੇ ਸਰੋਤੇ ਉਹ ਵੀ ਬੜੇ ਸਿਆਣੇ ਹੈ, ਕਿ ਇਹ ਜਿਹੜੇ ਮਾਮਲੇ ਆ ਜੀ ਸਰਕਾਰ ਹੋਵੇ, ਸਰਕਾਰ ਹੀ ਪ੍ਰਬੰਧ ਕਰਦੀ ਹੁੰਦੀ ਹੈ। ਬਿਲਕੁਲ ਜੀ। ਹੁਣ ਬੀਬਾ ਜੀ ਕਹਿੰਦੇ ਆ ਜੀ ਅਕਾਲੀ ਦਲ ਨੂੰ ਤੁਸੀਂ ਪ੍ਰਵਾਨਗੀ ਦੇ ਦਿਓ। ਮੈਨੂੰ ਇਹ ਦੱਸੋ ਕਿ ਜਿਹੜਾ ਬੰਦਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਹੈ, ਉਹ ਅਕਾਲੀ ਦਲ ਦੀਆਂ ਬੱਸਾਂ ਨੂੰ ਪ੍ਰਵਾਨਗੀ ਕਿਉਂ ਦੇਊਗਾ? ਉਹ ਕਿਉਂ ਮੌਕਾ ਦੇਊਗਾ ਕਿ ਜਿਹੜੀ ਉਹਨੇ ਹਿੰਮਤ ਕੀਤੀ ਹੈ, ਜਾਂ ਉਹਦੇ ਹਮ ਰੁਤਬਾ ਉਧਮ ਠਾਕਰੇ ਨੇ ਹਿੰਮਤ ਕੀਤੀ ਹੈ? ਕਿਉਂਕਿ ਉਧਮ ਠਾਕਰੇ ਭਾਵੇਂ ਪਹਿਲਾਂ ਐਨਡੀਏ ਦਾ ਇੱਕ ਪਾਰਟ ਐਂਡ ਪਾਰਸਲ ਹੁੰਦਾ ਸੀ, ਅੱਜ ਕੱਲ ਉਹ ਐਨਡੀਏ ਦੇ ਉਲਟ ਕਾਂਗਰਸ ਦੇ ਨਾਲ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਨਾਲ ਉਹ ਵਿਰੋਧ ਵਿੱਚ ਖੜੋਤਾ ਅਮਿਤ ਸ਼ਾਹ ਦੇ ਤੇ ਨਰਿੰਦਰ ਮੋਦੀ ਦੇ, ਇਹ ਹੱਕ ਵਿੱਚ ਖੜੋਤੇ ਅਕਾਲੀ, ਔਰ ਉਹ ਇਹਨਾਂ ਨੂੰ ਮੌਕਾ ਕਿਉਂ ਦਊਗਾ? ਉਹਨੇ ਮੁੱਖ ਮੰਤਰੀ ਨੇ ਸੁਣੀ ਵੀ ਹੈ। ਸੋ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕੁੱਲ ਮਿਲਾ ਕੇ ਜਿਹੜੀ ਗੱਲ ਹੋਈ ਹੈ, ਸਾਨੂੰ ਖੁਸ਼ੀ ਪ੍ਰਗਟ ਕਰਨੀ ਚਾਹੀਦੀ ਹੈ ਕਿ ਸਾਡੇ ਲੋਕ ਜਿਹੜੇ ਉੱਥੇ ਫਸੇ ਹੋਏ ਸੀ ਉਹਨਾਂ ਨੂੰ ਘਰ ਆਉਣ ਦੀ ਪ੍ਰਵਾਨਗੀ ਮਿਲ ਗਈ ਹੈ। ਅਗਲੇ 24 ਘੰਟੇ 48 ਘੰਟਿਆਂ ਦੇ ਵਿੱਚ ਉਹ ਆਪਣੇ ਘਰੋਂ ਘਰੀ ਪਹੁੰਚਣ। ਆਪਾਂ ਇਹੀ ਦੁਆ ਕਰੀਏ, ਇਹੀ ਅਰਦਾਸ ਕਰੀਏ ਜੀ। ਬਿਲਕੁਲ ਜੀ, ਬੜਾ ਚੰਗਾ ਉਪਰਾਲਾ ਜੀ, ਤੇ ਚੰਗੀ ਖਬਰ ਆ ਆਪਣੇ ਪਰਿਵਾਰਾਂ ਦੇ ਵਿੱਚ ਆਉਣ, ਕਿਉਂਕਿ ਹੁਣ ਕਣਕ ਦੀ ਵਾਢੀ ਆ ਤਾਂ ਸਿਆਣੇ ਬੰਦੇ ਵੈਸੇ ਵੀ ਘਰਾਂ ਦੇ ਵਿੱਚ ਚੰਗੇ ਹੁੰਦੇ ਆ,
ਕਿਉਂਕਿ ਪਰਿਵਾਰਾਂ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਮੰਡੀਆਂ ਦੇ ਵਿੱਚ ਜਾਂ ਹੋਰ ਕੰਮਾਂ ਕਾਰਾਂ ਲਈ ਜਾਣਾ ਪੈਂਦਾ, ਪਰ ਸਿਆਣੇ ਬੰਦੇ ਜਿਹੜੇ ਘਰ ਦੇ ਵਿੱਚ ਹੋਣ ਤੇ ਬਹੁਤ ਜ਼ਰੂਰੀ ਆ। ਹੁਣ ਮੌਕਾ ਜੀ ਬਾਇਰ ਵਾਸਤੇ ਖਾਸ ਕਰਕੇ ਜਿਹੜੇ ਦਿਨ ਤੁਹਾਨੂੰ ਪਤਾ ਵੀ ਕਿੱਦਾਂ ਦੇ ਚੱਲ ਰਹੇ ਆ। ਜੇ ਤੁਸੀਂ ਪ੍ਰਾਪਰਟੀ ਬਾਏ ਕਰਨੀ ਆ ਤੁਸੀਂ ਹੁਣੇ ਹੀ ਕਾਲ ਕਰ ਸਕਦੇ ਹੋ ਕਿਰਨ ਕੌਰ ਪੱਡਾ ਨੂੰ ਫਸਟ ਜਾਂ ਸੈਕੰਡ ਮੌਰਗੇਜ ਵਾਸਤੇ 416 710 20 416 710 20 ਤੇ ਜੇ ਤੁਹਾਨੂੰ ਪੈਸਿਆਂ ਦੀ ਲੋੜ ਆ ਕਈ ਵਾਰੀ ਕਿਉਂਕਿ ਦਿਨ ਉਦਾਂ ਦੇ ਚੱਲ ਰਿਹਾ ਜੀ ਤੁਹਾਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ ਬੇਝਿਜਕ ਹੋ ਕੇ ਕਾਲ ਕਰੋ 416 710 2020 ਤੇ ਘੜੀਆਂ ਠੀਕ ਕਰਾਉਣ ਵਾਸਤੇ ਜਾਂ ਤੁਸੀਂ ਪਿੰਨ ਪਾਉਣੀ ਆ ਜਾਂ ਬੈਟਰੀ ਪਾਉਣੀ ਆ ਜਾਂ ਬਾਏ ਕਰਨੀਆਂ ਸਿਟੀਜ਼ਨ ਸਿੱਕੋ 5 ਰਾਡੋ ਰੋਲੈਕਸ ਸੋਮਲ ਵਾਚ ਕਲੌਕ ਐਂਡ ਪਾਰਟਸ ਆਪਣੇ ਨਾਂ ਦਾ ਜੇ ਵਾਲ ਕਲੌਕ ਵੀ ਬਣਾਉਣਾ ਤੁਸੀਂ ਆਪਣੀ ਟਰਾਂਸਪੋਰਟ ਦਾ ਜਾਂ ਕਿਸੇ ਫੈਕਟਰੀ ਦਾ ਨਾਂ ਵਿੱਚ ਲਿਖਾ ਕੇ ਕਿਸੇ ਨੂੰ ਗਿਫਟ ਦੇਣਾ ਚਾਹੁੰਦੇ ਹੋ 905 790 2188 ਇਸ ਦੇ ਨਾਲ ਹੀ FBI ਹਾਈ ਸਕੂਲ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਬਹੁਤ ਵਧੀਆ ਪੰਜਾਬੀ ਪੜ੍ਹਾਉਂਦੇ ਨੇ ਨਾਲ ਕੈਲਕੂਲੇਟਰ ਤੇ ਫੋਨ ਜਿਹੜਾ ਯੂਜ਼ ਨਹੀਂ ਕਰ ਸਕਦੇ ਬੱਚੇ ਉੱਥੇ 905 791 4600 ਸੋਫਾ ਸਟੂਡੀਓ ਤੋਂ ਸ਼ਗਨਦੀਪ ਹੋਣਾ ਦਾ ਵਾਅਦਾ ਜੀ ਕਹਿੰਦੇ ਜੇ ਤੁਸੀਂ ਐਲ ਸ਼ੇਪ ਕਸਟਮ ਮੇਡ ਰਾਊਂਡ ਸੋਫਾ ਬੈਸਟ ਕੁਆਲਿਟੀ 'ਚ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 905 799 8877 ਤੇ ਅਪਾਇੰਟਮੈਂਟ ਬਣਾ ਕੇ ਆ ਸਕਦੇ ਹੋ ਤੇ ਘਰ ਦੀ ਰੈਨੋਵੇਸ਼ਨ ਕਰਵਾਉਣੀ ਆ ਬੇਸਮੈਂਟ ਬਣਾਉਣੀ ਆ ਜਾਂ ਬੇਸਮੈਂਟ ਲੀਗਲ ਕਰਾਉਣੀ ਆ ਵਾਸ਼ਰੂਮ ਬਣਾਉਣਾ ਟਾਈਲਾਂ ਲਵਾਉਣੀਆਂ ਹਰਦਿਆਲ ਸਿੰਘ ਝੀਤੇ ਉਹਨਾਂ ਨੂੰ ਫੋਨ ਕਰ ਲਓ 647 409 99 15 647 409 8915 ਤੇ ਕਾਲ ਕੀਤੀ ਜਾ ਸਕਦੀ ਆ। ਆਪਾਂ ਕਾਲ ਲੈ ਲਈਏ ਢਿੱਲੋਂ ਸਾਹਿਬ ਆਪਣੇ ਨਾਲ ਜੁੜੇ ਕਾਲਰ। ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਵੀਰ ਜੀ। ਸਤਿ ਸ਼੍ਰੀ ਅਕਾਲ ਚੰਨੀ ਸਾਹਿਬ, ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜੀ ਬਿਰਗਾ ਸਾਹਿਬ। ਹਾਂਜੀ ਬਹੁਤ ਵਧੀਆ ਖਬਰ ਦਿੱਤੀ ਤੁਸੀਂ ਜੀ। ਜਿਹੜੇ ਸਾਡੇ ਹਜ਼ੂਰ ਸਾਹਿਬ ਯਾਤਰੀ ਸਿੱਖ ਯਾਤਰੀ ਫਸੇ ਸੀ ਉਹ ਆ ਰਹੇ ਨੇ ਜੀ ਤੇ ਹੁਣ ਜਿੱਦਾਂ ਤਖਤ ਪਟਨਾ ਸਾਹਿਬ ਵੀ ਫਸੇ ਨੇ ਉੱਥੇ ਵੀ ਉਹ ਵੀ ਉਹਨਾਂ ਬੰਦਿਆਂ ਨੂੰ ਵੀ ਕੱਢਿਆ ਜਾਵੇ ਜੀ। ਤੇ ਬਾਕੀ ਢਿੱਲੋਂ ਸਾਹਿਬ ਨੇ ਦੇਖੋ ਜੀ ਬਹੁਤ ਹੀ ਵਿਸਤਾਰ ਦੇ ਨਾਲ ਸਾਰੇ ਪਕਸ਼ ਅੱਗੇ ਰੱਖ ਕੇ ਖਬਰ ਦਿੱਤੀ ਹੈ। ਮੈਂ ਸਲੂਟ ਕਰਦਾ ਜੀ ਢਿੱਲੋਂ ਸਾਹਿਬ ਨੂੰ। ਦੇਖੋ ਇੰਨੀ ਖਬਰ ਠੰਡੇ ਨਾ ਹੋ ਕੇ ਪੂਰਾ ਕੋਈ ਛੱਡਿਆ ਨਹੀਂ ਕੋਈ, ਬਹੁਤ ਵਧੀਆ ਖਬਰ ਦਿੱਤੀ। ਹੁਣ ਮੈਂ ਇਹਦੇ ਨਾਲ ਹੀ ਮਿਲਦੀ ਜਿਹੜੀ ਖਬਰ ਹੋਰ ਵੀ ਇਹਨਾਂ ਕੋਲ ਪੁੱਛਣਾ ਚਾਹੁੰਦਾ ਹੈ ਵੀ ਅੱਜ ਕੱਲ੍ਹ ਬੀਬਾ ਜੀ ਬੜੇ ਅਗਰੈਸਿਵ ਹੋਏ ਪਏ ਨੇ ਤੇ ਉਹ ਪੰਜਾਬ ਗੌਰਮੈਂਟ ਤੇ ਵੀ ਬੜੇ ਇਲਜ਼ਾਮ ਲਗਾ ਰਹੇ ਨੇ। ਜਿੱਥੇ ਪੰਜਾਬ ਗੌਰਮੈਂਟ ਕਹਿੰਦੀ ਸਾਨੂੰ ਕੋਈ ਹੈਲਪ ਨਹੀਂ ਮਿਲੀ ਤੇ ਉਹ ਵਾਰ-ਵਾਰ ਬੀਬਾ ਜੀ ਇਹ ਗੱਲ ਕਹਿ ਰਹੇ ਨੇ ਵੀ ਕੇਂਦਰ ਨੇ ਜਦੋਂ ਲੋਕਡਾਊਨ ਲੱਗਿਆ ਉਹਦੇ ਬਾਅਦ 3400 ਕਰੋੜ ਰੁਪਈਆ ਅਲੱਗ-ਅਲੱਗ ਜਿਹੜੇ ਹੈਡਸ ਹੈ ਉਹਨਾਂ ਦੇ ਅੰਦਰ ਭੇਜੇ ਨੇ ਪੰਜਾਬ ਨੂੰ। ਤੇ ਦੂਜਾ ਉਹਨਾਂ ਨੇ ਕਿਹਾ 70,000 ਮੀਟ੍ਰਿਕ ਟਨ ਅਨਾਜ ਸੈਂਟਰ ਨੇ ਪੰਜਾਬ ਨੂੰ ਦਿੱਤਾ ਜਿਹੜਾ ਹਜੇ ਕੈਪਟਨ ਸਾਹਿਬ ਨੇ 50% ਹੀ ਚੁੱਕਿਆ। ਤੇ ਇਹ ਕੋਈ ਜਿਹੜਾ ਰਾਜ ਸੀ ਲਗਭਗ 1.4 ਕਰੋੜ ਲੋਕਾਂ ਦੇ ਹਿਸਾਬ ਨਾਲ ਹੈ। 30 ਕਿਲੋ ਅਨਾਜ ਹੈ ਤੇ 3 ਕਿਲੋ ਦਾਲਾਂ ਹੈ। ਇਹਨਾਂ ਦੀ ਆਪਸ ਦੇ ਵਿੱਚ ਕਾਫੀ ਯੁੱਧ ਚੱਲ ਰਿਹਾ ਇਸੇ ਗੱਲ ਤੇ। ਪਲੱਸ ਉਹਨੇ ਬੀਬਾ ਜੀ ਨੇ ਇੱਕ ਹੋਰ ਇਲਜ਼ਾਮ ਲਗਾਇਆ ਹੈ ਕਿ 6000 ਕਰੋੜ ਰੁਪਇਆ ਪੰਜਾਬ ਦੇ ਕੋਲ ਐਮਰਜੈਂਸੀ ਫੰਡ ਪਿਆ ਹੈ ਵੀ ਉਹਦਾ ਉਹ ਯੂਟੀਲਾਈਜ਼ ਨਹੀਂ ਕਰ ਰਹੇ। ਕਿਉਂਕਿ ਜਦੋਂ ਆਪਾਂ ਪ੍ਰਾਈਮ ਮਿਨਿਸਟਰ ਫੰਡ ਦੀ ਗੱਲ ਕਰਦੇ ਸੀ ਤਾਂ ਉਦੋਂ ਵੀ ਇਹ ਗੱਲ ਛਿੜੀ ਸੀ ਵੀ 2000 ਕਰੋੜ ਸੈਂਟਰ ਦੇ ਕੋਲੋਂ ਪਿਆ, ਸੈਂਟਰ ਉਹ ਯੂਜ਼ ਨਹੀਂ ਕਰ ਰਿਹਾ। ਇੱਕ ਨਵਾਂ ਹੀ ਫੰਡ ਪ੍ਰਾਈਮ ਮਿਨਿਸਟਰ ਕੇਅਰ ਲਗਾਤਾ। ਆਪਾਂ ਨੇ ਉੱਥੇ ਵੀ ਗੱਲ ਕੀਤੀ ਸੀ ਉਸ ਦੌਰਾਨ। ਕਿਉਂ ਇਹ ਗੱਲਾਂ ਜਿਹੜੀਆਂ ਆ ਰਹੀਆਂ ਕੀ ਸੱਚ ਹੈ? ਕੈਪਟਨ ਸਾਹਿਬ ਸੱਚ ਬੋਲ ਰਹੇ ਕਿ ਬੀਬਾ ਸੱਚ ਬੋਲ ਰਹੀ ਹੈ? ਅੱਜ ਕੱਲ੍ਹ ਕਾਫੀ ਅਗਰੈਸਿਵ ਹੋਈ ਆ। ਥੈਂਕ ਯੂ ਜੀ, ਬਸ ਇਹੀ ਮੈਂ ਕਹਿਣਾ। ਧੰਨਵਾਦ ਜੀ ਢਿੱਲੋਂ ਸਾਹਿਬ। ਬਿਲਕੁਲ ਜੀ ਗੱਲ ਇਹ ਵੀ ਸੱਚ ਕੌਣ ਬੋਲਦਾ ਦੋਨਾਂ ਦੇ ਵਿੱਚੋਂ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਇਹ ਉਹਨਾਂ ਦੀ ਜ਼ਮੀਰ ਨਾਲ ਗੱਲ ਜੁੜੀ ਹੋਈ ਹੈ ਜੀ। ਲੇਕਿਨ ਕੁਝ ਇੱਕ ਗੱਲਾਂ ਹੈ ਜਿਹੜੀਆਂ ਗੱਲਾਂ ਬਿਲਕੁਲ ਜਿਹੜੀ ਹੈ ਕੰਧ ਦੇ ਉੱਤੇ ਲਿਖੀਆਂ ਹੋਈਆਂ ਕਿ ਕੀ ਹੈ। ਤੁਹਾਨੂੰ ਪਤਾ ਵੀ ਜਦੋਂ GST ਸ਼ੁਰੂ ਹੋ ਗਈ ਸੀ ਉਦੋਂ ਲਗਭਗ ਸਾਰੇ ਟੈਕਸ ਖਤਮ ਹੋ ਗਏ ਸੀ ਤੇ GST ਸਟੇਟਾਂ ਦੇ ਵਿੱਚੋਂ ਉਗਰਾਈ ਜਾਂਦੀ ਹੈ। ਸਟੇਟਾਂ ਦੇ ਵਿੱਚੋਂ ਉਗਰਾ ਕੇ ਸੈਂਟਰ ਉਹ ਸਾਰਾ ਪੈਸਾ ਆਪਣੇ ਕੋਲੇ ਲੈ ਜਾਂਦਾ, ਭਾਵੇਂ ਸਟੇਟ ਦੀ ਮਸ਼ੀਨਰੀ ਉਹ ਉਗਰਾਉਂਦੀ ਹੈ। ਬਾਅਦ ਵਿੱਚ ਸਟੇਟ ਦਾ ਹਿੱਸਾ ਉਹਨਾਂ ਨੂੰ ਦਿੱਤਾ ਜਾਂਦਾ ਹੈ। ਅੱਜ ਇੱਕ ਹੋਰ ਖਬਰ ਜਿਹੜੀ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਕਿ ਕੱਲ ਜਿਹੜੀ ਕੈਬਨਿਟ ਸਬ ਕਮੇਟੀ ਦੀ ਇੱਕ ਮੀਟਿੰਗ ਹੋਈ ਸੀ ਉਹਦੇ ਵਿੱਚ ਵਿਚਾਰ ਕੀਤਾ ਗਿਆ ਸੀ ਕਿ ਅਸੀਂ ਕੀ ਕਰੀਏ ਪੈਸੇ ਦੀ ਇਸ ਵੇਲੇ, ਕਿਉਂਕਿ ਸਾਰੀ ਪ੍ਰੋਡਕਸ਼ਨ ਤਾਂ ਬੰਦ ਹੈਗੀ, ਕਿਸੇ ਕਿਸਮ ਦਾ ਪੈਸਾ ਆ ਨਹੀਂ ਰਿਹਾ, ਆਵਾਜਾਈ ਸਾਰੀ ਠੱਪ ਹੈ, ਰੈਵਨਿਊ ਬਿਲਕੁਲ ਨਹੀਂ ਆ ਰਿਹਾ, ਇੱਕ ਆਨਾ ਤੇ ਪੈਸਾ ਲੱਗ ਰਿਹਾ। ਇਹਦਾ ਹਿਸਾਬ ਕਿਤਾਬ ਕੀ ਕਰੀਏ ਤਾਂ ਉਹ ਹਿਸਾਬ ਕਿਤਾਬ ਕਰਦੇ ਆ। ਉਹਨਾਂ ਨੇ ਜੂਨ ਮਹੀਨੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਦਾ ਜਿਹੜਾ ਹਿਸਾਬ ਕਿਤਾਬ ਹੈ, ਜਿਹੜਾ ਬਜਟ ਸੀ ਸਾਡਾ, ਉਹ ਬਜਟ ਦੇ ਵਿੱਚੋਂ 1600 ਕਰੋੜ ਰੁਪਈਆ ਜਿਹੜਾ ਉਹਦੇ ਤੇ ਕੱਟ ਲਾਤੀ ਹੈ। ਕੁਝ ਖਾਸ ਮਹਿਕਮਿਆਂ ਨੂੰ ਛੱਡ ਕੇ ਜਿਵੇਂ ਹੈਲਥ ਡਿਪਾਰਟਮੈਂਟ ਹੈ, ਹੈਲਥ ਐਜੂਕੇਸ਼ਨ ਹੈ, ਪੁਲਿਸ ਹੈ ਜਾਂ ਤੁਹਾਡਾ ਐਗਰੀਕਲਚਰ ਹੈ, ਇਹਨਾਂ ਨੂੰ ਛੱਡ ਕੇ ਬਾਕੀ ਸਾਰੇ ਮਹਿਕਮਿਆਂ ਦੇ ਜਿਹੜੇ ਪੈਟਰੋਲ ਤੇ ਡੀਜ਼ਲ ਦੇ ਬਿੱਲ ਹੈ ਉਹਨਾਂ ਦੇ ਉੱਤੇ ਕੱਟ ਲਾ ਕੇ 1650 ਕਰੋੜ ਰੁਪਈਆ ਕੱਢਿਆ।
ਇਹ ਕਿਹਾ ਉਹਨਾਂ ਨੇ ਕਿ ਇਹ 31 ਮਈ ਤੱਕ ਆ, ਜੂਨ ਮਹੀਨੇ ਦੇ ਵਿੱਚ ਅਸੀਂ ਇਹਦੇ ਤੇ ਫੇਰ ਵਿਚਾਰ ਕਰਾਂਗੇ ਕਿ ਇਹ ਕੱਟ ਬੰਦ ਕਰਨੀ ਹੈ ਕਿ ਕੱਟ ਅੱਗੇ ਲਾਉਣੀ ਹੈ ਜੀ। ਨਾਲ ਦੋ ਗੱਲਾਂ ਹੋਰ ਕਹੀਆਂ ਉਹਨਾਂ ਨੇ ਜੀ। ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ, ਸੈਂਟਰ ਨੂੰ ਚਿੱਠੀ ਲਿਖੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿ ਕਿਰਪਾ ਕਰਕੇ ਸਾਡਾ 4400 ਕਰੋੜ ਰੁਪਈਆ GST ਦਾ ਜਿਹੜਾ ਤੁਹਾਡੇ ਕੋਲੇ ਫਸਿਆ ਪਿਆ ਉਹ ਸਾਨੂੰ ਜਾਰੀ ਕਰੋ ਜੀ। ਨਾਲ ਉਹਨਾਂ ਨੇ ਗੱਲ ਕਹੀ ਹੈ ਕਿ 3000 ਕਰੋੜ ਰੁਪਈਆ ਸਾਨੂੰ ਤੁਸੀਂ ਇੰਟਰਮ ਜਿਹੜਾ ਹੈਗਾ ਕੰਪਨਸੇਸ਼ਨ ਅੰਤਰਮ ਮੁਆਵਜ਼ਾ ਦਿਓ, ਕਿਉਂਕਿ ਅਪ੍ਰੈਲ ਦਾ ਮਹੀਨਾ ਚੱਲ ਰਿਹਾ, ਅਪ੍ਰੈਲ ਦੇ ਮਹੀਨੇ 'ਚ ਸਾਡੇ ਕੋਲ ਕੋਈ ਆਮਦਨ ਨਹੀਂ ਆਈ, ਪੈਸਾ ਤੁਹਾਡੇ ਕੋਲੇ ਪਿਆ ਤੇ ਤੁਸੀਂ ਸਾਨੂੰ ਪੈਸਾ ਦਿਓ। ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਗੱਲ ਕਰ ਚੁੱਕੇ ਹਾਂ ਬਿਲਗਾ ਸਾਹਿਬ, ਤੁਸੀਂ ਵੀ ਉਹਦੇ ਵਿੱਚ ਯੋਗਦਾਨ ਪਾਇਆ ਕਿ ਪੈਸੇ ਦੀ ਕੋਈ ਕਮੀ ਨਹੀਂ, ਵਿਦੇਸ਼ੀ ਮੁਦਰਾ ਸਾਡੇ ਕੋਲੇ ਬਹੁਤ ਪਈ ਹੈ ਜੀ। ਵਿਦੇਸ਼ੀ ਬੈਂਕਾਂ ਦੇ ਵਿੱਚ ਸਾਡਾ ਪੈਸਾ ਪਿਆ, ਸਾਡੇ ਕੋਲੇ RBI ਦਾ ਵੀ ਪਿਆ ਹੈ, RBI ਨੇ ਕੁਝ ਪੈਸਾ ਕੱਢਿਆ ਵੀ ਹੈ ਉਹ, ਪਰ ਜਿੱਥੇ ਕੱਢ ਕੇ ਆਉਣਾ ਚਾਹੀਦਾ ਸੀਗਾ ਖੁਦ ਗਰੀਬ ਤਬਕੇ ਕੋਲੇ ਉਹਨਾਂ ਦੀ ਪਰਚੇਜ਼ ਕੈਪੈਸਿਟੀ ਵਧਾਉਣ ਵਾਸਤੇ ਉੱਥੇ ਨਹੀਂ ਪਹੁੰਚਿਆ, ਉਹ ਬੈਂਕਾਂ ਨੂੰ ਦੇ ਦਿੱਤਾ। ਬੈਂਕਾਂ ਨੇ ਕਿਹਨਾਂ ਨੂੰ ਦੇਣਾ ਨਹੀਂ ਦੇਣਾ ਤੁਹਾਨੂੰ ਪਤਾ ਵੀ ਜਿਸ ਤਰ੍ਹਾਂ ਹੁੰਦੀ ਉਵੇਂ ਹੀ ਹੁੰਦਾ ਹੈ। ਸੋ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਇੰਟਰਮ ਜਿਹੜਾ ਹੈਗਾ ਮੁਆਵਜ਼ਾ ਤੁਸੀਂ ਦਿਓ 3000 ਕਰੋੜ ਰੁਪਏ ਦਾ। ਅਗਲੀ ਗੱਲ ਉਹਨਾਂ ਨੇ ਨਾਲ ਗੱਲ ਕੀਤੀ ਸੀ ਕਿ 17 ਕਰੋੜ ਰੁਪਈਆ ਰੋਜ਼ ਸਾਨੂੰ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ ਸ਼ਰਾਬ ਦੀਆਂ ਦੁਕਾਨਾਂ ਬੰਦ ਹੋਣ ਕਰਕੇ। ਸੋ ਸ਼ਰਾਬ ਦੇ ਠੇਕੇ ਖੋਲਣ ਦੀ ਵੀ ਇਜਾਜ਼ਤ ਦਿੱਤੀ ਜਾਵੇ ਪੰਜਾਬ ਦੇ ਵਿੱਚ, ਅਸੀਂ ਇਹਨੂੰ ਠੀਕ ਤਰੀਕੇ ਨਾਲ ਖੋਲ ਸਕੀਏ ਜੀ। ਇਹ ਜਿਹੜੀਆਂ ਗੱਲਾਂ ਦੱਸਦੀਆਂ ਨੇ ਕਿ ਵੀ ਉਹ ਤਾਂ ਕਹਿੰਦਾ ਵੀ ਥੜੇ ਨਾ ਚੜ੍ਹ, ਤੇ ਉਹ ਕਹਿੰਦੀ ਹੈ ਪੂਰਾ ਤੋਲ। ਬੀਬੀ ਕਹਿੰਦੀ ਹੈ 900 ਕਰੋੜ ਰੁਪਇਆ ਆ ਗਿਆ, ਵੱਖ-ਵੱਖ ਥਾਵਾਂ ਤੇ ਪਿਆ ਹੋਇਆ। ਇਹ ਤਾਂ ਇਹ ਬਿਆਨ ਦੇਵੇ ਸਾਡੀ ਜਿਹੜੀ ਹੈਗੀ ਹੈ ਵਿੱਤ ਮੰਤਰੀ ਮੈਡਮ ਨਿਰਮਲਾ ਸੀਤਾਰਮਨ ਕਿ ਜੀ ਅਸੀਂ ਪੈਸਾ ਫਲਾਣੇ 'ਚ ਪਾਤਾ, ਸਾਰੀ ਕਾਰਵਾਈ ਕੀਤੀ ਹੈ। ਬੀਬੀ ਕਹਿੰਦੀ ਹੈ ਕਿ ਸਾਡੀ ਆ ਗਈ, ਮੈਂ ਕੇਂਦਰੀ ਵਜ਼ੀਰ ਆ, ਮੈਨੂੰ ਪਤਾ। ਉਹਦੇ ਕੋਲੇ ਫੂਡ ਪ੍ਰੋਸੈਸਿੰਗ ਡਿਪਾਰਟਮੈਂਟ ਹੈ, ਫੂਡ ਪ੍ਰੋਸੈਸਿੰਗ ਡਿਪਾਰਟਮੈਂਟ ਬਾਰੇ ਉਹਨੂੰ ਜ਼ਰੂਰ ਪਤਾ ਹੋਊਗਾ। ਇਹਦੇ ਤੇ ਪ੍ਰਤੀਕਰਮ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਔਰ ਉਹਨੇ ਬੜਾ ਸਖਤ ਲਫ਼ਜ਼ ਇਸਤੇਮਾਲ ਕੀਤੇ ਸੀ ਬੀਬੀ ਦੇ ਬਾਰੇ 'ਚ ਕਿ ਇਹਨੂੰ ਪਤਾ ਨਹੀਂ ਸ਼ਤਾ ਨਹੀਂ, ਇਹ ਐਵੇਂ ਜੋ ਮੂੰਹ 'ਚ ਆਉਂਦਾ ਉਹ ਬੋਲੀ ਜਾਂਦੀ ਹੈ। ਉਹ ਤੋਂ ਬਾਅਦ ਫਿਰ ਤੁਸੀਂ ਦੇਖਿਆ ਹੋਣਾ ਅਕਾਲੀ ਦਲ ਦੇ ਦੋ ਲੀਡਰਾਂ ਦਾ, ਵੱਡੇ ਲੀਡਰਾਂ ਦਾ ਬਿਆਨ ਆਇਆ ਸੀ। ਇੱਕ ਬਲਵਿੰਦਰ ਸਿੰਘ ਭੁੱਲਰ ਸੀ, ਦੂਜਾ ਸ਼ਾਇਦ ਮਹੇਸ਼ਿੰਦਰ ਸਿੰਘ ਗਰੇਵਾਲ ਸੀ। ਉਹਨਾਂ ਨੇ ਕਿਹਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਣ ਦੀ ਜਿਹੜੀ ਤਮੀਜ਼ ਹੈ ਨਹੀਂ, ਇਹ ਬੀਬੀਆਂ ਪ੍ਰਤੀ ਮੰਦੀ ਭਾਸ਼ਾ ਬੋਲਦਾ ਹੈ। ਹੁਣ ਜੇ ਬੀਬੀ, ਜੇ ਆਪਾਂ ਦੇਖੀਏ ਬੀਬੀ ਹਰਸਿਮਰਤ ਕੌਰ ਬਾਦਲ ਦਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਰਿਸ਼ਤਾ ਕੀ ਹੈ, ਲੋਕ ਦੱਸਣ ਵਾਲੇ ਦੱਸਦੇ ਹੈ ਕਿ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਪਿਤਾ ਸਰਦਾਰ ਸਤਿਆਜੀਤ ਸਿੰਘ ਆਪਣੇ ਨੇ ਮਜੀਠੀਆ ਨੇ, ਸਤਿਆਜੀਤ ਸਿੰਘ ਮਜੀਠੀਆ ਨੇ ਇੰਟਰਕਾਸਟ ਮੈਰਿਜ ਕੀਤੀ ਸੀ, ਉਸ ਵੇਲੇ ਪਰਿਵਾਰ ਦੇ ਵਿੱਚ ਬਖੇੜਾ ਪੈ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨਾਲ ਉਹਦੀ ਦੋਸਤੀ ਹੁੰਦੀ ਸੀ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਆਪਣੇ ਮਹਿਲ ਦੇ ਵਿੱਚ ਠਹਿਰਾਇਆ ਸੀ, ਮੀਆਂ ਬੀਬੀ ਨੂੰ। ਧੂਰੀ ਵਾਲੀ ਖੰਡ ਮਿੱਲ ਜਿਹੜੇ ਸਾਡੇ ਸਰੋਤੇ ਜਾਣਦੇ ਹੈ, ਉਹ ਧੂਰੀ ਵਾਲੀ ਖੰਡ ਮਿੱਲ ਇਹਨਾਂ ਦੇ ਰਿਸ਼ਤੇਦਾਰਾਂ ਦੀ ਸੀ। ਉਹਨਾਂ ਰਿਸ਼ਤੇਦਾਰਾਂ ਨੇ ਸਤਿਆਜੀਤ ਸਿੰਘ ਨੂੰ ਕਹਿਤਾ ਸੀ ਕਾਕਾ ਜੀ ਤੁਸੀਂ ਚਲਾ ਲਓ ਇਹਨੂੰ, ਔਰ ਇਹਦੇ ਵਿੱਚ ਚਲਾ ਕੇ ਜਿਹੜੀ ਤੁਹਾਨੂੰ ਆਮਦਨ ਆਉਂਦੀ ਹੈ ਉਹਦੇ ਨਾਲ ਤੁਸੀਂ ਆਪਣਾ ਖਰਚਾ ਪੱਠਾ ਕਰ ਲਓ। ਦੱਸਣ ਵਾਲੇ ਲੋਕ, ਪੁਰਾਣੇ ਲੋਕ ਇਹ ਦੱਸਦੇ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਦਾ ਵਰਤ ਹੀ ਮੋਤੀ ਮਹਿਲ ਦੇ ਵਿੱਚ ਹੋਇਆ ਹੈ। ਔਰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਅਖਬਾਰਾਂ ਦੇ ਵਿੱਚ ਖਬਰਾਂ ਲੱਗ ਚੁੱਕੀਆਂ ਕਿ ਆਮ ਤੌਰ ਤੇ ਜਨਤਕ ਥਾਵਾਂ ਤੇ ਜਦੋਂ ਇਕੱਠੇ ਹੁੰਦੇ ਹੈ, ਵਿਕਰਮ ਮਜੀਠੀਆ ਕੈਪਟਨ ਅਮਰਿੰਦਰ ਸਿੰਘ ਦੇ ਗੋਦੀ ਹੱਥ ਲਾਉਂਦਾ ਹੈ ਔਰ ਉਹ ਉਹਨਾਂ ਨੂੰ ਚਾਚਾ ਜੀ ਕਹਿੰਦਾ ਹੈ। ਜਦੋਂ ਉਹਨੇ ਪਾਰਲੀਮੈਂਟ ਦੀ ਚੋਣ ਲੜੀ ਹੈ ਉਸ ਵੇਲੇ ਵੀ ਤੁਸੀਂ ਦੇਖਿਆ ਹੋਣਾ, ਜਦੋਂ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੀ ਡੈਥ ਹੋਈ ਹੈ, ਕੈਪਟਨ ਅਮਰਿੰਦਰ ਸਿੰਘ ਇਹਨਾਂ ਦੇ ਬੈਠਣ ਵਾਸਤੇ ਆਇਆ। ਮੈਂ ਉਸ ਵੇਲੇ ਬਿਲਕੁਲ ਅੰਦਰ ਸੀ, ਪ੍ਰਕਾਸ਼ ਸਿੰਘ ਬਾਦਲ ਬੈਠੇ ਹੈ, ਕੈਪਟਨ ਅਮਰਿੰਦਰ ਸਿੰਘ ਬੈਠੇ ਹੈ। ਬੀਬਾ ਹਰਸਿਮਰਤ ਕੌਰ ਬਾਦਲ ਜਦੋਂ ਅੰਦਰੋਂ ਆਉਂਦੀ ਹੈ ਭੱਜ ਕੇ ਆ ਕੇ ਉਹ ਮਿਲਦੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ, ਉਹ ਉਹਨੂੰ ਆਪਣੀ ਜੱਫੀ 'ਚ ਲੈਂਦਾ ਹੈ ਤੇ ਉਹਦੇ ਮੋਢੇ ਤੇ ਹੱਥ ਮਾਰ ਕੇ ਕਹਿੰਦਾ ਉਹ ਤੂੰ ਐਡੀ ਹੋ ਗਈ, ਤੂੰ ਤਾਂ ਬਹੁਤ ਛੋਟੀ ਜਿਹੀ ਹੁੰਦੀ ਸੀ। ਤੇ ਉਹ ਹੱਸ ਕੇ ਕਹਿੰਦੀ ਹੈ ਜੀ ਇਹ ਮੇਰੀ ਬੇਟੀ ਹੈ, ਆਪਣੀ ਬੇਟੀ ਨੂੰ ਇੰਟਰੋਡਿਊਸ ਕਰਦੀ ਹੈ। ਬੇਟੀ ਵੀ ਉਹਦੇ ਗੋਦੀ ਹੱਥ ਲਾਉਂਦੀ ਹੈ। ਉਹ ਤਸਵੀਰ ਉਦੋਂ ਜਿਹੜੀ ਲਈ ਗਈ ਸੀ, ਬਾਅਦ ਦੇ ਵਿੱਚ ਉਹ ਤਸਵੀਰ ਤੁਹਾਡੀ ਯਾਦ ਹੋਣਾ, ਫਿਰ ਉਹ ਵਾਇਰਲ ਹੋਈ ਸੀ। ਉਦੋਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਹੁੰਦੇ ਸੀਗੇ ਕਿ ਇਹ ਕੁੜੀ ਨੇ ਪੈਰੀ ਹੱਥ ਤਾਂ ਲਾਏ ਹੈ ਕਿਉਂਕਿ ਇਹਦਾ ਰਿਸ਼ਤਾ ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਨਾਲ ਹੋ ਗਿਆ। ਇਹ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਵੇਲੇ ਕਹਿੰਦੇ ਰਹੇ ਹੈ। ਉਦੋਂ ਫਿਰ ਕੈਪਟਨ ਦੇ ਮੁੰਡੇ ਨੇ, ਰਾਣਿੰਦਰ ਨੇ ਆਪ ਲੰਬੀ ਹਲਕੇ 'ਚ ਕਿਹਾ ਸੀ ਕਿ ਮੇਰਾ ਬੱਚਾ ਤਾਂ ਹਲੇ ਸਕੂਲ ਗੋਇੰਗ ਹੈ, ਇਹ ਲੜਕੀ ਗ੍ਰੈਜੂਏਸ਼ਨ ਕਰ ਚੁੱਕੀ ਹੈ, ਵਗੈਰਾ ਵਗੈਰਾ ਸਾਰੀਆਂ ਗੱਲਾਂ ਹੁੰਦੀਆਂ ਸੀ। ਰਿਸ਼ਤੇ ਹੁਣ ਇਸ ਕਿਸਮ ਦੇ ਹੈ, ਪਰ ਇਹਨਾਂ ਰਿਸ਼ਤਿਆਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਜੇ ਕੋਈ ਬੰਦਾ ਅਪਸ਼ਬਦ ਬੋਲ ਸਕਦਾ। ਮੇਰਾ ਖਿਆਲ ਹੈ ਕੋਈ ਵੀ ਵੱਡਾ ਬੰਦਾ ਜਿਹੜਾ ਉਮਰ 'ਚ ਵੱਡਾ ਹੋਵੇ, ਬੱਚੇ ਨੂੰ ਕਦੇ ਅਪਸ਼ਬਦ ਨਹੀਂ ਬੋਲਦਾ। ਔਰ ਇਲਜ਼ਾਮ ਇਹ ਵੀ ਲੱਗਦੇ ਕਿ ਰਿਸ਼ਤੇਦਾਰੀਆਂ ਮਿਲ ਰਹੀਆਂ ਇਹਨਾਂ ਦੀਆਂ ਸਾਂਝਾਂ ਪੁਰਾਣੀਆਂ, ਤੇ ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਪ੍ਰਤੀ ਥੋੜਾ ਜਿਹਾ ਜਿਹੜਾ ਹੈਗਾ
ਨਰਮ ਚੱਲਦਾ ਹੈ। ਇਹ ਜੀ। ਸਾਰੀਆਂ ਗੱਲਾਂ ਹੈਗੀਆਂ। ਸੋ ਇਹਨਾਂ 'ਚ ਸੱਚ ਚਾਚਾ ਬੋਲਦਾ ਕਿ ਭਤੀਜੀ ਬੋਲਦੀ ਹੈ, ਇਹ ਤਾਂ ਜਾਣਦੇ ਉਹ। ਲੇਕਿਨ ਜੋ ਗੱਲਾਂ ਪਈਆਂ ਨਹੀਂ ਉਹਨਾਂ ਗੱਲਾਂ ਤੋਂ ਇਹ ਪਤਾ ਲੱਗਦਾ ਹੈ ਕਿ ਜਿਹੜੀ ਹੈਗੀ ਹੈ ਰਾਜਨੀਤੀ ਖੇਡੀ ਜਾ ਰਹੀ ਹੈ। ਕਰੋਨਾ ਵਰਗੀ ਬਿਮਾਰੀ ਜਦੋਂ ਮਹਾਮਾਰੀ ਫੈਲੀ ਹੋਈ ਹੈ, ਇਹ ਮਹਾਮਾਰੀ ਦੇ ਉੱਤੇ ਵੀ ਸਿਆਸੀ ਰੋਟੀਆਂ ਸੇਕਣ ਦਾ ਯਤਨ ਹੋ ਰਿਹਾ। ਪੰਜਾਬ ਦੀ ਰਾਜਨੀਤੀ ਦਾ ਮੇਰਾ ਖਿਆਲ ਵੀ ਏਦੋਂ ਘਟੀਆ ਦੁਖਾਂਤ ਹੋਰ ਕੋਈ ਹੋ ਨਹੀਂ ਸਕਦਾ। ਬਿਲਕੁਲ ਜੀ, ਬਿਲਕੁਲ ਵਾਕਿਆ ਗੱਲ ਸੀ ਢਿੱਲੋਂ ਸਾਹਿਬ। ਆਪਾਂ ਚੱਲਦੇ ਜੀ ਅਗਲੀ ਖਬਰ ਤੇ। ਮੁਸਲਮਾਨਾਂ ਨੂੰ ਬਦਨਾਮ ਕਰਨ ਵਿਰੁੱਧ ਇਸਲਾਮਿਕ ਤਾਲਮੇਲ ਸੰਗਠਨ ਨੇ ਭਾਰਤ ਕੋਲ ਦਰਜ ਕਰਵਾਇਆ ਇਤਰਾਜ਼। ਆਪਾਂ ਕੱਲ ਵੀ ਇਸ ਵਿਸ਼ੇ ਤੇ ਥੋੜੀ ਜਿਹੀ ਤੁਸੀਂ ਟਿੱਪਣੀ ਕੀਤੀ ਸੀ ਜੀ। ਬਿਲਕੁਲ ਜੀ, ਇਹਨੂੰ ਜਿਹੜੇ ਕਿ OIC ਵੀ ਕਹਿ ਦਿੰਦੇ ਹੈ, ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ। 57 ਦੇਸ਼ ਹੈ। ਕੱਲ ਮੈਂ ਥੋੜੀ ਜਿਹੀ ਟਿੱਪਣੀ ਇਹ ਕੀਤੀ ਸੀ ਕਿ ਸਾਡੇ ਕੁਝ ਲੋਕਾਂ ਨੇ ਅਜਿਹੇ ਸ਼ਬਦ ਇਸਤੇਮਾਲ ਕੀਤੇ ਹੈ ਜਿਨ੍ਹਾਂ ਸ਼ਬਦਾਂ ਦੀ ਵਜ੍ਹਾ ਕਾਰਨ ਜਿਹੜੇ ਇਸਲਾਮ ਜੀ ਹੈਲੋ ਸ਼ਾਇਦ ਢਿੱਲੋਂ ਸਾਹਿਬ ਉਹਨਾਂ ਦੀ ਜਿਹੜੀ ਕਾਲ ਆ ਉਹ ਕੱਟੀ ਗਈ ਹੈ ਜੀ। ਕੋਈ ਗੱਲ ਨਹੀਂ, ਆਪਾਂ ਗੱਲਬਾਤ ਕਰਦੇ ਹਾਂ। ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ ਜੀ। 905 405 0002 ਤੇ 905 405 0002 ਤੇ ਕਾਲ ਕਰ ਸਕਦੇ ਹੋ। ਤੇ ਲਿਸਨ ਲਾਈਵ ਨੰਬਰ ਹੈ ਜੀ ਅਮਰੀਕਾ ਦਾ 515 605 9560 ਤੇ ਆਪਾਂ ਗੱਲਬਾਤ ਕਰ ਰਹੇ ਸੀ ਕੀ ਕੁਛ ਘਟਿਆ ਵਾਪਰਿਆ। ਜੀ ਢਿੱਲੋਂ ਸਾਹਿਬ ਆ ਗਏ ਹੋ ਤੁਸੀਂ? ਹੈਲੋ 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 ਹਾਂਜੀ ਢਿੱਲੋਂ ਸਾਹਿਬ ਹੈਲੋ। ਸ਼ਾਇਦ ਢਿੱਲੋਂ ਸਾਹਿਬ ਉਹਨਾਂ ਦੀ ਜਿਹੜੀ ਕਾਲ ਆ ਉਹ ਕੱਟੀ ਗਈ ਸੀ ਜੀ। ਤੇ ਆਪਾਂ ਦੁਬਾਰਾ ਟਰਾਈ ਕਰਦੇ ਹਾਂ ਕਿਉਂਕਿ ਕਈ ਵਾਰੀ ਤੁਹਾਨੂੰ ਪਤਾ ਹੀ ਆ ਉੱਥੇ ਸਿਸਟਮ ਕਿੱਦਾਂ ਦਾ ਆ, ਉਹਦੇ ਨਾਲ ਵੀ ਥੋੜੀ ਪ੍ਰੋਬਲਮ ਆ ਰਹੀ ਆ। ਤੇ ਬਹੁਤ ਜਲਦੀ ਆਪਣੇ ਨਾਲ ਜੁੜਨਗੇ। ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ ਜੀ 905 405 0002 ਤੇ ਜਾਂ 905 867 2770। ਆ ਜਿਹੜੇ ਕਰੋਨਾ ਵਾਇਰਸ ਨੂੰ ਲੈ ਕੇ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਜੀ। ਆ ਜਿਹੜਾ ਮੀਟ ਪਲਾਂਟ ਸੀਗਾ ਅਲਬਰਟਾ ਦੇ ਵਿੱਚ, ਉਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਉਹ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ। ਤਾਂ ਆਪਾਂ ਦੇਖਦੇ ਹਾਂ ਜੀ ਢਿੱਲੋਂ ਸਾਹਿਬ। ਹੈਲੋ ਹੈਲੋ ਸ਼ਾਇਦ ਉਹਨਾਂ ਦੀ ਜਿਹੜੀ ਨਹੀਂ ਆ ਰਹੀ ਹੈ ਜੀ। ਤੇ ਆਪਾਂ ਟਰਾਈ ਕਰ ਰਹੇ ਹਾਂ ਦੁਬਾਰਾ ਫਿਰ। ਸ਼ਾਇਦ ਜਦੋਂ ਕਾਲ ਜੁੜਦੀ ਆ ਤਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ। ਉਹ ਪਲਾਂਟ ਬੰਦ ਕਰ ਦਿੱਤਾ ਗਿਆ ਤੇ ਉਸ ਪਲਾਂਟ ਨੂੰ ਕਾਫੀ ਜਿਹੜੇ ਬੰਦੇ ਉਹਦੇ 'ਚ ਅਫੈਕਟਡ ਪਾਏ ਗਏ। 4500 ਜਿਹੜੇ ਜਾਨਵਰ ਉਹਦੇ ਵਿੱਚ ਜਿਹੜੀ ਕੱਟਿਆ ਜਾਂਦਾ ਸੀ ਜੀ ਇੱਕ ਦਿਨ ਦੇ ਵਿੱਚ। ਬਹੁਤ ਜ਼ਿਆਦਾ ਮੀਟ ਦੀ ਸਪਲਾਈ ਹੁੰਦੀ ਸੀਗੀ। ਹਰਜਿੰਦਰ ਸਿੰਘ ਧਨਵਾਹ ਹੁਣੀ ਆਉਂਦੇ ਤਾਂ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਜੀ ਢਿੱਲੋਂ ਸਾਹਿਬ ਸਵਾਗਤ ਹੈ ਤੁਹਾਡਾ ਜੀ। ਹਾਂਜੀ ਧੰਨਵਾਦ ਜੀ। ਮੈਨੂੰ ਨਹੀਂ ਪਤਾ ਲੱਗਿਆ ਕਿ ਆਪਣਾ ਕਨੈਕਸ਼ਨ ਕਦੋਂ ਕੱਟਿਆ ਗਿਆ ਸੀ, ਡੀਲਿੰਕ ਹੋ ਗਈ ਸੀ ਜੀ। ਦੁਬਾਰਾ ਹੀ ਸ਼ੁਰੂ ਕਰ ਰਹੇ ਨੇ ਜੀ ਖਬਰ। ਹਾਂਜੀ ਹਾਂਜੀ ਬਿਲਕੁਲ ਹਾਲੇ ਸਟਾਰਟਿੰਗ ਚ ਸੀ ਜੀ ਆਪਾਂ ਜਿਹੜੀ ਮੁਸਲਮਾਨਾਂ ਨੂੰ ਬਦਨਾਮ ਕਰਨ ਵਾਲਾ। ਹਾਂਜੀ ਇਸਲਾਮਿਕ ਤਾਲਮੇਲ। ਹਾਂਜੀ ਉਹਦੇ ਚ ਜਿਹੜਾ ਜੀ 57 ਮੁਲਕਾਂ ਦੀ ਜਿਹੜੀ ਆਰਗੇਨਾਈਜੇਸ਼ਨ OIC ਉਹਦਾ ਜਿਹੜਾ ਹੁਣ ਬਿਆਨ ਆਇਆ ਜੀ, ਉਸ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਰੋਨਾ ਦੇ ਬਹਾਨੇ ਭਾਰਤ 'ਚ ਘੱਟ ਗਿਣਤੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਘੱਟ ਗਿਣਤੀ ਭਾਈਚਾਰੇ ਦੇ ਹੱਕਾਂ ਦੀ ਰਾਖੀ ਤੋਂ ਇਲਾਵਾ ਇਸਲਾਮੋਫੋਬੀਆ ਤੇ ਵੀ ਰੋਕ ਲਾਵੇ ਜੀ। ਔਰ ਇਹ ਜਦੋਂ ਸਟੇਟਮੈਂਟ ਆ ਗਈ ਤੇ ਇਹਦੇ ਪ੍ਰਤੀਕਰਮ ਦੇ ਵਿੱਚ ਮੁਖਤਾਰ ਅਬਾਸ ਨਕਵੀ ਹੈ ਇੱਕ ਸਾਡੇ ਕੇਂਦਰ ਦੇ ਵਿੱਚ ਵਜ਼ੀਰ ਜੀ। ਤੇ ਇਹ ਨਕਵੀ ਸਾਹਿਬ ਉਹ ਵਜ਼ੀਰ ਹੈ ਜਿਹੜੇ ਵਜ਼ੀਰ ਹੈ ਸੋਚ ਕਹਿ ਸਕਦੇ ਆ ਵੀ ਇਹ ਹੈ ਮੁਸਲਮਾਨ। ਇੱਕ ਕਿਸਮ ਦਾ ਚਿਹਰਾ ਰੱਖੇ ਹੋਏ ਆ ਕਿ ਮੁਸਲਿਮ ਚਿਹਰਾ ਦਿਖਾਉਣ ਵਾਸਤੇ ਸਾਹਮਣੇ ਉਹਨਾਂ ਨੂੰ ਲੈ ਆਉਂਦੇ ਹੈ ਜੀ। ਉਹਨਾਂ ਨੇ ਇਹਨੂੰ ਜਿਹੜਾ ਹੈਗਾ ਇਸ ਬਿਆਨ ਨੂੰ ਕੰਟਰਾਡਿਕਟ ਕਰਨ ਦਾ ਯਤਨ ਕੀਤਾ। ਉਹਨਾਂ ਨੇ ਕਿਹਾ ਕਿ ਮੁਸਲਮਾਨਾਂ ਲਈ ਭਾਰਤ ਸਵਰਗ ਹੈ ਜੀ ਤੇ ਉਹਨਾਂ ਦੇ ਹੱਕ ਹਕੂਕ ਜਿਹੜੇ ਇੱਥੇ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇੱਕ ਪਾਸੇ ਤਾਂ ਇਹ ਗੱਲ ਕਹਿਤੀ, ਲੇਕਿਨ ਦੂਜੇ ਪਾਸੇ UAE 'ਚ ਅਰਬ ਜਿਹੜੇ ਹੈਗੇ ਯੂਨਾਈਟਿਡ ਅਰਬ ਅਮੀਰਾਤ ਦੇ ਵਿੱਚ ਜਿਹੜੇ ਸਾਡੇ ਰਾਜਦੂਤ ਹੈ ਜੀ ਪਵਨ ਕਪੂਰ ਨੇ ਉੱਥੇ ਇੱਕ ਜਿਹੜਾ ਟਵੀਟ ਕੀਤਾ ਹੈ। ਇਸ ਟਵੀਟ ਦੇ ਨਾਲ ਉਹਨੇ ਮੋਦੀ ਸਾਹਿਬ ਦਾ ਉਹ ਟਵੀਟ ਵੀ ਦੁਹਰਾਇਆ ਹੈ ਜਿਹੜਾ ਕਹਿੰਦਾ ਕਿ ਜਿਹੜਾ ਇਹ ਵਾਇਰਸ ਹੈ ਇਹ ਨਸਲ, ਧਰਮ, ਜਾਤ, ਭਾਸ਼ਾ ਦੇ ਆਧਾਰ ਤੇ ਪੱਖਪਾਤ ਨਹੀਂ ਕਰਦਾ ਜੀ। ਇਹ ਟਵੀਟ ਕਰਦਿਆਂ ਨਾਲ ਉਹਨਾਂ ਨੇ ਆਪਣੇ ਵੱਲੋਂ ਟਵੀਟ ਕੀਤਾ ਤੇ ਉਹਨਾਂ ਨੇ ਭਾਰਤੀਆਂ ਨੂੰ ਕਿਹਾ ਜਿਹੜੇ ਖਾੜੀ 'ਚ ਭਾਰਤੀ ਬੈਠੇ ਹੈ ਕਿ ਘੱਟੋ ਘੱਟ
ਤੁਸੀਂ ਇਸ ਕਿਸਮ ਦੀ ਕੋਈ ਵੀ ਗੱਲ ਨਾ ਕਰੋ ਜਿਹਦੇ ਵਿੱਚ ਇਹ ਪਤਾ ਲੱਗੇ ਕਿ ਤੁਸੀਂ ਕਿਸੇ ਫਿਰਕੇ ਦੇ ਨਾਲ ਵਿਤਕਰੇਬਾਜ਼ੀ ਕਰਦੇ ਹੋ। ਇਹ ਜਿਹੜਾ ਜੇ ਸਾਡਾ ਰਾਜਦੂਤ ਉੱਥੇ ਬੈਠ ਕੇ ਇਹ ਗੱਲ ਕਹਿੰਦਾ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਇਹ 57 ਮੁਲਕਾਂ ਦੀ ਆਰਗੇਨਾਈਜੇਸ਼ਨ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਜੀ, ਉਹਦਾ ਜਿਹੜਾ ਹੈਗਾ ਅਸਰ ਹੋਇਆ ਭਾਰਤ ਦੀ ਸਰਕਾਰ ਤੇ ਵੀ, ਔਰ ਭਾਰਤ ਦੀ ਜਿਹੜੀ ਹੈਗੀ ਹੈ ਵਿਦੇਸ਼ਾਂ ਦੇ ਵਿੱਚ ਜਿਹੜੀ ਮਸ਼ੀਨਰੀ ਹੈ, ਵਿਦੇਸ਼ ਮਸ਼ੀਨਰੀ ਹੈ, ਉਹਦੇ ਤੇ ਵੀ ਅਸਰ ਹੋਇਆ ਜੀ। ਇਹ ਤੋਂ ਪਹਿਲਾਂ ਵੀ ਜੇ ਆਪਾਂ ਜੰਗੀ ਸਾਹਿਬ ਦੇਖੀਏ ਤਾਂ ਸਾਡੇ ਕੁਝ ਇੱਕ ਬੰਦੇ ਜਿਹੜੇ ਬੜੇ ਆਪਣੇ ਆਪ ਨੂੰ ਸ਼ੇਰ ਸਮਝਦੇ ਹੈ, ਉਹਨਾਂ ਸ਼ੇਰਾਂ ਨੇ ਉੱਥੇ ਬੈਠ ਕੇ ਖਾੜੀ ਦੇ ਦੇਸ਼ਾਂ ਦੇ ਵਿੱਚ ਬੈਠ ਕੇ ਬੜੀਆਂ ਪੁੱਠੀਆਂ ਗੱਲਾਂ ਕਹੀਆਂ। ਇੱਕ ਗੌਰਵ ਉਪਾਧਿਆ ਨਾਂ ਦੇ ਸਾਡੇ ਸੱਜਣ ਹੈ ਭਾਰਤ ਦੇ, ਇਹ ਮਲਟੀ ਮਿਲੀਅਨ ਕੰਪਨੀ ਦੇ ਜਿਹੜੇ ਹੈਗੇ ਹੈ ਜੀ ਡਾਇਰੈਕਟਰ ਹੈ, ਉਹ ਚਲਾਉਂਦੇ ਹੈ ਜੀ। ਇਹਨਾਂ ਨੇ ਇੱਕ ਟਵੀਟ ਕਰਕੇ ਕਿਹਾ ਸੀ ਕਿ ਰੈਡੀਕਲ ਇਸਲਾਮੀ ਜਿਹੜੇ ਹੈਗੀ ਇਹ ਤਬਦੀਲੀ ਜਿਹੜੀ ਤਬਲੀਗੀ ਲੋਕ ਹੈਗੇ ਹੈ, ਤਬਲੀਗੀ ਜਮਾਤ ਹੈ ਜਿਹੜੀ, ਇਹ ਰੈਡੀਕਲ ਇਸਲਾਮੀ ਲੋਕ ਹੈ ਤੇ ਇਹ ਅੱਤਵਾਦੀ ਹੈ ਜੀ। ਤੇ ਨਾਲ ਉਹਨਾਂ ਨੇ ਕਿਹਾ ਸੀ ਕਿ ਜਾਂ ਤਾਂ ਸੁਧਰ ਜਾਣ ਤੇ ਨਹੀਂ ਫਿਰ ਇਹਨਾਂ ਨੂੰ ਸੁਧਾਰ ਦਿੱਤਾ ਜਾਊਗਾ ਜੀ। ਉਹਨੇ ਇਸ ਟਵੀਟ ਤੋਂ ਬਾਅਦ ਯੂਏ ਦੀ ਰਾਜਕੁਮਾਰੀ ਦਾ ਇੱਕ ਟਵੀਟ ਆਇਆ, ਉਹਨੇ ਕਿਹਾ ਕਿ ਜੋ ਲੋਕ ਸਾਡੇ ਦੇਸ਼ ਦੇ ਕਾਇਦੇ ਕਾਨੂੰਨਾਂ ਦੀ ਉਲੰਘਣਾ ਕਰਦੇ ਹੈ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਉਹ ਇੱਥੇ ਆ ਕੇ ਮੁਫਤ ਕੰਮ ਨਹੀਂ ਕਰਦੇ, ਉਹਨਾਂ ਨੂੰ ਇਹਦੇ ਬਦਲੇ ਵਿੱਚ ਪੇਮੈਂਟ ਮਿਲਦੀ ਹੈ ਜੀ। ਨਾਲ ਉਹਨਾਂ ਨੇ ਕਿਹਾ ਕਿ ਭਾਰਤ ਸਾਡਾ ਦੋਸਤ ਦੇਸ਼ ਹੈ, ਸਾਡੇ ਰਾਜ ਘਰਾਣੇ ਦਾ ਦੋਸਤ ਦੇਸ਼ ਹੈ ਜੀ। ਔਰ ਇਹ ਵੀ ਉਹਨੇ ਕਿਹਾ ਕਿ ਮੈਂ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹਾਂ, ਮੈਂ ਕਿਸੇ ਨਾਲ ਧਰਮ ਦੇ ਆਧਾਰ ਤੇ ਵਿਤਕਰੇਬਾਜ਼ੀ ਨਹੀਂ ਕਰਦੀ, ਲੇਕਿਨ ਜੇ ਸਾਡੇ ਦੇਸ਼ ਦੇ ਵਿੱਚ ਰਹਿ ਕੇ ਸਾਡੇ ਦੇਸ਼ ਦੇ ਖਿਲਾਫ, ਸਾਡੇ ਧਰਮ ਦੇ ਖਿਲਾਫ ਕੋਈ ਬੰਦਾ ਇਸ ਤਰ੍ਹਾਂ ਦਾ ਉੱਠਾ ਸਿੱਧਾ ਬੋਲਦਾ ਹੈ ਤਾਂ ਉਹਨੂੰ ਬੇਦਖਲ ਵੀ ਕੀਤਾ ਜਾਊਗਾ, ਇੱਥੋਂ ਕੱਢਿਆ ਵੀ ਜਾਊਗਾ ਔਰ ਉਹਨਾਂ ਤੇ ਮੁਕੱਦਮੇ ਵੀ ਚਲਾਈ ਜਾਣਗੇ ਜੀ। ਤੇ ਨਤੀਜਾ ਕੀ ਹੋਇਆ ਕਿ ਨਾਲ ਦੀ ਨਾਲ ਹੀ ਉਪਾਧਿਆ ਸਾਹਿਬ ਨੇ ਇਸ ਬਿਆਨ ਤੋਂ ਬਾਅਦ, ਜੋ ਇਹਦਾ ਮੈਡਮ ਦਾ ਬਿਆਨ ਹੈ, ਉਹ ਤੋਂ ਬਾਅਦ ਇਹਨਾਂ ਨੇ ਆਪਣਾ ਜਿਹੜਾ ਸੋਸ਼ਲ ਮੀਡੀਆ ਦੇ ਜਿੰਨੇ ਲਿੰਕ ਸੀ ਸਾਰੇ ਦੇ ਸਾਰੇ ਡੀਐਕਟੀਵੇਟ ਕਰਤੇ ਜੀ। ਏਦਾਂ ਹੀ ਵੱਡੀ ਮਤਲਬ ਦਲੇਰੀ ਕੀਤੀ। ਏਦਾਂ ਇੱਕ ਪ੍ਰੀਤੀ ਗਿਰੀ ਮੈਡਮ ਹੈ, ਉਹ ਐਗਜ਼ੀਕਿਊਟਿਵ ਡਾਇਰੈਕਟਰ ਹੈਗੀ ਯੂਏਈ ਦੇ ਵਿੱਚ, ਉਸ ਮੈਡਮ ਨੇ ਵੀ ਇਹ ਗੱਲ ਕਿਹਾ ਕਿ ਸਲਮਾਨ ਖਾਨ ਜਿਹੜਾ ਹੈਗਾ ਇਹ ਤਬਲੀਗੀ ਜਮਾਤ ਨਾਲ ਸੰਬੰਧ ਰੱਖਦਾ ਹੈ ਜੀ। ਔਰ ਜਿਹੜੀ ਇਹਦੀ ਹੈਡ ਸੀ ਨੂਰਾ, ਉਸ ਕੰਪਨੀ ਦੀ ਜਿਹੜੀ ਮੁਖੀ ਹੈ ਜੀ, ਉਹਨੇ ਇਹਨੂੰ ਯਾਦ ਕਰਾਇਆ, ਕਹਿੰਦੀ ਵੀ ਤੂੰ ਪ੍ਰੀਤੀ ਇੱਕ ਗੱਲ ਨੋਟ ਕਰ ਲੈ ਕਿ ਸਲਮਾਨ ਖਾਨ ਸੁੰਨੀ ਮੁਸਲਮਾਨ ਹੈ ਜੀ, ਕੀ ਸਾਰੇ ਦੇ ਸਾਰੇ ਸੁੰਨੀ ਅੱਤਵਾਦੀ ਹੈ ਜੀ। ਜੇ ਉਹ ਅੱਤਵਾਦੀ ਹੈ ਤਾਂ ਜਿਸ ਦੇਸ਼ ਦੇ ਵਿੱਚ ਤੂੰ ਨੌਕਰੀ ਕਰਦੀ ਹੈ, ਇੱਥੋਂ ਦੇ ਸਾਰੇ ਅਫਸਰ, ਇੱਥੋਂ ਦਾ ਸ਼ਾਹੀ ਪਰਿਵਾਰ ਤੇ ਅਸੀਂ ਸਾਰੇ ਲੋਕ ਸੁੰਨੀ ਹਾਂ, ਫਿਰ ਤੈਨੂੰ ਦੇਖਣਾ ਚਾਹੀਦਾ ਕਿ ਤੇਰੇ ਨਾਲ ਕੀ ਵਰਤਾਓ ਕੀਤਾ ਜਾਵੇ ਜੀ। ਤੇ ਨਤੀਜਾ ਚੰਦੀ ਸਾਹਿਬ ਫਿਰ ਇਸ ਉਹੀ ਹੋਇਆ, ਇਹ ਜਿਹੜੀ ਇਸ ਬੀਬੀ ਨੇ ਅੱਤ ਚੱਕੀ ਸੀ, ਨਾਲ ਦੀ ਨਾਲ ਹੀ ਇਹਨੇ ਆਪਣੇ ਸਾਰੇ ਜਿਹੜੇ ਸੀਗੇ ਟਵੀਟ ਉਹਨਾਂ ਨੂੰ ਡਿਲੀਟ ਕਰਤਾ ਤੇ ਉਹ ਵੀ ਕਿਤੇ ਨਾਲ ਦੀ ਨਾਲ ਹੀ ਜਿਹੜੀ ਹੈ ਉਹ ਖਤਮ ਹੋ ਗਈ ਜੀ। ਇਹ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਸਾਡੇ ਹੋਰ MP ਸਾਹਿਬ ਹੈ ਤੇਜਸਵੀ ਸੂਰੀਆ ਜੀ, 29 ਸਾਲਾਂ ਦੀ ਉਮਰ ਹੈ ਔਰ ਇਸ ਬੰਦੇ ਨੂੰ ਦਿੱਤੀ ਸੀ ਟਿਕਟ ਬੰਗਲੌਰ ਤੋਂ। ਬੰਗਲੌਰ ਦੇ ਕਈ ਹਲਕੇ ਹੈ ਕਰਨਾਟਕਾ 'ਚ, ਲੋਕ ਸਭਾ ਦੀ ਇਹਨੂੰ ਟਿਕਟ ਦਿੱਤੀ, ਇਹ ਬੰਦਾ ਲੋਕ ਸਭਾ ਦਾ ਮੈਂਬਰ ਬਣ ਗਿਆ ਜੀ। 2015 ਦੇ ਵਿੱਚ ਇਹਨੇ ਇੱਕ ਪਾਕਿਸਤਾਨੀ ਜਰਨਲਿਸਟ ਜਿਹੜਾ ਕੈਨੇਡਾ ਦੀ ਧਰਤੀ ਤੇ ਰਹਿੰਦਾ ਹੈ, ਉਹਦਾ ਇੱਕ ਟਵੀਟ ਇਹਨੇ ਜਿਹੜਾ ਉਹ ਰੀਟਵੀਟ ਕੀਤਾ ਸੀ ਤੇ ਇਹ ਕਹਿੰਦਾ ਸੀ ਮੈਂ ਇਹਦੇ ਨਾਲ ਸਹਿਮਤ ਹਾਂ। ਉਸ ਟਵੀਟ ਦੇ ਵਿੱਚ ਲਿਖਿਆ ਕੀ ਹੋਇਆ ਸੀ, ਉਸ ਟਵੀਟ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਜਿਹੜੀਆਂ ਮੁਸਲਮਾਨ ਔਰਤਾਂ ਹੈ ਜੀ, ਉਹਨਾਂ ਨੂੰ ਪਿਛਲੇ 1 ਵਰ੍ਹੇ ਤੋਂ ਜਿਹੜਾ ਹੈਗਾ ਉਹਨਾਂ ਦਾ ਵਿਆਹੁਤਾ ਪਿਆਰ ਹੈ ਉਹ ਨਹੀਂ ਮਿਲ ਰਿਹਾ, ਸਗੋਂ ਜਿਹੜੀ ਉਹਨਾਂ ਦੀ ਔਲਾਦ ਪੈਦਾ ਹੋਈ ਹੈ ਕਹਿੰਦੇ ਇਹ ਪਿਆਰ ਦਾ ਨਤੀਜਾ ਨਹੀਂ, ਇਹ ਸੈਕਸ ਸੰਬੰਧਾਂ ਦਾ ਨਤੀਜਾ ਹੈ ਜੀ। ਔਰ ਹੁਣ ਉਹ ਟਵੀਟ ਜਿਹੜਾ ਸੀ ਉਹ ਟਵੀਟ ਵੀ ਜਨਤਕ ਹੋ ਗਿਆ, ਭਾਵੇਂ ਉਹਨੇ ਉਹ ਟਵੀਟ ਨੂੰ ਡਿਲੀਟ ਕਰ ਦਿੱਤਾ, ਲੇਕਿਨ ਉਹਦੇ ਜਿਹੜੇ ਸਕਰੀਨ ਸ਼ਾਟਸ ਹੈ ਉਹ ਲੋਕਾਂ ਕੋਲੇ ਪਏ ਤੇ ਉਹਨਾਂ ਨੂੰ ਲੈ ਕੇ ਵੀ ਕਾਫੀ ਜਿਹੜੀ ਹੈਗੀ ਹੈ ਚਰਚਾ ਹੋ ਰਹੀ ਹੈ, ਕਾਫੀ ਨਾਰਾਜ਼ਗੀ ਪ੍ਰਗਟ ਕੀਤੀ ਜਾ ਰਹੀ ਹੈ ਖਾੜੀ ਦੇ ਦੇਸ਼ਾਂ ਤੋਂ ਜੀ। ਤਾਂ ਹੁਣ ਨਤੀਜਾ ਕੀ ਹੋਇਆ ਕਿ ਉਸ ਬੰਦੇ ਨੇ ਵੀ ਆਪਣਾ ਜਿਹੜਾ ਸਾਰੇ ਦਾ ਸਾਰੇ ਟਵੀਟ ਡਿਲੀਟ ਕਰਦੇ ਤੇ ਦੋਨੇ ਹੱਥ ਜੋੜ ਕੇ ਉਹਨੇ ਮਾਫੀ ਮੰਗ ਲਈ ਜੀ, ਮੈਂ ਮਾਫੀ ਚਾਹੁੰਦਾ ਜੀ। ਐਡੀਆਂ ਗੈਰ ਜ਼ਿੰਮੇਵਾਰ ਗੱਲਾਂ ਸਿਆਣੇ ਬਿਆਣੇ ਬੰਦੇ, ਉਹ ਚਾਹੇ ਬਿਜ਼ਨਸਮੈਨ ਹੋਣ ਚਾਹੇ ਉਹ ਪਾਰਲੀਮੈਂਟੇਰੀਅਨ ਹੋਣ, ਜਦੋਂ ਉਹ ਗੱਲ ਕਰਦੇ ਹੈ ਤਾਂ ਤੁਹਾਨੂੰ ਫਿਰ ਇਹ ਪਤਾ ਕਿ ਸਾਡੇ ਜਿਹੜੇ ਹੈਗੇ ਗੁਆਂਢੀ ਦੇਸ਼ ਉਹਨਾਂ ਦੇ ਨਾਲ ਸੰਬੰਧ ਵਿਗੜਦੇ ਹੈ। ਜੇ ਅਸੀਂ ਖਾੜੀ ਦੇਸ਼ਾਂ ਦੀ ਗੱਲ ਕਰੀਏ, OIC ਵਾਲਿਆਂ ਦੀ ਗੱਲ ਕਰੀਏ
ਤਾਂ OIC ਵਾਲਿਆਂ ਦਾ ਪੰਡਿਤ ਨਹਿਰੂ ਤੋਂ ਲੈ ਕੇ ਹੁਣ ਤੱਕ ਸਾਡੇ ਦੇਸ਼ ਦੇ ਨਾਲ ਬੜਾ ਦੋਸਤਾਨਾ ਸੰਬੰਧ ਰਿਹਾ ਹੈ ਜੀ। ਪਿਛਲੇ ਸਮੇਂ ਤੁਸੀਂ ਦੇਖਿਆ ਹੋਣਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵਿਦੇਸ਼ਾਂ ਦੇ ਵਿੱਚ ਤਾਂ ਬਹੁਤ ਘੁੰਮਿਆ, ਪਰ ਉਹਨਾਂ ਨੇ ਜ਼ਿਆਦਾ ਜਿਹੜੇ ਦੌਰੇ ਕੀਤੇ ਹੈ ਉਹ ਖਾੜੀ ਦੇ ਦੇਸ਼ਾਂ ਦੇ ਕੀਤੇ, ਅਰਬ ਦੇਸ਼ਾਂ ਦੇ ਕੀਤੇ ਹੈ। ਤੇ ਕਈ ਦੇਸ਼ ਤਾਂ ਅਜਿਹੇ ਹੈ ਜਿਨ੍ਹਾਂ ਦੇਸ਼ਾਂ ਦੇ ਵਿੱਚ ਉਹਨਾਂ ਨੇ ਇੱਕ ਤੋਂ ਵੱਧ ਵਾਰੀ ਗੇੜੇ ਮਾਰੇ ਹੈ। ਪਾਕਿਸਤਾਨ ਦੇ ਨਾਲ ਜਿਸ ਵੇਲੇ ਸਾਡੀ ਤਣਾਤਣੀ ਜ਼ਿਆਦਾ ਹੋਈ ਹੈ, ਉਸ ਵੇਲੇ ਵੀ ਇਸਲਾਮੀ ਦੇਸ਼ਾਂ ਦੀ ਆਰਗੇਨਾਈਜੇਸ਼ਨ ਨੇ ਪਾਕਿਸਤਾਨ ਦੀ ਹਮਾਇਤ ਨਹੀਂ ਕੀਤੀ ਸੀ। ਉਹਨਾਂ ਨੇ ਹਮਾਇਤ ਕੀ ਕੀਤੀ ਸੀ, ਉਹਨਾਂ ਨੇ ਹਮਾਇਤ ਸਾਡੀ ਕੀਤੀ ਸੀ। ਲੇਕਿਨ ਇਹ ਜਿਹੜਾ ਵਾਤਾਵਰਨ ਸਾਰਾ ਗੰਦਲਾ ਹੋਇਆ ਹੈ, ਜਿਹੜੇ ਇੰਨੇ ਸਿਆਣੇ ਬੰਦੇ ਆ, ਬਿਜ਼ਨਸਮੈਨ ਆ, ਪੋਲੀਟੀਸ਼ੀਅਨ ਹੈ, ਬਾਹਰਲੇ ਦੇਸ਼ਾਂ ਦੇ ਵਿੱਚ ਬੈਠ ਕੇ ਇਹ ਇਸਲਾਮ ਦੇ ਖਿਲਾਫ ਟਿੱਪਣੀਆਂ ਕਰਦੇ ਹੈ, ਇਹਦਾ ਕਾਰਨ ਕੀ ਹੈ? ਮੈਂ ਸਮਝਦਾ ਇਹਦਾ ਸਭ ਤੋਂ ਵੱਡਾ ਕਾਰਨ ਸਾਡਾ ਜਿਹੜਾ ਭਗਵਾਂ ਬ੍ਰਿਗੇਡ ਹੈ, ਖਾਸ ਕਰਕੇ ਟੀਵੀ ਚੈਨਲਾਂ ਦੇ ਵਿੱਚ ਬੈਠ ਕੇ ਜਿਹੜੇ ਵਹਿਸਾਂ ਕਰਦੇ ਹੈ, ਜਿਹੜੇ ਲੋਕਾਂ ਨੂੰ ਉਤੇਜਿਤ ਕਰਦੇ ਹੈ, ਇਹ ਉਹਦਾ ਨਤੀਜਾ ਹੈ। ਉਹਨਾਂ ਨੇ ਇੰਨਾ ਜ਼ਹਿਰ ਪੈਦਾ ਕਰ ਦਿੱਤਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਜ਼ਹਿਰ ਬਣ ਗਿਆ। ਉਹਨੂੰ ਜ਼ਹਿਰ ਇੰਨਾ ਭਰ ਚੁੱਕਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਵੀ ਹੁਣ ਉਹਨਾਂ ਦੀ ਹਾਲਤ ਇਹ ਬਣੀ ਦੀ ਹੈ ਕਿ ਜੇ 57 ਦੇਸ਼ਾਂ ਦਾ ਇੱਕ ਪੂਰੇ ਦਾ ਪੂਰਾ ਗਰੁੱਪ ਸਾਡੇ ਖਿਲਾਫ ਹੋ ਗਿਆ, ਸਾਡਾ ਵਪਾਰ ਸਾਰਾ ਕੁਝ ਅਸੀਂ ਖੜਾਂਗੇ ਕਿੱਥੇ ਜਾ ਕੇ? ਆਂਢ ਗੁਆਂਢ ਦੇ ਵਿੱਚ ਸਾਡੀ ਅਣਬਣ ਹੈ। ਇਹ ਲੋਕ ਜਿਹੜੇ ਸਾਡੇ ਮਿੱਤਰ ਸੀ, ਜੇ ਦੁਸ਼ਮਣਾਂ ਦੀ ਲਾਈਨ ਦੇ ਵਿੱਚ ਖੜ ਗਏ ਤਾਂ ਪਾਕਿਸਤਾਨ ਤਾਂ ਫਿਰ ਸਾਨੂੰ ਅੱਖਾਂ ਦਿਖਾਊਗਾ। ਉਹਨਾਂ ਹਾਲਤਾਂ ਦੇ ਵਿੱਚ ਅਸੀਂ ਕਰਾਂਗੇ ਕੀ? ਜਦੋਂ ਬੰਦਾ ਆਪੋਜੀਸ਼ਨ ਦੇ ਵਿੱਚ ਹੁੰਦਾ ਹੈ ਉਦੋਂ ਉਹਨੂੰ ਕਿਸੇ ਚੀਜ਼ ਦੀ ਨਜ਼ਾਕਤ ਦਾ ਪਤਾ ਨਹੀਂ ਹੁੰਦਾ, ਪਰ ਜਦੋਂ ਬੰਦਾ ਰਾਜ ਭਾਗ ਚ ਹੁੰਦਾ ਉਦੋਂ ਉਹਨੂੰ ਸਾਰਾ ਪਤਾ ਲੱਗ ਜਾਂਦਾ ਹੈ। ਤੇ ਮੇਰੇ ਯਾਦ ਆ 1977 ਦੇ ਵਿੱਚ ਜਦੋਂ ਜਨਤਾ ਪਾਰਟੀ ਦਾ ਰਾਜ ਬਣਿਆ ਹੈ, ਔਰ ਉਸ ਰਾਜ ਦੇ ਵਿੱਚ ਵਿਦੇਸ਼ ਮੰਤਰੀ ਹੁੰਦੇ ਸੀ ਅਟਲ ਬਿਹਾਰੀ ਵਾਜਪਾਈ ਸਾਹਿਬ। ਅਟਲ ਬਿਹਾਰੀ ਵਾਜਪਾਈ ਸਾਹਿਬ ਆਪੋਜੀਸ਼ਨ ਚ ਹੁੰਦੇ ਹੋਏ ਰੂਸ ਦਾ ਸੋਵੀਅਤ ਸੰਘ ਨਾਲ ਸਾਡੀ ਜਿਹੜੀ ਦੋਸਤੀ ਸੀ ਉਹਨੂੰ ਕ੍ਰਿਟੀਸਾਈਜ਼ ਕਰਦੇ ਹੁੰਦੇ ਸੀ। ਉਹ ਤੋਂ ਬਾਅਦ ਉਹਨਾਂ ਨੇ ਜਦੋਂ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਰੂਸ ਦੇ ਸੋਲੇ ਪਾਉਣੇ ਸ਼ੁਰੂ ਕਰ ਦਿੱਤੇ, ਦੋਸਤੀ ਨੂੰ ਜਾਇਜ਼ ਠਹਿਰਾਉਣਾ ਸ਼ੁਰੂ ਕਰਤਾ। ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਕਿ ਵਾਜਪਾਈ ਸਾਹਿਬ 10 ਦਿਨ ਪਹਿਲਾਂ ਤੁਸੀਂ ਕੁਝ ਹੋਰ ਕਹਿੰਦੇ ਸੀ ਕਿ ਅੱਜ ਆ ਕਿਉਂ ਕਹਿੰਦੇ ਹੋ? ਉਦੋਂ ਵਾਜਪਾਈ ਸਾਹਿਬ ਨੇ ਕਿਹਾ ਕਿ ਮੈਂ ਉਦੋਂ ਆਪੋਜੀਸ਼ਨ ਦਾ ਲੀਡਰ ਸੀ, ਹਕੀਕਤ ਕੀ ਹੈ ਮੈਨੂੰ ਨਹੀਂ ਸੀ ਪਤਾ। ਹੁਣ ਆ ਕੇ ਜਦੋਂ ਚਾਰਜ ਸੰਭਾਲਿਆ ਪਤਾ ਲੱਗਿਆ ਕਿ ਸਾਡਾ ਤਾਂ ਸਾਰਾ ਸਿਸਟਮ ਹੀ ਰੂਸ ਦੀ ਦੋਸਤੀ ਤੇ ਡਿਪੈਂਡੈਂਟ ਹੈ। ਇਸ ਲਈ ਮੇਰੇ ਲਈ ਦੇਸ਼ ਦੇ ਹਿੱਤ ਪਿਆਰੇ ਹੈ। ਪਰ ਨਰਿੰਦਰ ਮੋਦੀ ਸਾਹਿਬ ਤੇ ਅਟਲ ਬਿਹਾਰੀ ਵਾਜਪਾਈ ਦਾ ਫਰਕ ਇਹੀ ਹੈ, ਅਟਲ ਬਿਹਾਰੀ ਵਾਜਪਾਈ ਨੇ ਬਹੁਤ ਪਹਿਲਾਂ ਸਮਝ ਲਿਆ ਸੀ ਕਿ ਦੇਸ਼ ਦੇ ਹਿੱਤ ਕੀ ਮੰਗ ਕਰਦੇ ਹੈ, ਲੇਕਿਨ ਨਰਿੰਦਰ ਮੋਦੀ ਸਾਹਿਬ ਤੇ ਉਹਨਾਂ ਦੀ ਸਰਕਾਰ, ਉਹਨਾਂ ਦੇ ਮੰਤਰੀ ਉਹ 5 ਸਾਲ ਤਾਂ ਇਸ ਗੱਲ ਦੇ ਉੱਤੇ ਲੱਗੇ ਰਹੇ ਕਿ ਅਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ। ਉਹ ਇਸ ਗੱਲ ਨੂੰ ਭੁੱਲ ਗਏ ਕਿ ਸਾਡਾ ਆਂਢ ਗੁਆਂਢ ਕੀ ਹੈ। ਹੁਣ ਜਿਹੜੀ ਤਸਵੀਰ ਉੱਭਰ ਕੇ ਸਾਹਮਣੇ ਆ ਰਹੀ ਹੈ, ਤਸਵੀਰ ਬੜੀ ਭਿਆਨਕ ਹੈ ਭਾਰਤ ਦੇ ਹਿੱਤਾਂ ਲਈ। ਔਰ ਖਾੜੀ ਦੇਸ਼ਾਂ ਦੇ ਵਿੱਚੋਂ, ਸਾਡੇ ਗੁਆਂਢੀ ਦੇਸ਼ਾਂ ਦੇ ਵਿੱਚੋਂ ਜਿਸ ਕਿਸਮ ਦੇ ਪ੍ਰਤੀਕਰਮ ਆ ਰਹੇ ਹੈ, ਇਹ ਪ੍ਰਤੀਕਰਮ ਜਿਹੜੇ ਹੈਗੇ ਬਹੁਤ ਖਤਰਨਾਕ ਹੈ। ਅਜੇ ਵੀ ਮੌਕਾ ਸੰਭਾਲਣ ਦਾ ਸਮਾਂ ਹੈ। ਪ੍ਰਧਾਨ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਉਹ ਆਪਣੇ ਅਜਿਹੇ ਬਿਆਨਾਂ ਦੇਣ ਵਾਲਿਆਂ ਨੂੰ ਸਖਤੀ ਨਾਲ ਦੱਬਣ। ਖਾੜੀ ਦੇਸ਼ਾਂ ਦੇ ਵਿੱਚੋਂ ਵੀ ਇਹ ਆਵਾਜ਼ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਕੀ ਇਹ ਜਿਹੜਾ ਹੈਗਾ ਕਰਨਾਟਕਾ ਦਾ MP, ਇਹਨੇ ਜਿਹੜਾ ਬਿਆਨ ਦਿੱਤਾ ਤੇਜਸਵੀ ਸੂਰੀਆ ਨੇ, ਇਹ ਬਿਆਨ ਇਹਨੇ ਪ੍ਰਧਾਨ ਮੰਤਰੀ ਦੀ ਮਰਜ਼ੀ ਨਾਲ ਦਿੱਤਾ ਹੈ। ਜੇ ਮਰਜ਼ੀ ਨਾਲ ਨਹੀਂ ਦਿੱਤਾ ਤਾਂ ਇਹਨੂੰ BJP ਚੋਂ ਕੱਢਿਆ ਕਿਉਂ ਨਹੀਂ ਜਾਂਦਾ? ਇਸ ਬੰਦੇ ਤੋਂ ਅਸਤੀਫਾ ਕਿਉਂ ਨਹੀਂ ਲਿਆ ਜਾਂਦਾ? ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਖੁਦਾ ਨਾ ਖਾਸਤਾ ਇਹ ਬੰਦਾ ਜੇ ਕਦੇ ਭਾਰਤ ਦੇ ਵਿਦੇਸ਼ ਵਿਭਾਗ ਦੇ ਵਿੱਚ ਕੋਈ ਛੋਟਾ ਵੱਡਾ ਮੰਤਰੀ ਬਣ ਗਿਆ ਤਾਂ ਇਹ ਯਾਦ ਰੱਖੇ ਕਿ ਖਾੜੀ ਦੇਸ਼ਾਂ ਦੇ ਵਿੱਚ ਇਹਦਾ ਦਾਖਲਾ ਜਿਹੜਾ ਹੈਗਾ ਉਹ ਸੰਭਵ ਨਹੀਂ ਹੋਊਗਾ, ਬੰਦ ਹੋ ਜਾਊਗਾ। ਬਿਲਕੁਲ ਉਹੀ ਹਾਲਾਤ ਜਿਹੜੇ 2002 ਦੇ ਮੁਸਲਿਮ ਕਤਲੇਆਮ ਤੋਂ ਬਾਅਦ ਜਿਨ੍ਹਾਂ ਹਾਲਾਤਾਂ ਦਾ ਸਾਹਮਣਾ ਮੋਦੀ ਸਾਹਿਬ ਨੂੰ ਕਰਨਾ ਪਿਆ ਸੀ, ਉਹ ਹਾਲਾਤ ਬਣਦੇ ਜਾ ਰਹੇ ਹੈ ਜੀ। ਬਿਲਕੁਲ ਵਾਕਿਆ ਗੱਲ ਸਹੀ ਹੈ। ਢਿੱਲੋਂ ਸਾਹਿਬ ਉਹ ਕਹਿੰਦੇ ਹੁੰਦੇ ਪਹਿਲਾਂ ਹੀ ਸੋਚ ਸਮਝ ਕੇ ਬੋਲੋ, ਜ਼ਿਆਦਾ ਵਧੀਆ ਗੱਲ ਆ। ਆਪਣੇ ਨਾਲ ਹਰਜਿੰਦਰ ਸਿੰਘ ਧਨੋਆਣੀ ਵੀ ਜੁੜ ਚੁੱਕੇ ਆ, ਉਹਨਾਂ ਨੂੰ ਵੀ ਆਪਾਂ ਔਨ 에ਅਰ ਕਰਦੇ ਹਾਂ ਜੀ। ਨਾਲ ਹੀ ਮੈਂ ਦੱਸਣਾ ਚਾਹਾਂ ਜੀ, ਹੁਣ ਸਾਰੇ ਜਿਹੜੇ ਲਾਕਡਾਊਨ ਆ ਘਰਾਂ ਦੇ ਵਿੱਚ ਬੈਠੇ ਹੋ ਤੇ ਕਾਫੀ ਪੈਸੇ ਬਚਾ ਸਕਦੇ ਹੋ ਤੁਸੀਂ। ਸੁਖਦੇਵ ਸਿੰਘ ਥਾਪਰ ਨੂੰ ਕਾਲ ਕਰਕੇ ਅਨਲਿਮਟਿਡ ਇੰਟਰਨੈਟ ਆ ਜੀ ਉਹਨਾਂ ਦੇ ਕੋਲ, LTE ਤੁਸੀਂ ਜਿੰਨਾ ਮਰਜ਼ੀ ਘਰੇ ਬੈਠੇ ਯੂਜ਼ ਕਰੋ। ਆਪਣੇ ਕੰਮਾਂ ਕਾਰਾਂ ਦੇ ਜਿਹੜੇ ਸੈੱਲ ਫੋਨ ਆ, ਆਪਣੇ ਦੂਜੇ ਲੈਂਡਲਾਈਨ ਫੋਨ ਆ, ਆਪਣੇ ਸੈੱਲ ਫੋਨ ਤੇ ਤੁਸੀਂ ਟਰਾਂਸਫਰ ਕਰ ਸਕਦੇ ਹੋ। ਸਾਰਾ ਕੁਝ ਘਰੋਂ ਬੈਠੇ ਕਰ ਸਕਦੇ ਹੋ। 905 203 3636 ਦੇ ਸੁਖਦੇਵ ਥਾਪਰ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਟਿਕਟਾਂ ਬਾਰੇ ਕੋਈ ਜਾਣਕਾਰੀ ਲੈਣੀ ਹੈ, ਆਲ ਲਿੰਕ ਟਰੈਵਲ ਦੀਆਂ 5 ਬ੍ਰਾਂਚਾਂ ਦੇ ਵਿੱਚੋਂ ਕਿਸੇ ਨੂੰ ਵੀ ਕਾਲ ਕਰਕੇ 416 293 8700 ਤੇ ਕਾਲ ਕਰਕੇ ਕਨਫਰਮ ਕਰ ਸਕਦੇ ਹੋ। ਚੰਗੀ ਗਰੋਸਰੀ ਲੈਣ ਵਾਸਤੇ ਏਸ਼ੀਅਨ ਫੂਡ ਦੀ ਕਿਸੇ ਵੀ ਲੋਕੇਸ਼ਨ ਤੇ ਜਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਮੇਜਰ ਨੱਤ ਹੋਣਾ ਨੂੰ 416 543 7107 ਤੇ ਕਾਲ ਕੀਤੀ ਜਾ ਸਕਦੀ ਆ। ਟਰੱਕ ਦਾ ਲਾਇਸੈਂਸ ਲੈਣਾ ਬੈਸਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ ਆ,
ਇੱਕੋ ਸਮੇਂ 12 ਟਰੱਕਾਂ ਤੇ ਉਹ 12 ਸਟੂਡੈਂਟ ਨੂੰ ਲਾਇਸੈਂਸ ਦੇ ਸਕਦੇ ਆ ਜੀ। 416 670 3173 ਤੇ ਕਾਲ ਕੀਤੀ ਜਾ ਸਕਦੀ ਆ। ਹਰਜਿੰਦਰ ਧਨੋਆ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ। ਹਾਂਜੀ, ਚੰਦੀ ਸਾਹਿਬ ਤੇ ਢਿੱਲੋਂ ਵੀਰ ਤੇ PTN 24 ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਚੰਦੀ ਸਾਹਿਬ, ਆਪਾਂ ਗੱਲ ਕਰੀਏ ਜਿਵੇਂ ਫੈਡਰਲ ਗਵਰਨਮੈਂਟ ਹੈ ਆਪਣੀ ਹਰ ਰੋਜ਼ ਬਰੀਫਿੰਗ ਦੇ ਵਿੱਚ ਕੁਛ ਨਾ ਕੁਛ ਮਿੰਟ ਜਿਹੜੇ ਹੈਗੇ ਆਪਣੀ ਨਵੀਂ ਅਨਾਉਂਸਮੈਂਟ ਕਰਦੇ ਆ ਕਿ ਅੱਜ ਜਿਹੜੀ ਆ ਅਨਾਉਂਸਮੈਂਟ ਸਿਗਨੀਫੀਕੈਂਟ ਸਪੋਰਟ ਜਿਹੜੀ ਆ ਐਕਸਪੈਕਟਡ ਹੈ ਜੀ ਉਹ ਸਟੂਡੈਂਟ ਅਤੇ ਯੰਗ ਕੈਨੇਡੀਅਨ ਬਾਰੇ ਹੋਊਗੀ। ਜਿਸ ਤਰ੍ਹਾਂ ਹੁਣ ਸਟੂਡੈਂਟ ਆ ਪਾਰਟ ਟਾਈਮ ਜੌਬਾਂ ਕਰਦੇ, ਉਹਨਾਂ ਦੇ ਹੁਣ ਕੁਛ ਤੇ ਐਗਜ਼ਾਮ ਖਤਮ ਹੋ ਗਏ, ਕੁਛ ਤੇ 1-2 ਦਿਨਾਂ ਤੱਕ ਹੋ ਜਾਣੇ ਆ। ਉਹਨਾਂ ਬਾਰੇ ਸੋਚ ਰਹੇ ਆ ਕਿ ਉਹਨਾਂ ਨੂੰ ਹੁਣ ਫਿਰ ਜੇ COVID-19 ਕਰਕੇ ਬਾਹਰ ਜੌਬ ਮਿਲਣੀ ਬਹੁਤ ਔਖੀ ਆ, ਉਹਨਾਂ ਵਾਸਤੇ ਅੱਜ ਇਹ ਐਕਸਪੈਕਟ ਆ ਵੀ ਇਹ ਨਵੀਂ ਅਨਾਉਂਸਮੈਂਟ ਕਰਨਗੇ। ਇਸੇ ਤਰ੍ਹਾਂ ਜੇ ਆਪਾਂ ਡਰੱਗ 4 ਦੀ ਗੱਲ ਕੀਤੀ ਜਾਵੇ ਤੇ ਉਹ ਵੀ ਕਹਿੰਦੇ ਆ ਕਿ ਸਾਨੂੰ ਆਲ ਸਾਈਡਡ ਮਤਲਬ ਕਿ ਸਾਰੀਆਂ ਜਗ੍ਹਾ ਤੋਂ ਸਾਨੂੰ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਹੈ ਕਿ ਜਿਹੜੀ ਪ੍ਰੋਵਿੰਸ ਨੂੰ ਰੀਓਪਨ ਕਰੋ। ਈਵਨ ਡਾਗਫੋਰਡ ਨੇ ਕਿਹਾ ਆ ਕਿ ਜਿਹੜਾ ਮੇਰਾ ਬ੍ਰਦਰ ਆ ਰੌਕਫੋਰਡ, ਮੇਰਾ ਨੈਫਿਊ, ਉਹ 12 ਸਾਲ ਦਾ ਆ, ਉਸ ਦਾ ਵੀ ਮੈਨੂੰ ਫੋਨ ਆਇਆ ਕਿ ਅੰਕਲ ਕਿ ਪ੍ਰੋਵਿੰਸ ਨੂੰ ਖੋਲਿਆ ਜਾਵੇ ਕਿ ਮੇਰੇ ਤਾਂ ਬਹੁਤ ਸਾਰੇ ਪਲਾਨ ਆ ਜਿਹੜੇ ਆਪਣੇ ਸਮਰ ਦੇ ਵਿੱਚ ਆਉਣੇ ਆ, ਪਲੀਜ਼ ਉਹਨੂੰ ਖੋਲਿਆ ਜਾਵੇ। ਤੇ ਇੱਥੋਂ ਤੱਕ ਕਿ ਆਪਣੇ ਡਾਗਫੋਰਡ ਨੇ ਜਿੱਦਾਂ ਆਪਾਂ ਬੈਗ ਨਹੀਂ ਕਰੀਦਾ, ਬੈਗਿੰਗ ਇਟਸ ਬੈਗਿੰਗ ਟੂ ਦ ਪੀਪਲ ਬੀ ਪੇਸ਼ੈਂਸ, ਉਹਨਾਂ ਨੇ ਕਿਹਾ ਆ ਵੀ ਪਲੀਜ਼ ਥੋੜੀ ਪੇਸ਼ੈਂਸ ਰੱਖੋ, ਮੈਂ ਜੋ ਵੀ ਕਰ ਰਿਹਾ ਤੁਹਾਡੀ ਭਲਾਈ ਵਾਸਤੇ ਕਰ ਰਿਹਾ। ਕਿ ਜਿਹੜੀ ਮੈਨੂੰ ਸਭ ਤੋਂ ਪਹਿਲਾਂ ਜਿਹੜੇ ਇੰਟੀਰੀਅਰ ਦੇ ਵਿੱਚ ਵੱਸਦੇ ਲੋਕ ਆ, ਮੈਨੂੰ ਉਹਨਾਂ ਦਾ ਬਹੁਤ ਜ਼ਿਆਦਾ ਫਿਕਰ ਆ ਕਿ ਜਿਸ ਤਰ੍ਹਾਂ ਸਾਰਾ ਹੋਇਆ ਤੇ ਅਸੀਂ ਜ਼ਰੂਰ ਓਪਨ ਕਰਾਂਗੇ। ਤੇ ਬਾਕੀ ਜਸਟਿਨ ਟਰੂਡੋ ਨੇ ਕੱਲ ਕਿਹਾ ਸੀਗਾ ਕਿ ਇਹਨਾਂ ਦੇ 2 ਕਾਰਗੋ ਦੇ ਜਹਾਜ਼ ਜਿਹੜੇ ਉੱਥੇ ਗਏ ਸੀਗੇ, ਚਾਈਨਾ ਗਏ ਸੀਗੇ ਮੈਡੀਕਲ ਸਪਲਾਈ ਲੈਣ ਵਾਸਤੇ, ਤੇ ਉਹ ਖਾਲੀ ਆ ਗਏ। ਉਸ ਦਾ ਕਾਰਨ ਇਹ ਦੱਸਿਆ ਕਿ ਉੱਥੇ ਜ਼ਿਆਦਾ ਵੇਟਿੰਗ ਹੋ ਗਈ ਉੱਥੇ ਏਅਰਪੋਰਟ ਤੇ, ਉੱਥੇ ਜ਼ਿਆਦਾ ਚਿਰ ਇੱਕ ਲਿਮਿਟ ਹੁੰਦੀ ਹੈ ਟਾਈਮ ਦੀ, ਕਿੰਨਾ ਕੁ ਚਿਰ ਤੁਸੀਂ ਉੱਥੇ ਪਾਰਕ ਕਰ ਸਕਦੇ ਆ, ਉਹ ਲਿਮਿਟ ਕ੍ਰਾਸ ਹੋ ਗਈ ਸੀ, ਇਸ ਕਰਕੇ ਉਹਨਾਂ ਨੂੰ ਉੱਥੋਂ ਉਹ ਖਾਲੀ ਆਉਣਾ ਪਿਆ ਜੀ। ਤੇ ਬਾਕੀ ਇੰਟੀਰੀਅਰ ਦੇ ਕੇਸਾਂ ਦੀ ਜਿਹੜੀ ਗਿਣਤੀ ਆ, ਜਿਹੜੇ ਨਵੇਂ ਕੇਸ ਆਏ ਸੀ 551 ਹੋ ਗਏ ਸੀ, ਇਸ ਕਰਕੇ ਮਰਨ ਵਾਲਿਆਂ ਦੀ ਗਿਣਤੀ 11,735 ਜਿਹੜੇ ਟੋਟਲ ਕੇਸ ਹੈ ਜੀ 11,735, ਮਰਨ ਵਾਲਿਆਂ ਦੀ ਗਿਣਤੀ 622 ਹੋ ਗਈ ਆ ਜੀ। ਇਸੇ ਤਰ੍ਹਾਂ ਇੱਕ ਮਾਰਕਮ ਦੇ ਵਿੱਚ ਕਨਵੀਨੀਅੰਸ ਸਟੋਰ ਤੇ ਇੱਕ 39 ਸਾਲ ਦੇ ਆਦਮੀ ਨੂੰ ਚਾਰਜ ਕੀਤਾ ਹੈ ਜੀ। ਉੱਥੇ ਜਦੋਂ ਆਪਾਂ ਸੋਸ਼ਲ ਡਿਸਟੈਂਸ ਦੀ ਗੱਲ ਕਰਦੇ ਹਾਂ ਚੰਦੀ ਸਾਹਿਬ, ਕਿ ਉਹ ਰੂਲ ਨੂੰ ਫੋਲੋ ਨਹੀਂ ਸੀ ਕਰ ਰਿਹਾ, ਜਿਹੜਾ ਉੱਥੇ ਇੰਪਲਾਈ ਕੰਮ ਕਰ ਰਿਹਾ ਸੀ ਉਹਦੇ ਕਹਿਣ ਦੇ ਮੁਤਾਬਕ ਉਸਨੇ ਕੀ ਕੀਤਾ, ਜਦੋਂ ਆਪਣਾ ਸਮਾਨ ਉੱਥੋਂ ਬਾਏ ਕੀਤਾ ਤੇ ਉਹ ਮਨੀ ਦੇਣ ਲੱਗਾ ਤੇ ਮਨੀ ਦੇ ਉੱਤੇ ਖੰਘ ਕੇ ਉਹਨੂੰ ਉਹ ਮਨੀ ਦਿੱਤੀ, ਤੇ ਨਾਲ ਇਹ ਵੀ ਕਿਹਾ ਕਿ ਮੈਂ COVID-19 ਦਾ ਪੀੜਤ ਹਾਂ, ਇਸ ਕਰਕੇ ਤੂੰ ਮੈਂ ਹੋਣ ਕਰਕੇ ਉਹਨਾਂ ਦੀ ਉੱਥੇ ਕਾਲ ਹੋਈ ਤਾਂ ਪੁਲਿਸ ਨੇ ਉਹਨੂੰ ਉੱਥੇ ਚੰਦੀ ਸਾਹਿਬ ਚਾਰਜ ਕੀਤਾ ਜੀ। ਤੇ ਬਾਕੀ ਆਪਣੇ ਫੈਡਰਲ ਗਵਰਨਮੈਂਟ ਪਲਾਨ ਕਰ ਰਿਹਾ ਕਿ 350 ਮਿਲੀਅਨ ਜਿਹੜਾ ਆ ਕੈਨੇਡਾ ਦੀ ਜਿਹੜੀ ਚੈਰਿਟੀ ਸੈਕਟਰ ਆ ਉਹਨੂੰ ਦਿੱਤਾ ਜਾਵੇ। ਤੇ ਜਿਸ ਤਰ੍ਹਾਂ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਲੌਂਗ ਟਰਮ ਕੇਅਰ ਦੇ ਵਿੱਚ ਬਹੁਤ ਸਾਰੇ ਲੋਕ ਮਰ ਰਹੇ ਆ, ਇਹਨਾਂ ਦੇ ਵਿੱਚ ਜਿਵੇਂ 7 ਓਕ ਲੌਂਗ ਟਰਮ ਕੇਅਰ ਆ, ਉੱਥੇ ਗਿਣਤੀ ਵੱਧ ਕੇ ਹੁਣ 29 ਹੋ ਗਈ ਆ। ਇਸੇ ਤਰ੍ਹਾਂ ਪਿਕਰਿੰਗ ਦੇ ਵਿੱਚ ਲੌਂਗ ਟਰਮ ਕੇਅਰ ਸੀਗਾ, ਉੱਥੇ 31 ਲੋਕਾਂ ਦੀ ਗਿਣਤੀ ਪਹੁੰਚ ਗਈ ਆ ਮਰਨ ਵਾਲਿਆਂ ਦੀ, ਤੇ ਉੱਥੇ ਮੋਰ ਦੈਨ 100 ਜਿਹੜੇ ਆ ਐਕਟਿਵ ਕੇਸ ਉੱਥੇ ਵੀ ਹੈਗੇ ਆ ਜੀ। ਤੇ ਬਾਕੀ ਆਪਣੇ 3M ਜਿਹੜੇ ਮਾਸਕ ਦੀ ਕੰਪਨੀ ਆ, ਉਹਨਾਂ ਨੇ ਕੈਨੇਡਾ ਦੇ ਵਿੱਚ ਲਾ ਸੂਟ ਕੀਤਾ ਹੈ ਜਿਹੜੀ ਪ੍ਰਾਈਸ ਗੌਗਿੰਗ, ਜਿਸ ਤਰ੍ਹਾਂ ਇੱਥੇ ਡਾਗਫੋਰਡ ਨੇ ਵੀ ਕਿਹਾ ਸੀ ਅਸੀਂ ਉਹਨਾਂ ਨੂੰ ਨਹੀਂ ਮਾਫ ਕਰਾਂਗੇ, ਪਰ ਇਹਨਾਂ ਨੇ ਕੀ ਕੀਤਾ N95 ਜਿਹੜੇ ਮਾਸਕ ਬਣਾਉਂਦੇ ਆ 3M ਕੰਪਨੀ, ਉਹਨਾਂ ਨੇ ਕਿਸੇ ਇੱਥੇ ਵੱਡੀ ਕੰਪਨੀ ਨੂੰ ਸੂ ਕੀਤਾ ਕਿ ਉਹ ਜਿਹੜੇ ਮਾਸਕ ਆ ਬਹੁਤ ਬਹੁਤ ਮਹਿੰਗੇ ਜਿਹੜੇ ਵੇਚ ਰਹੇ ਆ ਜੀ। ਬਾਕੀ ਚੰਦੀ ਸਾਹਿਬ ਹੈਮਿਲਟਨ ਦੇ ਵਿੱਚ ਪੁਲਿਸ ਨੇ 6 ਲੋਕਾਂ ਨੂੰ ਚਾਰਜ ਕੀਤਾ ਕਿ ਉਹਨਾਂ ਨੇ 1 ਮਿਲੀਅਨ ਦੀ ਡਰੌਪ ਜਿਹੜੀ ਸੀਗੀ ਪੈਕਟਾਂ ਦੇ ਵਿੱਚ ਬੰਦ ਕਰਕੇ ਰੱਖੀ ਸੀ। ਉਹਨਾਂ ਦਾ ਕਹਿਣਾ ਹੈ ਕਿ ਇਮੀਡੀਏਟਲੀ ਇਹਨਾਂ ਨੇ ਹੁਣ ਸਟਰੀਟਾਂ ਦੇ ਉੱਤੇ ਜਾ ਕੇ ਇਹ ਵੇਚਣਾ ਸੀਗਾ। ਜਿਹੜੇ ਇਹ 6 ਲੋਕ ਸੀ, ਇਹਨਾਂ ਦੇ ਨਾਲ ਇੱਕ 17 ਸਾਲਾਂ ਦੀ ਲੜਕੀ ਵੀ ਸੀਗੀ ਜੀ। ਬਾਕੀ ਨੋਵਾ ਸਕੋਸ਼ੀਆ ਦੇ ਵਿੱਚ ਜਿਹੜਾ ਮਾੜਾ ਹਾਲ ਹੋਇਆ ਸੀ, ਉੱਥੇ ਮਾਸ ਸ਼ੂਟਿੰਗ ਦੇ ਵਿੱਚ ਉੱਥੇ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ 23 ਤੱਕ ਪਹੁੰਚ ਗਈ ਆ ਜੀ। ਤੇ ਬਾਕੀ ਜਿਸ ਤਰ੍ਹਾਂ ਆਪਾਂ ਕੱਲ ਵੀ ਖਬਰ ਕਵਰ ਕੀਤੀ ਸੀ ਚੰਦੀ ਸਾਹਿਬ, ਮੀਟ ਪਲਾਂਟ ਜਿਹੜੀ ਆ ਕਾਰਗਿਲ ਦੀ ਉੱਥੇ ਕੈਲਗਰੀ ਤੋਂ ਥੋੜਾ ਜਿਹਾ ਹਟ ਕੇ ਆ ਜੀ, ਥੋੜਾ ਜਿਹਾ ਉੱਥੋਂ ਦੀ ਗੱਲ ਕੀਤੀ ਆ। ਤੇ ਆਪਣੇ ਜਸਟਿਨ ਟਰੂਡੋ ਨੇ ਵੀ ਕੌਮੈਂਟ ਕੀਤਾ ਆ ਉਹਦੇ ਉੱਤੇ, ਤੇ ਇਹਨਾਂ ਨੇ ਉਸ ਤੇ ਵੀ ਕੌਮੈਂਟ ਕੀਤਾ ਤੇ ਉਸ ਤਰ੍ਹਾਂ ਜਿੰਨੀਆਂ ਹੋਰ ਸਪਲਾਈ ਚੇਨ ਆ ਫੂਡ ਵਾਲੀਆਂ ਉਹਨਾਂ ਤੇ ਵੀ ਕਿਹਾ ਹੈ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਦੀ ਜਿਹੜੀ ਆ ਪ੍ਰਾਈਸ ਨਹੀਂ ਵਧਣ ਦੇਵਾਂਗੇ, ਕਿਉਂਕਿ ਇੱਥੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਇੱਥੇ ਜਿਹੜੇ COVID-19 ਦੇ ਪੀੜਤ ਆ, ਇਹਨਾਂ ਦੀ ਇਸ ਪਲਾਂਟ ਦੇ ਵਿੱਚ 484 ਗਿਣਤੀ ਹੋ ਗਈ ਆ, ਇੱਕ ਦੀ ਮੌਤ ਵੀ ਹੋਈ ਆ।
ਕਿ ਚੰਦੀ ਸਾਹਿਬ ਇਹ ਪਲਾਂਟ ਇੰਨਾ ਵੱਡਾ ਆ ਕਿ ਤੁਹਾਨੂੰ ਇੱਥੋਂ ਆਈਡੀਆ ਹੋ ਜਾਊਗਾ, ਹਰ ਰੋਜ਼ ਇੱਥੇ 4500 ਦੇ ਕਰੀਬ ਐਨੀਮਲ ਜਿਹੜੇ ਆ ਉਹ ਵੱਢੇ ਜਾਂਦੇ ਸੀਗੇ। ਤੇ ਜੇ ਨਾਲ ਜਸਟਿਨ ਟਰੂਡੋ ਨੇ ਇਹ ਵੀ ਕਿਹਾ ਹੈ ਕਿ ਸਪਲਾਈ ਐਂਡ ਡਿਮਾਂਡ ਦੀ ਗੱਲ ਕੀਤੀ ਹੈ ਕਿ ਜੇ ਇਹ ਪ੍ਰਾਈਸ ਵੱਧਦੀ ਆ, ਇਹ ਨਹੀਂ ਕਿ ਇੱਥੇ ਮੀਟ ਦੀ ਘਾਟ ਆ ਕੈਨੇਡਾ ਦੇ ਵਿੱਚ, ਉੱਥੇ ਸਪਲਾਈ ਜਿਹੜੀ ਉੱਥੇ ਪਹੁੰਚਦੇ ਨੇ ਉਹ ਇੱਕ ਕਾਰਨ ਜ਼ਰੂਰ ਹੋ ਸਕਦਾ ਜੀ। ਬਾਕੀ ਚੰਦੀ ਸਾਹਿਬ ਵਾਨ ਦੇ ਵਿੱਚ ਇੱਕ ਕੱਲ ਫੈਕਟਰੀ ਨੂੰ ਅੱਗ ਲੱਗੀ ਆ ਜੀ, ਕੀਲੈਂਡ ਰਦਰਫੋਰਡ, ਪਰ ਉੱਥੋਂ ਚਲੋ ਸਾਰਾ ਕੁਝ ਠੀਕ ਹੈ, ਕੋਈ ਮਾੜੀ ਖਬਰ ਨਹੀਂ ਆਈ। ਤੇ ਇੱਕ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਸੀ ਮਲੇਰੀਆ ਦੀ ਦਵਾਈ ਦੀ ਜੀ, ਹਾਈਡਰੋਕਸੀ ਕਲੋਰੋਕੁਈਨ ਦੀ ਗੱਲ ਕੀਤੀ ਸੀਗੀ, ਇਹਦੇ ਤੇ ਇੱਕ ਸਟੱਡੀ ਆਈ ਆ US ਦੇ ਵਿੱਚ ਜੀ, ਉਹ 368 ਲੋਕ ਸੀਗੇ ਉੱਥੇ ਜਗ੍ਹਾ ਤੇ ਜਿਨ੍ਹਾਂ ਨੂੰ 368 ਨੂੰ ਨਹੀਂ ਦਿੱਤੀ, ਇਹਨਾਂ ਦੇ ਵਿੱਚੋਂ 28% ਲੋਕਾਂ ਨੂੰ ਇਹ ਦਵਾਈ ਹਾਈਡਰੋਕਸੀ ਕਲੋਰੋਕੁਈਨ ਜਿਹੜੀ ਦਿੱਤੀ ਗਈ ਸੀ ਮਲੇਰੀਆ ਦੀ ਦਵਾਈ। ਇਹ ਬੜੀ ਦੇਖਣ ਵਾਲੀ ਗੱਲ ਹੈ ਚੰਦੀ ਸਾਹਿਬ, ਜਿਨ੍ਹਾਂ ਲੋਕਾਂ ਨੂੰ ਇਹ ਦਵਾਈ ਦਿੱਤੀ ਗਈ ਸੀਗੀ 22.1 ਲੋਕ, ਯਾਨੀ ਕਿ 28% ਲੋਕਾਂ ਨੂੰ ਦਿੱਤੀ ਸੀਗੀ ਦਵਾਈ, ਇਹ 22.1 ਉਹ ਲੋਕ ਮਰ ਗਏ ਆ, ਤੇ ਜਿਨ੍ਹਾਂ ਨੂੰ ਨਹੀਂ ਦਿੱਤੀ ਸੀਗੀ ਦਵਾਈ ਤੇ ਉਹ 11% ਮਰੇ ਆ ਜੀ। ਇਹਦੇ ਨਾਲ ਉਹਨਾਂ ਦਾ ਇਹ ਆ ਕਿ ਇਹ ਜਿਹੜੀ ਡੈਥ ਹੈ ਇਹ ਦਵਾਈ ਦੇਣ ਨਾਲ ਮੋਰ ਡੈਥਸ ਆਲਮੋਸਟ ਡਬਲ ਆ ਜੀ। ਦੇਖ ਲਓ ਜਿਨ੍ਹਾਂ ਨੂੰ ਤੁਸੀਂ ਦਵਾਈ ਨਹੀਂ ਦਿੰਦੇ ਉਹਨਾਂ ਦਾ ਡੈਥ ਜਿਹੜਾ ਪਰਸੈਂਟੇਜ ਹੈ 11% ਹੈ, ਜਿਨ੍ਹਾਂ ਨੂੰ ਦਿੱਤੀ ਆ ਉਹਨਾਂ ਦਾ ਡਬਲ ਹੋ ਗਿਆ ਜੀ 22.1 ਜੀ। ਤੇ ਇਸੇ ਤਰ੍ਹਾਂ ਕੈਲੀਫੋਰਨੀਆ ਇੱਕ ਫਸਟ ਸਟੇਟ ਬਣੀ ਆ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ। ਜੇ ਆਪਾਂ ਆਪਣੇ ਇੱਥੋਂ ਟੋਰਾਂਟੋ ਦੇ ਡਾਕਟਰ ਅਲੀਨ ਦੀ ਗੱਲ ਕਰੀਏ ਤੇ ਡਾਕਟਰ ਟਰੀਸਾ ਟੈਮ ਦੀ ਗੱਲ ਕਰੀਏ, ਉਹ ਵੀ ਹਮੇਸ਼ਾ ਹੀ ਗੱਲ ਕਰਦੇ ਆ ਕਿ 25 ਤੋਂ 50% ਜਿਹੜੇ ਲੋਕ ਆ ਉਹਨਾਂ ਨੂੰ ਸਿੰਪਟਮ ਨਹੀਂ ਹੁੰਦਾ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਉਹ ਫਸਟ ਸਟੇਟ ਬਣੀ ਆ ਕਿ ਜਿਨ੍ਹਾਂ ਨੂੰ ਕੋਈ ਵੀ ਸਿੰਪਟਮ ਨਹੀਂ ਉਹਨਾਂ ਨੇ ਟੈਸਟ ਕਰਨੇ ਸ਼ੁਰੂ ਕਰ ਦਿੱਤੇ ਆ ਜੀ। ਇਸੇ ਤਰ੍ਹਾਂ ਇਟੋਬੀਕੋ ਦੇ ਵਿੱਚ ਵੀ ਇੱਕ ਘਰ ਨੂੰ ਅੱਗ ਲੱਗੀ ਆ, ਐਲਡਰਲੀ ਲੇਡੀ ਸੀ, ਉਸਨੂੰ ਹਸਪੀਟਲ ਲੈ ਗਏ ਕਿ ਜਿੱਥੇ ਉਹਦੀ ਮੌਤ ਹੋ ਗਈ ਆ ਜੀ। ਬਾਕੀ ਮਿਸ਼ੈਲ ਓਬਾਮਾ ਸਾਰਿਆਂ ਨੂੰ ਪਤਾ ਹੀ ਹੈ ਜੀ ਕੌਣ ਆ ਜੀ, ਫਸਟ ਲੇਡੀ ਆ। ਇਹ ਸਟਾਰ ਪਾਵਰ ਜੋ ਬਾਈਡਨ ਦੀ ਜਿਹੜੀ ਆ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਬੜਾ ਉਹਦਾ ਸਾਥ ਦਊਗੀ ਤੇ ਜਿੰਨੇ ਵੀ ਡੈਮੋਕ੍ਰੇਟਸ ਆ ਉਹਨੂੰ ਯੂਨਾਈਟਿਡ ਕਰੂਗੀ ਜੀ ਇਹ। ਬਾਕੀ ਸਾਊਦਰਨ ਸਟੇਟ ਅਮਰੀਕਾ ਦੀ ਆਪਾਂ ਗੱਲ ਕਰੀਏ, ਜਿੰਨੀਆਂ ਵੀ ਸਾਊਦਰਨ ਸਟੇਟ ਆ ਲਾਰਜਲੀ ਰੀਓਪਨਿੰਗ ਦੀ ਗੱਲ ਕਰਦੇ ਆ। ਇੱਥੋਂ ਦੇ ਜਿਹੜੇ 17 ਗਵਰਨਰ ਆ ਉਹਨਾਂ ਨੇ ਆਪਣੇ ਆਪ ਨੂੰ ਕਮਿਟਮੈਂਟ ਕੀਤੀ ਆ ਕਿ ਉਹਦੇ ਖੋਲਣ ਵਾਸਤੇ। ਜਿਸ ਤਰ੍ਹਾਂ ਮੈਂ ਗੱਲ ਕਰਾਂ ਕਿ ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ, ਉਹਨਾਂ ਨੇ ਇਸ ਫਰਾਈਡੇ ਨੂੰ ਇਹਨਾਂ ਨੂੰ ਇੱਥੇ ਇਹ ਖੋਲ ਦੇਣਾ। ਤੇ ਇਸੇ ਤਰ੍ਹਾਂ ਟੈਨਸੀ ਦੇ ਜਿਹੜੇ ਬਿੱਲ ਹੀ ਆ ਗਵਰਨਰ, ਉਹਨਾਂ ਨੇ ਵੀ ਕਿਹਾ ਆ ਕਿ ਮੋਸਟਲੀ ਸਮ ਬਿਜ਼ਨਸ ਉਹ ਵੀ ਆਪਣੇ ਨੈਕਸਟ ਵੀਕ ਉਹ ਖੋਲ ਦੇਣਗੇ ਜੀ। ਬਾਕੀ ਨਾਰਥ ਕੋਰੀਆ ਦੀ ਜਿਹੜੇ ਕਿਮ ਜੋਂਗ ਆ ਜੀ, ਉਹਨਾਂ ਦੀ ਹੈਲਥ ਬਾਰੇ ਜੇ ਕਿਸੇ ਤੋਂ ਸਵਾਲ ਪੁੱਛੇ ਜਾਂਦੇ ਆ, ਈਵਨ ਜਿਹੜਾ ਉੱਥੋਂ ਦਾ ਨਾਰਥ ਕੋਰੀਆ ਦਾ ਮੀਡੀਆ ਉਹ ਵੀ ਬੜਾ ਸਾਇਲੈਂਟ ਆ, ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਜੀ। ਬਾਕੀ ਇਸ ਤੋਂ ਲੱਗਦਾ ਕਿ ਉਹਨਾਂ ਦੀ ਸਥਿਤੀ ਕਾਫੀ ਨਾਜ਼ੁਕ ਆ। ਤੇ ਬਾਕੀ ਇੱਕ CDC ਆਪਣੇ ਚੰਦੀ ਸਾਹਿਬ ਸੈਂਟਰਸ ਫॉर ਡਿਜ਼ੀਜ਼ ਕੰਟਰੋਲ ਪ੍ਰੀਵੈਂਸ਼ਨ, ਉਹਨਾਂ ਨੇ ਵਾਰਨ ਕੀਤਾ ਹੈ ਜੀ। ਉੱਥੋਂ ਦੇ ਜਿਹੜੇ CDC ਦੇ ਡਾਇਰੈਕਟਰ ਆ ਰੋਬਰਟ ਰੈਡਫੀਲਡ ਆ, ਉਹ ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਇੰਟਰਵਿਊ ਦਿੱਤੀ ਸੀ। ਉਹਦੇ ਵਿੱਚ ਕਿਹਾ ਸੀਗਾ ਕਿ ਜਿਸ ਤਰ੍ਹਾਂ ਹੁਣ ਡੋਨਲਡ ਟਰੰਪ ਹੀ ਰੀਓਪਨ ਦੀ ਗੱਲ ਕਰ ਰਿਹਾ, ਜਿਵੇਂ ਮੈਂ ਪਿੱਛੇ ਸਾਊਦਰਨ ਸਟੇਟ ਦੀ ਗੱਲ ਕੀਤੀ ਹੈ ਕਿ 17 ਸਟੇਟਾਂ ਜਿਹੜੀਆਂ ਇਹ ਖੋਲਣ ਜਾ ਰਹੇ ਆ। ਜਾਰਜੀਆ ਹੁਣ ਦਿਸ ਵੀਕਐਂਡ ਤੇ ਫਰਾਈਡੇ ਖੋਲ ਰਿਹਾ ਜੀ। ਉਹਦੇ ਨਾਲ ਉਹਨਾਂ ਨੇ ਕਿਹਾ ਵੀ ਕਰੋਨਾ ਵੇਵ ਦੀ ਕਰੋਨਾ ਜਿਹੜੇ ਵਾਇਰਸ ਆ ਉਹਨਾਂ ਦੀ ਸੈਕੰਡ ਵੇਵ ਜਿਹੜੀ ਆ ਇਸ ਵਿੰਟਰ ਦੇ ਵਿੱਚ ਆਊਗੀ, ਬਹੁਤ ਵਰਸਟ ਆਊਗੀ। ਉਹਨਾਂ ਨੇ ਵਰਡ ਵੀ ਯੂਜ਼ ਕੀਤਾ ਡਾਇਰ। ਤੇ ਉਹ ਦੱਸਿਆ ਕਿ ਉਹਨਾਂ ਨੇ ਉਹ ਜਦੋਂ ਸੀਜ਼ਨ ਫਲੂ ਦਾ ਵਿੰਟਰ ਦੇ ਵਿੱਚ ਆਉਂਦਾ ਤੇ ਉਸ ਵਿੱਚ ਆਊਗੀ ਤੇ ਬਹੁਤ ਨੁਕਸਾਨ ਹੋਊਗਾ ਉਸ ਵੇਲੇ ਜੀ। ਬਾਕੀ ਚੰਦੀ ਸਾਹਿਬ ਜੇ ਮੈਂ ਹੁਣ ਗੱਲ ਕਰਾਂ ਕਿ ਅੰਟੇਰੀਓ ਦੇ ਵਿੱਚ ਟੋਟਲ ਕੇਸ ਕਿੰਨੇ ਹੋ ਗਏ, 11,735 ਤੇ 622 ਦੀ ਇੱਥੇ ਮੌਤ ਹੋਈ ਆ। ਜੇ ਮੈਂ ਕੁਬੈਕ ਦੀ ਗੱਲ ਕਰਾਂ ਤੇ ਇੱਥੇ 20,126 1041 ਲੋਕਾਂ ਦੀ ਇੱਥੇ ਮੌਤ ਹੋਈ ਆ। BC ਦੇ ਵਿੱਚ 1724 ਤੇ 87 ਲੋਕ ਇੱਥੇ ਮਰੇ ਆ ਜੀ। ਅਲਬਰਟਾ ਦੇ ਵਿੱਚ 3095 ਤੇ 61 ਲੋਕਾਂ ਦੀ ਇੱਥੇ ਗੱਲ ਹੋਈ ਆ। ਤੇ ਜੇ ਮੈਂ ਨਿਊਯਾਰਕ ਦੀ ਗੱਲ ਕੀਤੀ ਜਾਵੇ ਤਾਂ 2.5 ਲੱਖ ਨੂੰ ਅੰਕੜਾ ਪਾਰ ਕਰ ਗਿਆ ਜੀ। 2,52,000 14,828 ਲੋਕ ਇਕੱਲੇ ਨਿਊਯਾਰਕ 'ਚ ਮਰ ਚੁੱਕੇ ਆ ਜੀ। ਨਿਊ ਜਰਸੀ ਦਾ ਵੀ ਕਲੋਜ਼ ਟੂ ਹੁਣ ਤਾਂ ਲੱਖ ਦੇ ਗੇੜ ਪਹੁੰਚਣ ਵਾਲਾ ਜੀ। 92,400 4750 ਲੋਕ ਉੱਥੇ ਵੀ ਮਰ ਚੁੱਕੇ ਆ। ਇਸੇ ਤਰ੍ਹਾਂ ਮਿਸ਼ੀਗਨ ਦੇ ਵਿੱਚ ਵੀ 33,000 ਨੂੰ ਅੰਕੜਾ ਕ੍ਰਾਸ ਕਰਕੇ 2700 ਲੋਕਾਂ ਦੀ ਉੱਥੇ ਮੌਤ ਹੋਈ ਹੈ ਚੰਦੀ ਸਾਹਿਬ। ਤੇ ਜੇ ਮੈਂ ਆਲ ਓਵਰ ਕੇਸਾਂ ਦੀ ਗੱਲ ਕਰਾਂ ਚੰਦੀ ਸਾਹਿਬ, ਹੁਣ ਤੱਕ ਜਿਹੜੇ ਕੇਸ ਆ ਟੋਟਲ ਕੇਸ ਆ 25,88,700 ਆ ਜੀ। ਇਹਦੇ ਵਿੱਚ ਜਿੰਨੇ ਲੋਕਾਂ ਦੀ ਡੈਥ ਹੋਈ ਆ ਜੀ 1,88,275। ਜਿਹੜੇ ਰਿਕਵਰ ਹੋਏ ਆ ਉਹ 7,05,000 ਤੇ ਜਿਹੜੇ ਐਕਟਿਵ ਆ ਜੀ
ਜਿਹੜੇ ਅਜੇ ਵੀ ਐਕਟਿਵ ਆ। ਇਹਨਾਂ ਦੇ ਵਿੱਚੋਂ ਜਿਹੜੀ ਆ ਮੈਂ ਗੱਲ ਕਰਾਂ ਕ੍ਰਿਟੀਕਲ ਤੇ ਜਿਹੜੇ ਸੀਰੀਅਸ ਆ ਉਹ 57,210 ਲੋਕ ਆ ਜੀ। ਜੇ ਮੈਂ ਕੱਲੇ US ਦੀ ਚੰਦੀ ਸਾਹਿਬ ਗੱਲ ਕੀਤੀ ਜਾਵੇ ਤੇ 8,27,376 ਕੇਸ ਆ ਤੇ 45,455 ਲੋਕ ਇੱਥੇ ਮਰ ਚੁੱਕੇ ਆ ਜੀ। ਬਹੁਤ ਨੰਬਰ ਇਹ ਬੜਾ ਉੱਪਰ ਜਾ ਰਿਹਾ ਜੀ। ਬਾਕੀ ਜੇ ਸਪੇਨ 2,08,390 21,717 ਲੋਕ ਇੱਥੇ ਮਰ ਚੁੱਕੇ ਆ। ਇਸੇ ਤਰ੍ਹਾਂ ਇਟਲੀ ਦੇ ਵਿੱਚ 24,650 ਲੋਕ ਮਰ ਚੁੱਕੇ ਆ ਜੀ। ਫਰਾਂਸ ਦੇ ਵਿੱਚ 20,800 ਲੋਕ ਤੇ ਇਸੇ ਤਰ੍ਹਾਂ UK ਦੇ ਵਿੱਚ ਵੀ ਜੀ 17,337 ਲੋਕ ਮਰ ਗਏ ਆ। ਜੇ ਮੈਂ ਕੈਨੇਡਾ ਦੀ ਗੱਲ ਕਰਾਂ ਤੇ ਇਹਨਾਂ ਦਾ ਵੀ ਜਿਹੜਾ ਅੰਕੜਾ ਆ 39,405 ਤੱਕ ਪਹੁੰਚ ਗਿਆ ਤੇ 1,916 ਲੋਕਾਂ ਦੀ ਮੌਤ ਹੋਈ ਆ। ਚੰਦੀ ਸਾਹਿਬ ਇੱਥੇ ਜਿਹੜੇ ਰਿਕਵਰੀ ਦੀ ਗੱਲ ਕਰਾਂ ਤੇ 13,190 ਦੀ ਰਿਕਵਰੀ ਵੀ ਹੋਈ ਆ ਜੀ। ਤੇ ਜੇ ਮੈਂ ਇੰਡੀਆ ਦੀ ਗੱਲ ਕਰਾਂ 20,000 ਨੂੰ ਇੱਥੇ ਅੰਕੜਾ ਪਾਰ ਕਰ ਗਿਆ ਜੀ। 20,471 652 ਲੋਕਾਂ ਦੀ ਉੱਥੇ ਮੌਤ ਹੋਈ ਆ। ਪਰ ਇੱਥੇ 20,471 ਦੇ ਵਿੱਚ 4,000 ਉਹ ਲੋਕ ਆ ਜਿਹੜੇ ਠੀਕ ਹੋ ਕੇ ਘਰਾਂ ਨੂੰ ਵੀ ਚਲੇ ਗਏ। ਬਿਲਕੁਲ ਜੀ, ਕੈਨੇਡਾ ਦੇ ਨੇੜੇ ਹੀ ਪਹੁੰਚ ਚੱਲਿਆ ਜੀ ਇੰਡੀਆ ਵੀ, ਜਿਹੜਾ ਮੈਨੂੰ ਲੱਗਦਾ ਚੌਥੇ ਨੰਬਰ ਤੇ ਹੈ ਜੀ। ਹਾਂਜੀ, ਕੋਈ ਹੋਰ ਸਵਾਲ ਹੈ? ਬਸ ਥੈਂਕ ਯੂ ਜੀ। ਮੈਂ ਇਹੀ ਪੁੱਛਣਾ ਸੀਗਾ, ਜਿਹੜਾ ਹੁਣ ਮੀਟ ਪਲਾਂਟ ਬੰਦ ਹੋਇਆ ਉਸ ਤੋਂ ਪਹਿਲਾਂ ਕਿਊਬਿਕ ਦੇ ਵਿੱਚ ਵੀ ਇੱਕ ਮੀਟ ਪਲਾਂਟ ਬੰਦ ਹੋਇਆ, ਉਹਦੇ ਤੇ ਵੀ ਕਾਫੀ ਜ਼ਿਆਦਾ ਸੀਗਾ ਤੇ ਵਾਕਿਆ ਇਹਦੇ ਨਾਲ ਥੋੜਾ ਅਸਰ ਤੇ ਪਊਗਾ। ਜਿਹੜੀ ਡਿਲੀਵਰੀ ਹੈ ਮੀਟ ਦੀ ਉਹਦੀ ਸ਼ਾਰਟੇਜ ਤੇ ਜ਼ਰੂਰ ਆਊਗੀ, ਸਰਕਾਰ ਨੂੰ ਬਹੁਤ ਧਿਆਨ ਰੱਖਣਾ ਪੈਣਾ। ਇਹਦੇ ਬਾਰੇ ਕੁਝ ਕਹਿਣਾ ਚਾਹੋਗੇ? ਹਾਂ ਚੰਦੀ ਸਾਹਿਬ, ਇਹੀ ਹੈ ਜਿਵੇਂ ਜਸਟਿਨ ਟਰੂਡੋ ਨੇ ਵੀ ਗੱਲ ਕੀਤੀ ਆ ਕਿ ਉਹਦੇ ਵਿੱਚ ਹੈਗਾ ਜਿਹੜੇ ਵੱਡੇ ਪਲਾਂਟ ਆ ਕਿਉਂਕਿ ਜਿੱਥੇ ਇਹਨਾਂ ਦਾ ਪੂਰਾ ਪ੍ਰਬੰਧ ਹੁੰਦਾ, ਮੀਟ ਨੂੰ ਕੱਟਣਾ ਹੁੰਦਾ। ਜਦੋਂ ਚੰਦੀ ਸਾਹਿਬ ਉਹ ਵੱਡੇ ਪਲਾਂਟ ਬੰਦ ਹੋ ਗਏ, ਤੁਸੀਂ ਮੀਟ ਤਾਂ ਫਿਰ ਕੱਟ ਨਹੀਂ ਨਾ ਸਕਦੇ। ਕੋਈ ਐਨੀਮਲ ਆ ਉਹਦੀ ਪੂਰੀ ਸਫਾਈ ਹੋਣੀ ਆ, ਸਾਰਾ ਕੁਝ ਹੋਣਾ ਤੇ ਫਿਰ ਉੱਥੇ ਇੰਸਪੈਕਟਰ ਵਗੈਰਾ ਆਉਂਦੇ ਆ, ਚੈੱਕ ਵੀ ਕਰਦੇ ਆ। ਉਹ ਜਿਹੜਾ ਸਿਨੈਰੀਓ ਆ ਉਹ ਕਿਤੇ ਨਹੀਂ ਬਣ ਸਕਦਾ ਜੀ। ਉਹਦੇ ਕਰਕੇ ਤੇ ਜਿਹੜੇ ਕੁਛ ਪਲਾਂਟ ਜਿਹੜੇ ਛੋਟੇ ਪਲਾਂਟ ਆ ਉਹ ਖੁੱਲਣਗੇ। ਇਸ ਤਰ੍ਹਾਂ ਉਹ ਮੀਟ ਤਾਂ ਆਲ ਓਵਰ ਸਪਲਾਈ ਨਹੀਂ ਕਰ ਸਕਦੇ ਹਨਾ। ਉਸ ਕਰਕੇ ਉਹਨਾਂ ਨੂੰ ਖਦਸ਼ਾ ਹੈਗਾ। ਇਹ ਕਾਰਨਾਂ ਕਰਕੇ ਜਿਹੜੀ ਹੈਗੀ ਆ ਉਹ ਵੱਧ ਸਕਦੀ ਆ ਪ੍ਰਾਈਸ ਦੀ। ਅਦਰ ਦੈਨ ਦੈਟ ਮੀਟ ਦੀ ਘਾਟ ਕੋਈ ਨਹੀਂ। ਜੇ ਹੁਣ ਮੈਂ ਆਪਾਂ ਕਾਰਗਿਲ ਦੀ ਜਿਹੜੀ ਗੱਲ ਕੀਤੀ ਆ, ਕੈਲਗਰੀ ਦੇ ਵਿੱਚ ਹੋ ਗਿਆ, ਤੁਸੀਂ ਦੇਖੋ ਕਿੱਡਾ ਵੱਡਾ ਪਲਾਂਟ ਹੈ ਜੀ। 4500 ਜਿਹੜਾ ਜਾਨਵਰ ਹਰ ਰੋਜ਼ ਉੱਥੇ ਕੱਟਿਆ ਜਾਂਦਾ ਜੀ। ਬਿਲਕੁਲ ਜੀ, ਬਿਲਕੁਲ। ਇੱਕ ਚੀਜ਼ ਹੈ ਚੰਦੀ ਸਾਹਿਬ, ਮੈਂ ਹੋਰ ਥੋੜੀ ਐਡ ਅਪ ਕਰਨੀ ਚਾਹੁੰਦਾ। ਜਿਵੇਂ ਹੁਣ ਮੈਂ ਪਿੱਛੇ ਖਬਰ ਕਵਰ ਕੀਤੀ ਆ ਮਲੇਰੀਆ ਦੀ ਦਵਾਈ ਦੀ ਹਨਾ, ਤੇ ਇਹੀ ਕਿਸੇ ਨੇ ਸਵਾਲ ਜਦੋਂ ਆਪਣੇ ਡੋਨਲਡ ਟਰੰਪ ਨੇ ਕੀਤਾ ਗਿਆ ਵੀ ਤੁਹਾਨੂੰ ਪਤਾ ਵੀ ਆਹ ਇੰਨੇ ਲੋਕ ਮਲੇਰੀਆ ਦੀ ਦਵਾਈ ਨਾਲ, ਤੁਸੀਂ ਤਾਂ ਕਹਿੰਦੇ ਸੀ ਕਿ ਸਾਰਾ ਕੁਝ ਠੀਕ ਹੋ ਜਾਣਾ ਮਲੇਰੀਆ ਦੀ ਦਵਾਈ ਨਾਲ, ਇਹ ਤਾਂ ਗਿਣਤੀ ਬਹੁਤ ਵੱਧ ਗਈ। ਉਹਨਾਂ ਦਾ ਕਹਿਣਾ ਸੀ ਵੀ ਨਹੀਂ, ਮੈਨੂੰ ਇਹਦੇ ਬਾਰੇ ਨਹੀਂ ਪਤਾ। ਜੇ ਇਸੇ ਤਰ੍ਹਾਂ ਮੈਂ ਜਿਹੜੀ ਖਬਰ ਪਿੱਛੇ ਕਵਰ ਕਰਕੇ ਗਿਆ CDC ਦੇ ਡਾਇਰੈਕਟਰ ਰਾਬਰਟ ਰੈਡਫੀਲਡ ਦੀ ਕੀਤੀ ਹੈ, ਜਿਹੜੀ ਵਾਸ਼ਿੰਗਟਨ ਪੋਸਟ ਨੂੰ ਉਹਨਾਂ ਨੇ ਦੱਸਿਆ ਸੀਗਾ ਕਿ ਉਹਨਾਂ ਨੇ ਵਾਰਨ ਕੀਤਾ ਹੈ ਕਿ ਤੁਸੀਂ ਓਪਨ ਦੀ ਤਾਂ ਗੱਲ ਕਰ ਰਹੇ ਆ, ਪਰ ਜਿਹੜਾ ਅੱਗੇ ਆਉਣਾ ਕਿ ਜਿਹੜਾ ਵਿੰਟਰ ਦੇ ਵਿੱਚ ਫਲੂ ਦਾ ਟਾਈਮ ਆਉਣਾ, ਉਸ ਵੇਲੇ ਬਹੁਤ ਮੌਤਾਂ ਹੋਣੀਆਂ। ਉਹ ਕਹਿੰਦੇ ਆ ਵੀ ਮੈਨੂੰ ਇਹਦਾ ਵੀ ਨਹੀਂ ਪਤਾ ਜੀ। ਇਹ ਹੁਣ ਆਈ ਡੋਂਟ ਨੋ ਇਹ ਕੀ ਲੋਕ ਕਰਨਾ ਚਾਹੁੰਦੇ, ਇੱਕ ਦੂਜੇ ਤੇ ਸਿੱਟੀ ਜਾਂਦੇ ਆ ਸਾਰਾ ਕੁਝ ਜੀ। ਇਹ ਜੇ ਸਾਰਾ ਕੁਝ ਤੁਸੀਂ ਦੇਖਣਾ ਹੋਵੇ ਨਾ, ਜਿੱਦਾਂ CNN ਦੇ ਐਂਕਰ ਹੈ ਜੀ ਡੌਨ ਲੈਮਨ, ਇਹ 10 ਵਜੇ ਆਉਂਦੇ ਹੁੰਦੇ। ਇਸ ਤਰ੍ਹਾਂ ਉਸ ਤੋਂ ਪਹਿਲਾਂ ਕ੍ਰਿਸ ਕੋਮੋ ਆ ਜੀ, ਉਹ ਸੰਜੇ ਗੁਪਤਾ ਉਹਨਾਂ ਦੇ ਨਾਲ ਹੁੰਦੇ, ਉਹ ਆਉਂਦੇ ਆ। ਮੈਂ ਤਾਂ ਇਸ ਤਰ੍ਹਾਂ ਕਰਾਂ ਕਿ ਡੋਨਲਡ ਟਰੰਪ ਜਿੱਦਾਂ ਜੂ ਟਰਨ ਮਾਰਦਾ, ਜਿਵੇਂ ਝੂਠ ਬੋਲਦਾ, ਸਿਰਫ ਉਹਦੇ ਦਿਮਾਗ ਦੇ ਵਿੱਚ ਇੱਕੋ ਹੀ ਆ ਕਿ ਮੈਂ ਰੀਓਪਨ ਕਰਨਾ, ਅਮਰੀਕਾ ਰੀਓਪਨ ਕਰਨਾ। ਉਹਦੇ ਵਿੱਚ ਮੈਂ ਚੰਦੀ ਸਾਹਿਬ ਇਹੀ ਕਰੂੰਗਾ, ਜੇ ਡੌਨ ਲੈਮਨ ਤੁਸੀਂ ਸੁਣ ਲਓਗੇ ਨਾ ਤੁਸੀਂ ਉਹਦੇ ਫੈਨ ਹੋ ਜਾਓਗੇ। ਇਹ ਜਿਸ ਤਰ੍ਹਾਂ ਆਪਣੇ ਕਹਿ ਨਹੀਂ ਦਿੰਦੇ ਕਿ ਵਿਆਖਿਆ ਕਰਦੇ ਆ ਜੀ, ਕੱਲੀ ਖਬਰ ਦੀ ਵਿਆਖਿਆ ਕਰਦੇ ਆ, ਫਿਰ ਦਿਮਾਗ ਵਿੱਚ ਵੀ ਬੜੀ ਪੈਂਦੀ ਆ ਜੀ ਇਹ। ਤੇ ਬਾਕੀ ਇਹ ਚੰਦੀ ਸਾਹਿਬ ਮੈਂ ਹੋਰ ਥੋੜਾ ਜਿਹਾ ਐਡ ਅਪ ਕਰਾਂ, ਜਿਵੇਂ ਖੋਲਣ ਦੀ ਗੱਲ ਕੀਤੀ ਸੀਗੀ, ਇੱਥੋਂ ਦੇ ਇਹਨਾਂ ਨੇ ਫਿਰ ਜਿਮ ਵੀ ਖੁੱਲਣੇ, ਹੇਅਰ ਸਲੂਨ ਵੀ ਖੁੱਲਣੇ ਆ। ਤੇ ਇੱਥੋਂ ਦੇ ਇੱਕ ਜਿੱਦਾਂ ਯੂਨੀਵਰਸਿਟੀ ਹੈ ਜੀ, ਮੋਰੀ ਯੂਨੀਵਰਸਿਟੀ ਅਟਲਾਂਟਾ ਦੇ ਵਿੱਚ ਆ, ਤੇ ਉੱਥੋਂ ਦੇ ਜਿਹੜੇ ਇੱਕ ਡਾਕਟਰ ਆ, ਡਾਕਟਰ ਕਾਰਲਸ ਡੈਲ ਰੀਓ, ਇਨਫੈਕਟੀਅਸ ਡਿਸੀਜ਼ ਐਕਸਪਰਟ ਹੈ ਜੀ ਉਹ। ਉਹਨਾਂ ਦਾ ਕਹਿਣਾ ਆ ਕਿ ਅਸੀਂ ਓਪਨ ਤਾਂ ਇਹ ਹੋ ਜਾਣਾ, ਜਿਵੇਂ ਜਿਮ ਤੇ ਹੇਅਰ ਸਲੂਨ ਦੀ ਮੈਂ ਗੱਲ ਕੀਤੀ ਆ, ਕਹਿੰਦੇ ਅਸੀਂ ਲੋਕਾਂ ਨੂੰ ਉਦੋਂ ਦੱਸਣਾ ਸ਼ੁਰੂ ਕਰ ਦੇਣਾ ਵੀ ਜੇ ਤੁਸੀਂ ਹੇਅਰ ਸਲੂਨ ਜਾਂ ਜਿਮ ਜਾਣਾ, ਯੂ ਹੈਵ ਟੂ ਟੇਕ ਯੂਅਰ ਓਨ ਡਿਸੀਜਨ। ਇੱਥੋਂ ਮੈਨੂੰ ਥੋੜੀ ਜਿਹੀ ਗੱਲ ਬੜੀ ਹੋਰ ਤਰ੍ਹਾਂ ਲੱਗਦੀ ਆ ਕਿ ਚੰਦੀ ਸਾਹਿਬ ਡੋਨਲਡ ਟਰੰਪ ਨੇ ਸਾਰਾ ਪ੍ਰੈਸ਼ਰ ਗਵਰਨਰ ਦੇ ਉੱਤੇ ਪਾਤਾ, ਗਵਰਨਰ ਦੇ ਸਾਰਾ ਪ੍ਰੈਸ਼ਰ ਤੇ ਡਾਕਟਰਾਂ ਦੇ ਪਾਤਾ, ਡਾਕਟਰਾਂ ਨੇ ਸਾਰਾ ਪ੍ਰੈਸ਼ਰ ਜਿਹੜੇ ਉੱਥੋਂ ਦੇ ਲੋਕ ਆ ਉਹਨਾਂ ਦੇ ਪਾਤਾ ਜੀ। ਇਹ ਮੈਨੂੰ ਨਹੀਂ ਸਮਝ ਲੱਗਦਾ ਇਹ ਕਿੱਧਰ ਨੂੰ ਕੰਮ ਜਾ ਰਿਹਾ ਜੀ ਇਹ, ਹਨਾ। ਜੇ ਤੁਸੀਂ ਉੱਥੋਂ ਉਹਨਾਂ ਨੂੰ ਇਹੀ ਕਹਿਣਾ ਆ ਕਿ ਮੇਕ ਯੂਅਰ ਓਨ ਡਿਸੀਜਨ, ਤੇ ਉੱਥੇ ਖੋਲਣ ਦੀ ਕੀ ਲੋੜ ਹੈ ਜੀ। ਜਿਮ ਦੇ ਵਿੱਚ ਹੁਣ ਤੁਸੀਂ ਡਿਸਟੈਂਸ ਤਾਂ ਉੱਥੇ ਰੱਖਣੀ ਚੰਦੀ ਸਾਹਿਬ ਰੱਖਦੇ, ਮਸ਼ੀਨਾਂ ਇੱਕ ਦੂਜੇ ਦੇ ਨਾਲ ਹੁੰਦੀਆਂ। ਇਵੇਂ ਜਿਵੇਂ ਹੇਅਰ ਕੱਟ ਆ ਜੀ, ਹੇਅਰ ਕੱਟ ਦਾ ਕਿੱਥੋਂ ਤੁਸੀਂ ਡਿਸਟੈਂਸ 2 ਫੁੱਟ ਦੇ ਮੀਟਰ ਦੇ ਖੜ ਕੇ ਤਾਂ ਤੁਸੀਂ, ਇਹ ਕੋਈ ਵਾਈਫਾਈ ਸਿਸਟਮ ਹੋਵੇ ਤਾਂ ਵਾਲ ਕੱਟ ਹੋ ਸਕਦੇ ਚੰਦੀ ਸਾਹਿਬ ਮੇਰੇ ਹਿਸਾਬ ਨਾਲ ਤਾਂ।
ਚੰਦੀ ਸਾਹਿਬ ਚਲੋ ਧੰਨਵਾਦ ਤੁਹਾਡਾ ਜੀ। ਬਾਕੀ ਧੰਨਵਾਦ ਜੀ। ਬਿਲਕੁਲ ਜੀ, ਕੁਛ ਨਾ ਕੁਛ ਤੇ ਅਸਰ ਹੋਊਗਾ, ਪਤਾ ਨਹੀਂ ਕਿਹੜੇ ਹਿਸਾਬ ਨਾਲ ਕਹੀ ਜਾਂਦੇ ਆ, ਉਹ ਆਪਣੇ ਸਰੋਤੇ ਦੱਸਣਗੇ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਧੰਨਵਾਦ ਜੀ। ਬਿਲਕੁਲ ਜੀ, ਮੈਂ ਨਾਲ ਹੀ ਜਾਣਕਾਰੀ ਦੇ ਦਾਂ ਜੀ। ਜੇ ਤੁਹਾਡਾ ਟਰੱਕ ਟ੍ਰੇਲਰ ਨਾਰਥ ਅਮਰੀਕਾ ਦੇ ਵਿੱਚ ਖਰਾਬ ਹੋ ਗਿਆ ਤੇ ਕਿੰਗ ਟੋਇੰਗ ਨੂੰ ਕਾਲ ਕਰ ਸਕਦੇ ਹੋ, ਸੁੱਖਾ ਢੇਸੀ ਉਹਨਾਂ ਨੂੰ 416 677 2222। ਜੇ ਤੁਸੀਂ ਸਟੀਲ ਦਾ ਕੋਈ ਕੰਮ ਕਰਾਉਣਾ, ਕੋਈ ਕੰਪਨੀ ਖੋਲਣੀ ਜਾਂ ਗਰਾਜ ਖੋਲਣੀ, ਕਾਲ ਸਟੀਲ ਨਾਲ ਗੱਲ ਕਰ ਸਕਦੇ ਹੋ 416 816 9333। ਮੌਂਟਰੀਅਲ ਗਏ, ਤੁਹਾਡਾ ਟਰੱਕ ਟ੍ਰੇਲਰ ਖਰਾਬ ਹੋ ਗਿਆ, ਡਾਇਮੰਡ ਟਰੱਕ ਰਿਪੇਅਰ 450 934 29 57। ਜਸਵੀਰ ਸਿੰਘ ਉਹਨਾਂ ਨੂੰ ਲਵਾਲ ਦੇ ਵਿੱਚ ਕਾਲ ਕਰ ਸਕਦੇ ਹੋ। ਤੇ ਨਾਲ ਹੀ ਜੇ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ ਤੇ GTA ਦੇ ਵਿੱਚ ਪ੍ਰੋਜਨ ਆਟੋ ਕਲੀਜ਼ਨ ਹਰੇਕ ਜਿਹੜੀ ਇੰਸ਼ੋਰੈਂਸ ਕੰਪਨੀ ਆ ਉਹਦੇ ਨਾਲ ਕਲੇਮ ਕਰਦੇ ਆ ਜੀ। 416 857 5700 ਤੇ ਕਾਲ ਕੀਤੀ ਜਾ ਸਕਦੀ ਆ। ਆਪਾਂ ਇੰਨੀਆਂ ਕਾਲਾਂ ਨਾਲ ਢਿੱਲੋਂ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਜੀ ਵੀਰ ਜੀ, ਸਵਾਗਤ ਆ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਸਾਹਿਬ ਨੇ ਜਿਹੜੀ ਗੱਲ ਕੀਤੀ ਨੇ ਕੁਨੀਨ ਦੀ ਦਵਾਈ ਦੀ HDQ ਦੀ, ਦੇਖੋ ਇਹਦੇ ਤਾਂ ਪਹਿਲੇ ਵੀ ਸੁਣ ਚ ਆ ਰਹੇ ਸੀ ਸਾਈਡ ਇਫੈਕਟਸ ਹੈ, ਕੰਮ ਨਹੀਂ ਕਰ ਰਹੀ ਹੈ ਜੀ। ਦੇਖੋ ਤੁਹਾਡੇ ਤੋਂ ਅਗਲਾ ਜਿਹੜਾ ਪ੍ਰੋਗਰਾਮ ਹੁੰਦਾ ਹਲਚਲ TV ਦੇ ਉੱਤੇ, ਉਸ ਤੇ ਵੀ ਮੈਂ ਉਦੋਂ ਗੱਲ ਇਹ ਕੀਤੀ ਸੀ। ਮੈਂ ਕਿਹਾ ਸੀ ਵੀ ਇਹ ਦਵਾਈ ਇੱਕ ਹੋਰ ਹੈ, ਮੈਂ ਦੇਖੋ ਕਿਸੇ ਕੰਪਨੀ ਦਾ ਨਾਮ ਨਹੀਂ ਲੈ ਰਿਹਾ, ਨਾ ਕਿਸੇ ਬ੍ਰਾਂਡ ਦਾ ਨਾਮ ਲੈ ਰਿਹਾ। ਅਜ਼ਿਥਰੋਮਾਈਸਿਨ ਹੈ, ਬ੍ਰੌਡ ਸਪੈਕਟਰਮ ਐਂਟੀਬਾਇਓਟਿਕ ਹੈ, ਜਿਹੜਾ ਕਿ ਗਲਾ, ਕੰਨ, ਨੱਕ ਔਰ ਛਾਤੀ ਲਈ ਹੈ, ਬੜਾ ਇਫੈਕਟਿਵ ਕੰਮ ਕਰਦਾ। ਮੈਂ ਵੀ 3 ਸਾਲ ਤੋਂ ਇਹਨੂੰ ਯੂਜ਼ ਕੀਤਾ ਹੈ। ਜਦੋਂ ਵੀ ਕੋਈ ਤਾਂ ਗਲੇ ਕੋਲੇ ਦੀ ਪ੍ਰੋਬਲਮ ਹੁੰਦੀ ਹੈ, ਮੈਂ ਕਹਿੰਦਾ ਵੀ ਇਹ ਅਜ਼ਿਥਰੋਮਾਈਸਿਨ ਜਿਹੜਾ ਐਂਟੀਬਾਇਓਟਿਕ, ਇਸ ਤੇ ਵੀ ਕੁਝ ਹੋਣੀ ਚਾਹੀਦੀ ਹੈ ਸਰ, ਇਸ ਤੇ ਵੀ ਦੇਖਣੀ ਜਾਣੀ ਚਾਹੀਦੀ ਹੈ। ਤੇ ਇਸੇ ਗੱਲ ਨੂੰ ਮੈਂ ਦੇਖਿਆ ਸੀ ਲਾਸਟ ਵੀਕ ਮੈਂ ਜਦੋਂ ਹਿੰਦੁਸਤਾਨ ਟਾਈਮ ਪੜ੍ਹ ਰਿਹਾ ਸੀ ਤਾਂ ਉਹਦੇ ਵਿੱਚ ਆਈ ਇਹ ਖਬਰ 500 ਬੰਦੇ ਉੱਪਰ ਦਿੱਲੀ ਵੀ ਟ੍ਰਾਇਲ ਹੋ ਰਿਹਾ ਇਸੇ ਤੇ ਵੀ ਇਹ ਕਿਸ ਤਰ੍ਹਾਂ ਇਫੈਕਟਿਵ ਹੋ ਰਿਹਾ, ਕਿਉਂਕਿ ਇਹ ਕਾਫੀ ਹੈਲਪਫੁਲ ਹੈ ਕਿ ਡਾਕਟਰ ਦੀ ਸਲਾਹ ਨਾਲ ਹੀ ਹੈ, ਓਵਰ ਦੀ ਕਾਊਂਟਰ ਨਹੀਂ ਹੈ ਚੀਜ਼। ਦੂਜੀ ਗੱਲ ਇਹ ਮੈਂ ਕਰਾਂਗਾ, ਢਿੱਲੋਂ ਸਾਹਿਬ ਨੇ ਜਿਹੜਾ ਦੁਬਈ ਦੇ ਦੱਸਿਆ, ਦੇਖੋ ਜੀ ਇਹਨਾਂ ਨੇ ਬਿਲਕੁਲ ਬਹੁਤ ਵਧੀਆ ਗੱਲ ਦੱਸੀ ਕਿ ਜਿਹੜੇ ਉੱਥੇ ਲੋਕ ਨਫ਼ਰਤ ਫੈਲਾ ਰਹੇ ਨੇ ਦੂਜੇ ਦੇਸ਼ਾਂ 'ਚ, ਖਾੜੀ ਦੇ ਦੇਸ਼ਾਂ 'ਚ ਜਾਂ ਹੋਰ ਕਿਸੇ ਦੇਸ਼ਾਂ 'ਚ, ਉਹਨਾਂ ਲੋਕਾਂ ਉੱਤੇ ਨਕੇਲ ਹੋਣੀ ਕੱਸਣੀ ਚਾਹੀਦੀ ਆ। ਅਸੀਂ ਦੇਖੋ ਜੀ ਇੰਡੀਆ ਮੀਡੀਆ ਦੇ ਵਿੱਚ ਚੈਨਲ ਦੇਖਦੇ ਹਾਂ, ਪਰ ਪਾਕਿਸਤਾਨ TV ਚੈਨਲ ਮੈਂ ਬੜੇ ਵਾਚ ਕਰਦਾ, ਪਰ ਜਦੋਂ ਮੈਂ ਡਿਬੇਟ ਦਾ ਸਰ ਦੇਖਦਾ ਕਿ ਨਹੀਂ, ਉਹ ਮੈਨੂੰ ਬੜਾ ਅਫਸੋਸ ਨਾਲ ਇਹ ਕਹਿਣਾ ਪੈਂਦਾ ਵੀ ਜਿਹੜਾ ਪਾਕਿਸਤਾਨ TV ਚੈਨਲ ਦਾ ਡਿਬੇਟ ਹੁੰਦਾ ਉਹ ਇੰਡੀਆ ਦੇ ਚੈਨਲ ਨਾਲੋਂ ਜ਼ਿਆਦਾ ਵਧੀਆ ਹੁੰਦੇ ਨੇ। ਜਦ ਕਿ ਉੱਥੇ ਦੇਖੋ ਜਿਹੜੇ ਉੱਥੇ ਦੇ ਮੈਂ ਦੇਖੇ ਐਂਕਰ ਵਗੈਰਾ 50 to 60 ਈਅਰ ਦੇ ਆ, ਔਰ ਬਹੁਤ ਅੱਛੀ ਤਰ੍ਹਾਂ ਡਿਬੇਟ ਕਰਦੇ ਨੇ। ਔਰ ਦੇਖੋ ਉਹਨਾਂ ਦਾ ਇੰਡੀਆ ਨਾਲ ਸਿਰਫ ਇੱਕੋ ਹੀ ਗੱਲ ਤੇ ਡਿਫਰੈਂਸ ਆਉਂਦਾ ਕਸ਼ਮੀਰ ਦੇ ਮਾਮਲੇ ਦੇ, ਬਾਕੀ ਉਹ ਕਦੀ ਐਨੀ ਆਲਤੂ ਫਾਲਤੂ ਗੱਲਾਂ ਇੱਧਰ ਉੱਧਰ ਨਹੀਂ ਦਿਖਾਉਂਦੇ, ਜਿੰਨਾ ਕਿ ਸਾਡਾ ਇੰਡੀਅਨ ਮੀਡੀਆ ਦੇ ਉੱਪਰ ਮੈਂ ਜੋ ਦੇਖਦਾ ਹੁੰਦਾ ਤਾਂ ਮੈਨੂੰ ਬੜਾ ਡਿਸਟਰਬਿੰਗ, ਮਤਲਬ ਆਪਣੇ ਆਪ ਨੂੰ ਬੜਾ ਡਿਸਟਰਬ ਮਹਿਸੂਸ ਕਰਦਾ। ਥੈਂਕ ਯੂ ਜੀ, ਬਹੁਤ ਧੰਨਵਾਦ ਜੀ, ਬੜੇ ਵਧੀਆ ਵਿਚਾਰ ਆ ਤੁਹਾਡੇ, ਧੰਨਵਾਦ ਜੀ। ਹਾਂਜੀ ਵੀਰ ਜੀ, ਸਵਾਗਤ ਆ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ। ਔਰ ਵਨ ਟੱਚ ਕਮਿਊਨੀਕੇਸ਼ਨ ਤੇ ਅੱਜ ਸੈੱਲ ਫੋਨ ਦਾ ਬਹੁਤ ਹੀ ਇੱਕ ਸਪੈਸ਼ਲ ਪਲਾਨ ਸਾਡੇ ਕੋਲ ਪਹੁੰਚਿਆ ਹੋਇਆ ਜੀ। ਸੋ $45 ਦਾ ਪਲਾਨ ਹੈ ਔਰ ਇਸ ਵਿੱਚ 17 GB ਡਾਟਾ ਪੂਰੇ ਕੈਨੇਡਾ ਵਾਈਡ ਅਨਲਿਮਿਟਿਡ ਹੈਗਾ ਜੀ, ਜਿਹੜੀ ਕਾਲ ਐਂਡ ਟੈਕਸਟ ਹੈਗਾ। ਸੋ ਇਸ ਦੇ ਨਾਲ ਨਾਲ ਸਾਡੇ ਕੋਲ ਇੱਕ ਪਲਾਨ ਹੈਗਾ ਜੀ $65 ਦੇ ਵਿੱਚ ਕੈਨੇਡਾ ਵਾਈਡ 30 GB ਡਾਟਾ, ਔਰ ਜਾਂ ਫਿਰ ਜਿਹੜਾ USA ਨੂੰ ਪਲਾਨ ਲੈਣਾ ਹੋਵੇ ਤਾਂ ਸਾਡੇ ਕੋਲ ਅੱਜ ਜਿਹੜਾ ਜੀ 50 GB ਦਾ ਡਾਟਾ, ਜਿਹੜਾ ਉਸ ਤੋਂ ਬਾਅਦ ਡਾਟਾ ਅਨਲਿਮਿਟਿਡ ਹੋ ਜਾਏਗਾ। ਤੇ ਕੈਨੇਡੀਅਨ ਨੰਬਰ ਤੇ $101 ਦੀ ਇਹ ਵੀ ਡੀਲ ਸਾਡੇ ਕੋਲ ਸਪੈਸ਼ਲ ਚੱਲ ਰਹੀ ਹੈ। ਤੇ ਹਾਈ ਸਪੀਡ ਇੰਟਰਨੈਟ ਦੇ ਵਿੱਚ ਸਾਡੇ ਕੋਲ ਇਸ ਵਕਤ ਜਿਹੜਾ ਜੀ ਫਾਈਬਰ ਇੰਟਰਨੈਟ ਦੇ ਪਲਾਨ ਜਿਹੜੇ ਅਵੇਲੇਬਲ ਨੇ, ਘਰ ਦੀ ਇੰਟਰਨੈਟ ਅਨਲਿਮਿਟਿਡ, ਔਰ ਫਾਈਬਰ ਇੰਟਰਨੈਟ ਦੇ ਪਲਾਨ ਇਹ ਹੁੰਦੇ ਕਿ ਜਿਹੜੀ ਸਪੀਡ ਹੈ ਜੋ ਬੜੀ ਬਰਕਰਾਰ ਰਹਿੰਦੀ ਹੈ, ਘੱਟਦੀ ਨਹੀਂ ਹੈ। ਸੋ ਇਸ ਦੇ ਬਾਰੇ ਵੀ ਸਰੋਤੇ ਜਿਹੜੀ ਆ ਜਾਣਕਾਰੀ ਲੈ ਸਕਦੇ ਨੇ। ਅਗਰ ਕਿਸੇ ਨੇ ਵੀ ਇੰਟਰਨੈਟ ਦਾ ਨਵਾਂ ਕਨੈਕਸ਼ਨ ਲੈਣਾ ਜਾਂ ਫਿਰ ਪੁਰਾਣਾ ਕਨੈਕਸ਼ਨ ਹੁਣ ਕੰਮ ਨਹੀਂ ਕਰ ਰਿਹਾ ਪ੍ਰੋਪਰ, ਤੇ ਸਰੋਤੇ ਸਾਨੂੰ ਕਾਲ ਕਰ ਲੈਣ। ਔਰ ਘਰ ਦਾ ਫੋਨ ਜਿਹੜਾ ਜੀ ਆਪਣਾ ਲੋਕਲ ਪਲੱਸ ਲੌਂਗ ਡਿਸਟੈਂਸ ਇੰਡੀਆ ਤੇ ਵਰਲਡ ਵਾਈਡ 60 ਹੋਰ ਕੰਟਰੀਆਂ ਨੇ। ਇੰਡੀਆ ਦੇ ਨਾਲ ਨਾਲ ਜਿਹੜੀਆਂ ਨੇ ਜੀ ਬਹੁਤੀਆਂ ਕੰਟਰੀਆਂ ਦੇ ਵਿੱਚ ਆਪਾਂ ਸੈੱਲ ਫੋਨ ਤੇ ਲੈਂਡਲਾਈਨ ਦੋਨਾਂ ਦੇ ਉੱਤੇ ਹੀ ਗੱਲ ਕਰ ਸਕਦੇ ਹਾਂ। ਸੋ ਅਗਰ ਕਿਸੇ ਵੀ ਸਰੋਤੇ ਨੇ ਪਲਾਨ ਲੈਣਾ ਜਾਂ ਪਲਾਨ ਲੌਂਗ ਡਿਸਟੈਂਸ ਦਾ ਪਹਿਲਾਂ ਦਾ ਹੀ ਲੱਗਾ ਤੇ ਅਗਰ ਉਹਨਾਂ ਦਾ ਬਿੱਲ ਜਿਹੜਾ ਜੀ $20 ਤੋਂ ਜ਼ਿਆਦਾ ਹੋ ਚੁੱਕਾ, ਸਰੋਤੇ ਆਪਣੇ ਨਾਲ ਸੰਪਰਕ ਕਰ ਸਕਦੇ ਨੇ। ਬਿੱਲ ਦੀ ਗਰੰਟੀ ਕੀਤੀ ਜਾਂਦੀ ਹੈ ਕਿ ਬਿੱਲ ਬਾਰ-ਬਾਰ ਨਹੀਂ ਵਧੂਗਾ। ਤੇ ਫੋਨ ਦਾ ਅਡੈਪਟਰ ਤੇ ਨੰਬਰ ਪੋਰਟਿੰਗ ਜਿਹੜੀ ਹੈ ਜੀ ਬਿਲਕੁਲ ਉਹ ਫ੍ਰੀ ਹੈਗੀ ਆ। ਤੇ ਸੈੱਲ ਫੋਨਾਂ ਦੇ ਉੱਤੇ ਐਪ ਡਾਊਨਲੋਡ ਕਰੋ ਤੇ ਉੱਥੇ ਵੀ ਸਰੋਤੇ ਜਿਹੜੇ ਨੇ ਵਰਲਡ ਵਾਈਡ ਉਹ ਕਾਲਾਂ ਕਰ ਸਕਦੇ ਨੇ। ਸੋ ਇਸੇ ਪ੍ਰਕਾਰ ਆਪਣੇ ਕੋਲ ਬਿਜ਼ਨਸ ਇੰਟਰਨੈਟ ਦੇ ਪਲਾਨ ਵੀ ਅਵੇਲੇਬਲ ਨੇ ਜੀ। ਔਰ ਬਿਜ਼ਨਸ ਫੋਨ ਲਾਈਨ ਜਿਹੜੀ ਹੈਗੀ ਆ ਨਾਰਥ ਅਮਰੀਕਾ ਸਾਰੇ ਕਾਲਿੰਗ ਫੀਚਰ ਨਾਲ $19 ਤੇ 95 ਸੈਂਟ ਦੇ ਉੱਤੇ ਸਰੋਤੇ ਲੈ ਸਕਦੇ ਨੇ। ਜਾਂ ਕਿਸੇ ਨੇ ਆਪਣੇ ਸੈੱਲ ਫੋਨ ਜਾਂ ਆਪਣੇ ਬਿਜ਼ਨਸ ਵਾਸਤੇ ਕੋਈ ਸਪੈਸ਼ਲ ਨੰਬਰ ਚਾਹੀਦੇ ਨੇ, VIP ਨੰਬਰ, ਉਹ ਵੀ ਨੰਬਰ ਸਾਡੇ ਕੋਲ ਅਵੇਲੇਬਲ ਨੇ ਜੀ। ਸੋ ਸਰੋਤੇ ਸਾਨੂੰ ਕਾਲ ਕਰ ਸਕਦੇ ਨੇ ਜੀ 905 203 3636 905 203 3636 905 203
3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਸੁਖਵਿੰਦਰ ਜੀ ਬਹੁਤ ਧੰਨਵਾਦ। ਧੰਨਵਾਦ ਥਾਪਰ ਸਾਹਿਬ। 905 203 3636 ਤੇ ਤੁਸੀਂ ਸੁਖਦੀਪ ਸਿੰਘ ਥਾਪਰ ਉਹਨਾਂ ਨਾਲ ਕਾਲ ਕਰਕੇ ਬਹੁਤ ਹੀ ਵਧੀਆ ਡੀਲਾਂ ਲੈ ਸਕਦੇ ਹੋ ਜੀ। ਰਾਈਟ ਵੇ ਕਾਲ ਕਰ ਲਓ 905 203 3636। ਧੰਨਵਾਦ ਜੀ। ਹਾਂਜੀ ਢਿੱਲੋਂ ਸਾਹਿਬ ਸਵਾਗਤ ਹੈ ਜੀ ਤੁਹਾਡਾ। ਹੈਲੋ ਸ਼ਾਇਦ ਢਿੱਲੋਂ ਸਾਹਿਬ ਉਹਨਾਂ ਦੀ ਲਾਈਨ ਫਿਰ ਡਿਸਕਨੈਕਟ ਹੋ ਗਈ, ਆਪਾਂ ਉਹਨਾਂ ਨੂੰ ਔਨ ਏਅਰ ਕਰਦੇ। ਹਾਂਜੀ ਵੀਰ ਜੀ WhatsApp ਤੇ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਚੰਦੀ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ। ਮੈਂ ਆਪਾਂ ਗੱਲ ਖਬਰ ਪਹਿਲਾਂ ਸਾਂਝੀ ਕਰ ਚੁੱਕੇ ਹਾਂ ਜੀ। ਇਸਲਾਮਿਕ ਦੇਸ਼ਾਂ ਵਾਲੀ ਜਿਹੜੀ ਭਾਰਤ ਦੀ ਇਸਲਾਮਿਕ ਦੇਸ਼ਾਂ ਵੱਲੋਂ ਚੂੜੀ ਟਾਈਟ ਕੀਤੀ ਗਈ ਹੈ ਜੀ, ਉਹ ਜਿਹੜੀਆਂ ਮਤਲਬ ਆਪਣੀਆਂ ਇੱਥੋਂ ਦੀਆਂ ਇਹਨਾਂ ਦੀਆਂ RSS ਦੀਆਂ ਜਿਹੜੀਆਂ ਭਗਵਾ ਬ੍ਰਿਗੇਡ ਦੀਆਂ ਆਪਾਂ ਕਹਿ ਲਈਏ ਵੀ ਜਿਹੜੀਆਂ ਕਰਤੂਤਾਂ ਹੈ, ਉਹਨਾਂ ਕਾਰਨ ਦੇਸ਼ ਨੂੰ ਤੇ ਦੇਸ਼ ਵਾਸੀਆਂ ਨੂੰ ਬਾਹਰ ਦੇਸ਼ਾਂ ਦੇ ਵਿੱਚ ਰਹਿੰਦਿਆਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਅੱਗੇ ਨੂੰ। ਇਹ ਵੀ ਥੋੜਾ ਜਿਹਾ ਧਿਆਨ ਚ ਰੱਖ ਕੇ ਉਹਨਾਂ ਨੂੰ ਇਹ ਕਰਤੂਤਾਂ ਕਰਨੀਆਂ ਚਾਹੀਦੀਆਂ। 2017 ਦੇ ਵਿੱਚ ਸੋਨੂ ਨਿਗਮ ਨੇ ਕੋਈ ਟਵਿੱਟਰ ਤੇ ਟਵੀਟ ਕੀਤਾ ਸੀ ਜੀ, ਮੈਨੂੰ ਅਜ਼ਾਨ ਤੋਂ ਪ੍ਰੋਬਲਮ ਹੈ। ਕਹਿੰਦਾ ਮੈਂ ਮੁਸਲਮਾਨ ਨਹੀਂ, ਮੈਂ ਹਿੰਦੂ ਹਾਂ, ਪਰ ਮੈਨੂੰ ਕਹਿੰਦਾ ਅਜ਼ਾਨ ਸੁਣਨੀ ਪੈਂਦੀ ਹੈ ਤੇ ਮੇਰੀ ਜਾਗ ਆ ਜਾਂਦੀ ਹੈ। ਤੇ ਉਹ 2017 ਦੇ ਟਵੀਟ ਦਾ ਉਹ ਸਕਰੀਨਸ਼ਾਟ ਲਿਆ ਹੋਇਆ ਕਿਸੇ ਨੇ, ਤੇ ਸ਼ੇਖ ਨੇ ਜੀ ਉਹਦੀ ਸ਼ਿਕਾਇਤ ਕਰਤੀ ਵੀ ਇਹਦਾ ਨੋਟਿਸ ਲਿਆ ਜਾਵੇ। ਤੇ ਉਹ ਦੁਬਈ ਦੇ ਸ਼ੇਖ ਨੂੰ ਉਹਦੀ ਸ਼ਿਕਾਇਤ ਪਹੁੰਚ ਚੁੱਕੀ ਹੈ ਜੀ। ਤੇ ਸੋਨੂ ਨੇ ਟਵਿੱਟਰ ਆਪਦਾ ਅਕਾਊਂਟ ਡਿਲੀਟ ਕਰਤਾ ਜੀ। ਤੇ ਸੋਨੂ ਨਿਗਮ ਇਸ ਵੇਲੇ ਦੁਬਈ 'ਚ ਹੈ, ਪਰ ਹਲੇ ਤੱਕ ਗ੍ਰਿਫਤਾਰੀ ਤਾਂ ਨਹੀਂ ਹੋਈ ਜੀ। ਤੇ ਦੇਖੋ ਜੀ, ਇਹਨਾਂ ਬੰਦਿਆਂ ਨਾਲ ਜਾਂ ਆਪਾਂ ਕਹਿ ਦਈਏ ਵੀ ਇਹਨਾਂ ਦੀ ਭਗਵਾਂ ਬ੍ਰਿਗੇਡ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਕੁਝ ਬੰਦਿਆਂ ਕਰਕੇ ਪੂਰੇ ਦੇ ਪੂਰੇ ਭਾਰਤੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਅੱਗੇ ਨੂੰ। ਤੇ ਖਾੜੀ ਦੇਸ਼ਾਂ ਨੇ ਤੇ ਅਰਬ ਦੇਸ਼ਾਂ ਦੇ ਜਿਹੜੇ ਉੱਥੋਂ ਦੇ ਸਫੀਰ ਹੈ, ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਅਸੀਂ ਆਪਦੀ ਜਿਹੜੀ ਤਜਾਰਤ ਹੈ ਉਹਦੇ ਤੇ ਵੀ ਆਪਦਾ ਜਿਹੜਾ ਵਪਾਰ ਕਰਦੇ ਆ ਉਹਦੇ ਤੇ ਵੀ ਅਸੀਂ ਪਾਬੰਦੀਆਂ ਲਾ ਸਕਦੇ ਹਾਂ ਜੀ। ਤੇ ਦੂਜੀ ਗੱਲ ਜੀ ਮੈਂ ਇੱਕ ਕਰਨੀ ਸੀ, ਕੱਲ ਜੋ ਮੈਂ ਕੀਤੀ ਸੀ ਵੀ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਗਏ ਸੀ। ਕੁਝ ਕਿਤਾਬਾਂ ਬਾਰੇ ਇਤਰਾਜ਼ਯੋਗ ਕਿਤਾਬਾਂ ਜੋ ਸਿੱਖ ਇਤਿਹਾਸ ਦੇ ਬਾਰੇ ਲਿਖੀਆਂ ਗਈਆਂ, ਤੇ ਉਹਦੇ ਨਾਲ ਇੱਕ ਮੈਂ ਤੁਹਾਨੂੰ ਧਿਆਨ ਦਿਵਾਉਣਾ ਚਾਹੁੰਦਾ ਸਰੋਤਿਆਂ ਦਾ ਵੀ ਸਾਡੇ ਅਕਾਲ ਤਖਤ ਸਾਹਿਬ ਤੇ ਜੋ ਸਾਡਾ ਇੱਕ ਸਿੱਖੀ ਦਾ ਨਿਸ਼ਾਨ ਸੀ, ਕੱਲ ਮੈਥੋਂ ਥੋੜਾ ਜਿਹਾ ਉਲਟਾ ਕਿਹਾ ਗਿਆ ਸੀ। ਸਿੱਖੀ ਦਾ ਨਿਸ਼ਾਨ ਜੋ ਸਾਡਾ ਇੱਕ ਖੰਡਾ ਹੈ, ਸਾਰੇ ਇੱਕ ਗੁਰਦੁਆਰੇ 'ਚ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਵੀ ਨਿਸ਼ਾਨ ਸਾਹਿਬ ਦੇ ਉੱਤੇ ਖੰਡੇ ਦਾ ਨਿਸ਼ਾਨ ਲੱਗਿਆ ਹੁੰਦਾ ਹੈ। ਉਹ ਸਾਡੇ ਅਕਾਲ ਤਖਤ ਸਾਹਿਬ ਦੇ ਵੀ ਨਿਸ਼ਾਨ ਹੈ, ਉੱਤੇ ਖੰਡੇ ਬਦਲ ਕੇ ਉੱਥੇ ਤੀਰਨੁਮਾ ਨਿਸ਼ਾਨ ਉੱਥੇ ਲਾਏ ਪਏ ਆ ਜੀ। ਉਸ ਤੋਂ ਬਾਅਦ ਤਖਤ ਦਮਦਮਾ ਸਾਹਿਬ ਤੇ ਵੀ ਨਿਸ਼ਾਨ ਤੀਰਨੁਮਾ ਲੱਗ ਚੁੱਕਿਆ ਜੀ। ਤੇ ਬਠਿੰਡੇ ਦੇ ਵਿੱਚ SGPC ਦਾ ਗੁਰਦੁਆਰਾ ਹੈ, ਤੇ ਉੱਥੇ ਵੀ ਜਿਹੜਾ ਪੁਰਾਤਨ ਗੁਰਦੁਆਰਾ ਕਿਲੇ ਦੇ ਬੁਰਜ ਦੇ ਉੱਤੇ ਬਣਿਆ ਹੋਇਆ ਹੈ, ਉੱਥੇ ਵੀ ਬਾਬਾ ਬਲਬੀਰ ਸਿੰਘ ਕਹਿੰਦੇ ਜੀ ਉੱਥੇ ਤੀਰ ਦਾ ਨਿਸ਼ਾਨ ਲਗਵਾ ਗਿਆ। ਕੁਛ ਉੱਥੇ ਸਾਡੇ ਬਠਿੰਡੇ ਤੋਂ ਸਿੰਘਾਂ ਨੇ ਵਿਰੋਧ ਵੀ ਕੀਤਾ ਸੀ, ਪਰ ਤੁਹਾਨੂੰ ਪਤਾ ਹੈ ਜੀ ਵਿਰੋਧ ਕਰਨ ਵਾਲੇ ਆਟੇ 'ਚ ਲੂਣ ਦੇ ਬਰਾਬਰ ਰਹਿ ਗਏ ਆ ਜੀ। ਤੇ ਸਾਰੇ ਘਰ ਬੈਠ ਕੇ ਤਮਾਸ਼ਾ ਦੇਖਣ ਵਾਲੇ ਜ਼ਿਆਦਾ ਹੈ। ਤੇ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਸਮਝ ਨਹੀਂ ਆ ਰਹੀ, ਤਲਵੰਡੀ ਸਾਬੋ ਵੀ ਨਿਸ਼ਾਨ। ਤੁਹਾਡੀ ਆਵਾਜ਼ ਕੱਟੀ ਗਈ ਆ। ਮੈਂ ਪਹੁੰਚ ਚੁੱਕਿਆ ਜੀ ਤੁਹਾਡਾ ਸਵਾਲ। ਢਿੱਲੋਂ ਸਾਹਿਬ ਉਹ ਕਹਿੰਦੇ ਜੀ ਜਿਹੜੇ ਅਕਾਲ ਤਖਤ ਤੇ ਜਿਹੜੇ ਨਿਸ਼ਾਨ ਸਾਹਿਬ ਚੜੇ ਹੋਏ ਆ, ਉਹਨਾਂ ਦੇ ਉੱਪਰ ਵੀ ਜਿਹੜਾ ਖੰਡਾ ਦਾ ਨਿਸ਼ਾਨ ਹੁੰਦਾ ਸੀਗਾ ਉਹਨੂੰ ਬਦਲ ਕੇ ਤੀਰ ਦੇ ਨਿਸ਼ਾਨ ਲਾਇਆ ਗਿਆ। ਤਲਵੰਡੀ ਸਾਬੋ ਵੀ, ਬਠਿੰਡੇ ਜਿਹੜੇ ਕਿਲੇ ਦੇ ਵਿੱਚ ਗੁਰਦੁਆਰਾ ਉੱਥੇ ਵੀ, ਹੋਰ ਵੀ ਕਈ ਗੁਰਦੁਆਰਿਆਂ ਤੇ ਧਾਰਮਿਕ ਮੁੱਦਾ ਇਹਦੇ ਤੇ ਸਿੱਖ ਸੰਗਤਾਂ ਨੂੰ ਤੇ ਅਕਾਲ ਤਖਤ ਦੇ ਜਥੇਦਾਰ ਨੂੰ, ਸਾਰੇ ਜਥੇਦਾਰਾਂ ਨੂੰ ਕੋਈ ਨਾ ਕੋਈ ਨੋਟਿਸ ਲੈਣਾ ਚਾਹੀਦਾ, ਕਿਉਂਕਿ ਭਗਵਾਂ ਬ੍ਰਿਗੇਡ ਦੇ ਅੰਡਰ ਪ੍ਰੈਸ਼ਰ ਦੇ ਜਿਹੜੇ ਖੰਡੇ ਦਾ ਨਿਸ਼ਾਨ ਆ ਉੱਥੇ ਬਦਲ ਕੇ ਉਹ ਜਿਹੜੇ ਤੀਰਾਂ ਲਾਈਆਂ ਜਾ ਰਹੀਆਂ ਜੀ। ਹੈ ਕੋਈ ਜਾਣਕਾਰੀ ਇਹਦੇ ਬਾਰੇ ਢਿੱਲੋਂ ਸਾਹਿਬ? ਨਹੀਂ ਜੀ, ਮੈਂ ਵੈਸੇ ਨਾ ਕੋਈ ਬਹੁਤ ਲੰਬਾ ਸਮਾਂ ਹੋ ਗਿਆ ਮੈਂ ਦਰਬਾਰ ਸਾਹਿਬ ਵੀ ਨਹੀਂ ਪਹੁੰਚਿਆ। ਕਿਲ੍ਹਾ ਸਾਹਿਬ ਜਾਈਦਾ, ਸਾਡੇ ਗੁਆਂਢ 'ਚ ਹੀ ਪੈਂਦੇ ਹੈ। ਕਿਲ੍ਹਾ ਸਾਹਿਬ ਤਾਂ ਬਠਿੰਡੇ ਦੇ ਵਿੱਚ ਹੀ ਹੈ, ਔਰ ਨਾਲ ਹੀ ਜੇ ਦੇਖੀ ਤਾਂ ਤਖਤ ਦਮਦਮਾ ਸਾਹਿਬ ਵੀ ਜਾਂਦੇ ਆ ਜੀ। ਪਰ ਕਿਉਂਕਿ ਸੁਚੇਤ ਹੋ ਕੇ ਕਈ ਵਾਰੀ ਜੇ ਆਪਾਂ ਨਿਗਾਹ ਰੱਖੀਏ ਫਿਰ ਤਾਂ ਹੋ ਜਾਂਦਾ ਹੈ ਜੀ। ਮੈਂ ਕੋਈ ਉਸ ਕਿਸਮ ਦੀ ਨਜ਼ਰ ਨਹੀਂ ਰੱਖੀ, ਪਰ ਸਵਾਲ ਤਾਂ ਇਹ ਹੈ ਕਿ ਜੇ ਸਾਡੀ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ ਜੀ ਤਾਂ ਇਹ ਤਾਂ ਇੱਕ ਬਹੁਤ ਗੰਭੀਰ ਮਾਮਲਾ। ਔਰ ਇਹਦੇ ਤੇ ਜਿਹੜੀ ਹੈ ਠੀਕ ਜਿਹੜੀ ਹੈ ਟਿੱਪਣੀ ਉਹ ਤਾਂ ਕੋਈ ਸਿੱਖ ਵਿਦਵਾਨ ਹੀ ਕਰ ਸਕਦੇ ਹੈ ਜੀ। ਲੇਕਿਨ ਜੇ ਮਰਿਆਦਾ ਦੀ ਉਲੰਘਣਾ ਹੁੰਦੀ ਹੈ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਬਾਕੀ ਸਿੰਘ ਸਾਹਿਬਾਨ ਨੂੰ ਦਾ ਨੋਟਿਸ ਲੈਣਾ ਚਾਹੀਦਾ ਹੈ। ਤੇ ਜੇ ਇਹੀ ਕੁਛ ਰਿਹਾ ਤਾਂ ਕੱਲ ਵੀ ਆਪਾਂ ਉਹੀ ਜ਼ਿਕਰ ਕੀਤਾ ਸੀਗਾ ਕਿ ਸਾਡਾ ਵਿਰਸਾ, ਸਾਡਾ ਇਤਿਹਾਸ, ਸਭ ਕੁਛ ਜਿਹੜਾ ਹੈਗਾ ਉਹ ਚੇਂਜ ਹੋ ਜਾਊਗਾ। ਤਾਂ ਅਸੀਂ
ਕਿਤੇ ਨਾਗਪੁਰ ਵਾਲੇ ਰਾਹ ਨਾ ਪੈ ਜਾਈਏ। ਇਹ ਬੜਾ ਭਿਆਨਕ ਹੈ। ਇਹਦੇ ਤੇ ਸਾਨੂੰ ਬਹੁਤ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ। ਸਾਡੇ ਵਿਦਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਉਹਨਾਂ ਨੂੰ ਆ ਕੇ ਇਸ ਮਾਮਲੇ ਦੇ ਉੱਤੇ ਆਪਣੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ ਜੀ। ਹਾਂਜੀ ਵੀਰ ਜੀ, 56 ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ, ਇਹ ਜਿੱਥੇ RSS ਦਾ ਜ਼ੋਰ ਹੈਗਾ ਨਾ, ਉੱਥੇ ਕੰਮ ਜਿਹੜਾ ਹੌਲੀ ਹੌਲੀ ਉਹ ਆਪਣੇ ਮੋੜਾਂ ਨੂੰ ਲਿਜਾ ਰਹੇ ਆ। ਹੁਣ ਖੰਡੇ ਤੋਂ ਉਹਨਾਂ ਨੇ ਤੀਰ ਬਣਾਇਆ, ਤੀਰ ਤੋਂ ਫਿਰ ਤਰਸੂਲ ਬਣਾਉਗੇ। ਇਹ ਤਾਂ ਹੁਣ ਬਾਦਲਾਂ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਦੇਖਣਾ ਜੀ। ਆਮ ਬੰਦਾ ਇਹਦੀ ਗੱਲ ਕਰ ਸਕਦਾ, ਉਹ ਤਾਂ ਉੱਥੇ ਬੈਠੇ ਕਿ ਉਹਨਾਂ ਨੂੰ ਨਹੀਂ ਇਹ ਦੇਖਦਾ ਕਿ ਕੀ ਹੋ ਰਿਹਾ। ਇਹ ਉਹਨਾਂ ਦਾ ਪਹਿਲਾ ਫਰਜ਼ ਬਣਦਾ ਹੈਗਾ ਹੁਣ ਜਿਹੜੀ ਲੋਕਾਂ ਤੱਕ ਏਦਾਂ ਦੀ ਗੱਲ ਨਾ ਪਹੁੰਚੇ। ਇਸੇ ਕਰਕੇ ਇਹਨਾਂ ਨੂੰ ਉੱਥੇ ਨੁਮਾਇੰਦਗੀ ਦਿੱਤੀ ਸਿੱਖ ਕੌਮ ਨੇ। ਹੁਣ ਜੇ ਨੁਮਾਇੰਦਗੀ ਪੂਰੀ ਨਹੀਂ ਨਿਭਾ ਰਹੇ ਤਾਂ ਫਿਰ ਉਹ RSS ਨੇ ਉੱਥੇ ਆਪਣਾ ਕੰਮ ਕਰਨਾ ਸ਼ੁਰੂ ਤੋਂ ਰੋਕੂਗੇ ਤੇ ਚੰਗਾ ਰਹੂਗਾ। ਦੂਸਰੀ ਗੱਲ ਕਰਦਾ ਮੈਂ ਖਾੜੀ ਦੇ ਮੁਲਕਾਂ ਦੀ ਜਿਹੜੀ UAE ਅਰਬ ਐਮਿਰੇਟਸ ਹੈਗਾ, ਤੇ ਇਹਨਾਂ ਦੇ ਜਿਹੜੇ ਲਾ ਕਾਨੂੰਨ ਹੈਗੇ ਨਾ, ਇਹ 8-10 ਘੰਟੇ 'ਚ ਲਾਗੂ ਹੋ ਜਾਂਦੇ। ਜਿਹੜਾ ਕਹਿੰਦੇ ਆ ਹੁਣ ਸਾਡੇ ਵਾਂਗ ਨਹੀਂ ਹੈਗਾ 20-20 ਸਾਲ ਕਾਨੂੰਨ ਚੱਲਣਾ। ਮੈਂ 10-12 ਸਾਲ ਉੱਥੇ ਰਿਹਾ, ਮੈਨੂੰ ਪਤਾ ਹੈ ਨਾ ਮੁਲਕਾਂ ਦਾ। ਇੱਕ ਵਾਰੀ ਲੀਬੀਆ ਦੇ ਉੱਤੇ ਅਟੈਕ ਕੀਤਾ ਸੀ 80 ਦੇ ਵਿੱਚ, ਪ੍ਰੈਜ਼ੀਡੈਂਟ ਰੇਗਨ ਨੇ ਅਮਰੀਕਾ ਦੇ, ਤੇ ਉਸ ਲਈ ਉਹ ਪਾਕਿਸਤਾਨ ਦੇ ਜਿਹੜੇ ਆਰਮੀ ਦੇ ਕੁਝ ਅਫਸਰ ਸੀ, ਉਹਨਾਂ ਦੇ ਆਰਮੀ ਨੂੰ ਟ੍ਰੇਨਿੰਗ ਦਿੰਦੇ ਸੀ। ਹੁਣ ਅਮਰੀਕਾ ਦਾ ਪ੍ਰੈਸ਼ਰ ਪਾਕਿਸਤਾਨ ਦੇ ਉੱਤੇ ਰਹਿੰਦਾ ਹੀ ਆ। ਇਹਨਾਂ ਨੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਕਿਹਾ ਵੀ ਆਪਣੇ ਜਿਹੜੇ ਇੱਥੇ ਟ੍ਰੇਨਿੰਗ ਦੇਣੇ ਵਾਲੇ ਅਫਸਰ ਇਹਨਾਂ ਨੂੰ ਵਾਪਸ ਮੰਗਾ ਲਾ। ਜਦੋਂ ਉਹਦੇ ਕੋਲ ਇਹ ਮੈਸੇਜ ਪਹੁੰਚਿਆ ਗਦਾਫੀ ਦੇ ਕੋਲ, ਉਹਨੇ ਇਹ ਕਿਹਾ ਠੀਕ ਆ ਤੁਹਾਡੇ ਬੰਦੇ ਭੇਜ ਦੇਣਾ। ਨਾਲ ਹੀ ਉਹਨੇ ਇਹ ਕਹਿਤਾ 12 ਘੰਟੇ ਦੇ ਵਿੱਚ ਕੋਈ ਵੀ ਪਾਕਿਸਤਾਨੀ ਔਰ ਕੋਈ ਵੀ ਅਮਰੀਕਨ ਇੱਥੋਂ ਨਿਕਲ ਜਾਵੇ, ਨਹੀਂ ਤਾਂ 12 ਘੰਟੇ ਤੋਂ ਬਾਅਦ ਜੇਲ੍ਹ 'ਚ ਜਾਓਗੇ। ਉਸ ਲਈ ਜਿਹਨੂੰ ਜਿਸ ਵੀ ਕੰਟਰੀ ਦੀ ਫਲੈਟ ਮਿਲੀ ਆ ਉਹ ਉੱਥੇ ਨੂੰ ਚਲੇ ਗਿਆ ਵੀ ਉੱਥੋਂ ਚੇਂਜ ਕਰ ਲਵਾਂਗੇ। 12 ਘੰਟੇ ਦੇ ਨਿਕਲ ਗਏ ਤੇ ਉਹ 12 ਘੰਟੇ ਤੋਂ ਬਾਅਦ ਫਿਰ ਪਾਕਿਸਤਾਨ ਵਾਲੇ ਕਹਿਤਾ ਸੀ ਪਲੀਜ਼ ਇਹ ਕੰਮ ਨਾ ਕਰੋ, ਇੱਥੇ ਤੁਸੀਂ ਜਿਹੜੇ ਸਾਡੇ ਅਫਸਰ ਉੱਥੇ ਰੱਖ ਲਓ। ਫਿਰ ਉਹਨੇ ਇਹ ਕਿਹਾ ਜਿਹੜੇ ਚਲੇ ਗਏ ਉਹ ਤਾਂ ਵਾਪਸ ਨਹੀਂ ਆਉਗੇ, ਜਿਹੜੇ ਇੱਥੇ ਰਹਿ ਗਏ ਉਹ ਰਹਿ ਸਕਦੇ ਆ। ਏਦਾਂ ਦੇ ਉਹਨਾਂ ਦੇ ਜਿਹੜੇ ਆ ਕਾਨੂੰਨ ਇਫੈਕਟਡ ਹੈਗੇ ਆ। ਉਹ ਇਹਨਾਂ ਨੂੰ ਸੋਚ ਸਮਝ ਕੇ ਕਹਿਣਾ ਚਾਹੀਦਾ, ਨਹੀਂ ਦੁਸ਼ਮਣੀ ਪਾਣੀ ਚਾਹੀਦੀ। ਤੇ ਇਹ ਬਹੁਤ ਇਹਦੇ ਹੋ ਸਕਦਾ ਉੱਥੇ ਉਹ ਅਰਬ ਕੰਟਰੀ ਇਕੱਠੇ ਹੋ ਕਰਦੇ ਇੱਥੋਂ ਇੰਡੀਅਨ ਕੋਈ ਵੀ ਨਿਕਲ ਜਾਵੇ, ਉੱਥੋਂ ਇਕੱਲੇ ਹਿੰਦੂ ਨਹੀਂ ਸਾਰਿਆਂ ਨੂੰ ਨਿਕਲਣਾ ਪੈਣਾ ਫਿਰ। ਤੇ ਦੂਸਰੀ ਗੱਲ ਹੁਣ ਮੈਂ ਇੱਥੇ ਦੀ ਕਰਦਾ, ਹੁਣ ਪ੍ਰਧਾਨ ਮੰਤਰੀ ਦਾ ਪੈਸਾ ਦੇ ਰਹੇ ਆ, ਇਹ ਨੋਨ ਪ੍ਰੋਫਿਟ ਚੈਰਿਟੀ ਉਹਨਾਂ ਨੂੰ ਵੀ ਦੇ ਦਿਓ, ਕਹਿੰਦੇ $200-250 ਮਿਲੀਅਨ। ਹੁਣ ਚੈਰਿਟੀ ਦੇ ਅਸੂਲ ਕੀ ਆ? 85% ਇਹ ਆਪਣੇ ਖਰਚਿਆਂ 'ਚ ਪਾ ਸਕਦੇ ਆ, ਲੋਕਾਂ ਤੱਕ 15% ਪਹੁੰਚਣਾ ਹੈ। ਇਹ ਮਨੀ ਵੇਸਟਿੰਗ ਹੈਗੀ ਆ। ਇਹ ਤੋਂ ਬਿਹਤਰ ਜਿਹੜੀ ਵਲੰਟੀਅਰ ਲੋਕ ਹੈਗੇ ਉਹਨਾਂ ਨੂੰ ਦੇਣੇ, ਜਾ ਕੇ ਸਟੋਰ ਵਾਲੇ ਨੂੰ ਕਹਿ ਦੇਣ ਹਰ ਇੱਕ ਸਿਨ ਕਾਰਡ ਦੇ ਉੱਤੇ ਜਿਹੜਾ ਵੀ ਉੱਥੇ ਜਾਂਦਾ ਤੁਸੀਂ ਰੋਜ਼ ਹਫ਼ਤੇ 'ਚ ਇੰਨਾ ਰਾਸ਼ਨ ਉਹਨਾਂ ਨੂੰ ਫ੍ਰੀ ਦੇਣਾ। ਉਹ ਤਾਂ 100% ਪੈਸੇ ਉੱਥੇ ਲੱਗ ਜਾਊਗੇ। ਪਰ ਜਿਹੜੇ ਚੈਰਿਟੀ ਨੂੰ ਦੇਤੇ 85% ਤਾਂ ਉਹਨਾਂ ਨੇ ਆਪਣੀ ਤਨਖਾਹ 'ਚ ਖਾ ਜਾਣੇ ਆ। ਉਹ ਨੋਨ ਪ੍ਰੋਫਿਟ ਤਾਂ ਉਹਨਾਂ ਨੇ ਉਹ ਕਰਦੇ ਨਹੀਂ, ਜਿਹੜੇ ਵੀ ਪੈਸੇ ਹੁੰਦੇ ਆਪਣੀ ਤਨਖਾਹ ਵਧਾ ਲੈਂਦੇ ਆ। ਉਹਨਾਂ ਨੇ 15% ਲਾਣਾ, ਲੋਕਾਂ ਤੱਕ 15% ਪਹੁੰਚਣਾ ਆ। ਤੇ ਇਦਾਂ ਦੇ ਕੰਮ ਜਿਹੜੇ ਚੈਰਿਟੀਆਂ ਨੂੰ ਨਾ ਦੇਣ, ਜਿਹੜੀ ਬਲਾਟੀਆ ਜਿੱਦਾਂ ਸਿੱਖ ਸੰਸਥਾ ਹੈਗੀ ਆ ਫ੍ਰੀ ਕੰਮ ਕਰਦੇ ਆ, ਫ੍ਰੀ ਲੋਕਾਂ ਦੇ ਘਰ ਹੀ ਦਿੰਦੇ, ਇਹਨਾਂ ਦੇ ਆਪਣੇ ਕੋਈ ਖਰਚੇ ਨਹੀਂ। ਇਹ ਇਦਾਂ ਦੀਆਂ ਜਿਹੜੀਆਂ ਮੋਰਲ ਸੰਸਥਾ ਇਹਨਾਂ ਨੂੰ ਪੈਸੇ ਦੇਣੇ ਚਾਹੀਦੇ, ਨਾ ਕਿ ਚੈਰਿਟੀ ਜਿਹਨਾਂ ਨੂੰ ਪਹਿਲਾਂ ਉਹਨਾਂ ਨੇ ਛੋਟ ਦਿੱਤੀ ਹੋਈ 85% ਦੀ। ਇਹਨਾਂ ਕੰਮਾਂ ਦੀ ਗਰੇਜ ਕਰਨੀ ਚਾਹੀਦੀ ਮੈਂ ਇਹ ਕਹਿਣਾ। ਹੁਣ ਬਾਕੀ ਜਿਹੜੇ ਕੰਮ ਖੁੱਲ੍ਹਣੇ ਦੀ ਗੱਲ ਹੈਗੀ ਆ, ਕੰਮ ਜਿਹੜੇ ਜ਼ਿਲ੍ਹੇ ਇੱਥੇ ਕੋਈ ਬਾਹਰੋਂ ਬਿਮਾਰੀ ਆਉਂਦੀ ਆ ਉੱਥੇ ਵੀ ਆਮ ਬੰਦੇ ਸ਼ਹੀਦੀ ਪਾਉਂਦੇ ਆ। ਜ਼ਿਲ੍ਹੇ ਕੰਮਾਂ ਦੇ ਆਮ ਬੰਦੇ ਦਾ ਇਹਦਾ ਫੈਕਟ ਪਾਉਣਾ ਤੇ ਇਹ ਵੀ ਇਹਨਾਂ ਨੂੰ ਸੋਚ ਸਮਝ ਕੇ ਕਰਨਾ ਚਾਹੀਦਾ। ਇਹਨਾਂ ਦੇ ਪੋਲੀਟੀਕਲ ਲੋਕਾਂ ਦੇ ਉੱਤੇ ਕੋਈ ਪ੍ਰਭਾਵ ਨਹੀਂ ਉਹਦਾ ਪੈਣਾ। ਹੁਣ ਲੋਕ ਕੰਮਾਂ ਤੇ ਬੈਠੇ ਇਹਨਾਂ ਤੇ ਕੋਈ ਪ੍ਰਭਾਵ ਨਹੀਂ, ਇਹਨੂੰ 100% ਸੈਲਰੀ ਮਿਲਦੀ ਆ। ਜੇ ਕੰਮ ਕਰਨੇ ਵਾਲੇ ਨੂੰ 60% ਜਾਂ 55% ਅਨਪਲਾਈਮੈਂਟ ਮਿਲਦੀ ਆ। ਹੁਣ ਪਾਰਲੀਮੈਂਟ ਦੇ ਵਿੱਚ 10-12 ਬੰਦੇ ਜਾਂਦੇ, ਬਾਕੀ ਘਰ ਬੈਠੇ, ਉਹਨਾਂ ਨੂੰ 100% ਕਿਉਂ ਮਿਲਦੀ ਆ? ਉਹਨਾਂ ਨੂੰ ਅਨਪਲਾਈਮੈਂਟ ਦੀ ਤਰ੍ਹਾਂ 55% ਮਿਲਣੇ ਚਾਹੀਦੇ ਆ। ਤੇ ਜੇ ਹੁਣ 10-15 MPਆਂ ਦੇ ਨਾਲ ਕੰਮ ਚੱਲ ਸਕਦਾ ਆ, ਉੱਥੇ ਫੌਜ 350 ਬੰਦੇ ਦੀ ਲੋੜ ਕੀ ਆ? ਇਹ ਵੀ ਪੈਸੇ ਬਚ ਸਕਦੇ ਆ। ਇਹ ਨਹੀਂ ਦੇਖਦੇ, ਸਿਰਫ ਸਾਨੂੰ ਬਿਮਾਰ ਕਿੱਦਾਂ ਕਰਨਾ ਔਰ ਸਾਡਾ ਨੁਕਸਾਨ ਕਿੱਦਾਂ ਕਰਨਾ, ਇਹ ਕੰਮ ਕਰ ਰਹੇ ਅੱਜ ਤੱਕ। ਜੀ ਧੰਨਵਾਦ ਜੀ। ਓਕੇ ਜੀ, ਧੰਨਵਾਦ ਜੀ, ਤੁਹਾਡੇ ਵਿਚਾਰ ਜਾ ਚੁੱਕੇ ਆ। ਹਾਂਜੀ 7380 ਸਵਾਗਤ ਹੈ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਇੱਕ ਤਾਂ ਬਰਾਬਰ ਮੇਰੇ ਹਿਸਾਬ ਨਾਲ ਆਪਾਂ ਨੰਬਰਿੰਗ ਜਾਂ ਤਾਂ ਬਿਲਕੁਲ ਨਾ ਪਈਏ ਵੀ ਉੱਥੇ ਇੰਨੇ ਮਰ ਗਏ ਉੱਥੇ ਇੰਨੇ ਮਰ ਗਏ ਹਨਾ ਜੀ, ਕਿਉਂਕਿ ਮੇਨ ਚੀਜ਼ ਇਹ ਪ੍ਰੀਕਾਸ਼ਨ ਰੱਖੀਏ, ਆਪਾਂ ਸਾਰਾ ਉਹ ਧਿਆਨ ਰੱਖੀਏ। ਲਾਕਡਾਊਨ ਖੁੱਲੇ ਥੋੜਾ ਬਹੁਤਾ ਲੋਕੀ ਬਾਹਰ ਨਿਕਲਣ ਕੰਮ ਕਰਨ, ਫੇਰ ਹੀ ਕੰਮ ਸ਼ੁਰੂ ਹੋਣਾ ਹਨਾ ਜੀ। ਅਸੀਂ ਤਾਂ ਕਿਸਮ ਦਾ ਲਾਕਡਾਊਨ ਹੋਇਆ ਤਾਂ ਕੰਮ ਕਰ ਰਹੇ ਆ ਨਾ, ਥੋੜਾ ਬਹੁਤ ਉਹ ਹੈਗਾ ਪਰ ਕੰਮ ਚੱਲੀ ਜਾਂਦਾ, ਕਰੀ ਜਾਂਦੇ ਜੀ। ਬਾਕੀ ਆਪਣੇ ਜਿਹੜੀ ਗੱਲ ਆਪਣੇ ਕਰ ਰਹੇ ਨੇ ਆਪਣੇ ਨਿਸ਼ਾਨ ਸਾਹਿਬ ਚੇਂਜ ਕਰਨ ਦੀ, ਉਹ ਜਿਹੜੀ RSS ਤਾਂ ਇਹਨੇ ਹਟਣਾ ਹੀ ਨਹੀਂ, ਕਿਉਂਕਿ ਉਹਨਾਂ ਨੂੰ ਜੀ ਆਹੀ ਕੁਛ ਕਰਨਾ। ਜੇ ਬਾਦਲ ਹੁਣ ਪਰਿਵਾਰ ਸਹੁੰ ਵੀ ਪਾ ਦੇਣਾ, ਬਾਦਲ ਜਾ ਕੇ ਗੁਰੂ ਗ੍ਰੰਥ ਸਾਹਿਬ ਮੂਹਰੇ ਵੀ ਮੈਂ ਹੁਣ ਕੁਛ ਨਹੀਂ ਕਰਨ ਦੇਣਾ RSS ਨੂੰ,
ਫਿਰ ਵੀ ਉਹਨਾਂ ਨੂੰ ਕਰਨਾ ਹੀ ਪੈਣਾ ਧੱਕੇ ਨਾਲ, ਕਿਉਂਕਿ ਇਹ ਪਰਿਵਾਰ ਇਹ ਕਾਣਾ ਹੀ ਇੰਨਾ ਕਰਤਾ ਆਪਣੇ ਸਰਕਾਰਾਂ ਨੇ ਦੇ ਕੇ ਇਹਨੂੰ ਆਪਣੇ 2 ਨੰਬਰ ਦਾ ਆਪਣੇ ਕਰਪਸ਼ਨ ਕਰਾ ਕੇ ਇਹ ਚਾਹੇ ਤਾਂ ਵੀ ਨਹੀਂ ਕੁਝ ਕਰ ਸਕਦਾ ਜੀ। ਹੁਣ ਜਿਵੇਂ ਹੁਣ ਆਪਣੇ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਦੀ ਗੱਲ ਕਰਦੇ ਆ, ਉਹ ਕੰਮ ਤਾਂ ਕਰਨਾ ਚਾਹੁੰਦੇ ਨੇ ਪਰ ਉਹ ਇੱਕਦਮ ਨਹੀਂ ਵੀ ਇੱਕਦਮ ਹੀ ਬੰਬ ਭੰਨ ਦੇਣਗੇ ਉਹ। ਜੀ ਜੀ ਜੀ। ਉਹਨਾਂ ਨੂੰ ਵਿੱਚ ਰਹਿ ਕੇ ਕੰਮ ਕਰਨਾ ਪੈਣਾ, 100% ਬੰਦੇ ਪੱਟਣੇ ਪੈਣੇ ਨੇ ਵਿੱਚੋਂ, ਵੋਟਿੰਗ ਸਿਸਟਮ ਹੋਵੇ, ਸਾਰਾ ਕੁਝ ਹੋਵੇ, ਫੇਰ ਕਿਤੇ ਗੱਲ ਬਣਨੀ। ਇੰਨਾ ਸੌਖਾ ਕੰਮ ਨਹੀਂ। ਹੁਣ ਜਿਵੇਂ ਕੱਲ ਭਾਈ ਸਾਹਿਬ ਗੱਲ ਕਹਿੰਦੀ ਉੱਥੇ ਲੈ ਕੇ ਕਿਤਾਬ, ਉਹ ਕਹਿੰਦੇ 90% ਸਹੀ ਆ। ਇਹ ਐਡੀ ਛੇਤੀ ਗੱਲਾਂ ਨਹੀਂ ਹੋਣੀਆਂ। ਇਹ ਜਿੰਨਾ ਚਿਰ ਬਾਦਲਾਂ ਤੋਂ ਛੁਟਕਾਰਾ ਨਹੀਂ ਹੁੰਦਾ ਸ਼੍ਰੋਮਣੀ ਕਮੇਟੀ ਦਾ ਕੱਖ ਵੀ ਨਹੀਂ ਹੋਣਾ, ਜਿੰਨਾ ਮਰਜ਼ੀ ਜ਼ੋਰ ਲਾਈ ਜਾਣ। ਜੀ ਜੀ ਹਨਾ, ਇਹ ਬਹੁਤ ਚੀਜ਼ਾਂ ਸੋਚਣੀਆਂ ਪੈਣੀਆਂ। ਹੁਣ ਆਪਾਂ ਦੇਖਦੇ ਹੀ ਆ, ਉੱਥੇ ਹਜ਼ੂਰ ਸਾਹਿਬ ਜਾ ਕੇ ਦੇਖ ਲਓ, ਉਹ ਕੋਈ ਉੱਥੇ ਕੋਈ ਮਨ ਮਤ ਚੱਲਦੀ ਆ ਸਿੱਖਾਂ ਦੀ ਜੀ ਹਨਾ। ਆਪਾਂ ਜਾ ਕੇ ਰਹਿ ਕੇ 5-6 ਦਿਨ ਦੇਖ ਆਏ ਆ, ਉੱਥੇ ਜਾਣ ਦੀ ਲੋਕੀ ਕਈ ਕਹਿੰਦੇ ਜੀ ਉੱਥੇ ਹਜ਼ੂਰ ਸਾਹਿਬ ਤੋਂ ਜਾਣ ਨੂੰ ਮਨ ਨਹੀਂ ਮੁੜਦਾ, ਪਰ ਮਨ ਉੱਥੇ ਜਾ ਕੇ ਦੁਖੀ ਵੀ ਬਹੁਤ ਹੁੰਦਾ। ਹੱਦ ਹੋ ਗਈ ਯਾਰ, ਜਿਹੜੇ ਕੰਮਾਂ ਤੋਂ ਸਾਨੂੰ ਸਾਡਾ ਧਰਮ ਹਟਾਉਂਦਾ ਉਹ ਸਾਰਾ ਉਹੀ ਉੱਥੇ ਹੁੰਦਾ। ਬਿਲਕੁਲ ਜੀ, ਪੂਰਾ ਮਨਮਤ ਦਾ ਕੰਮ ਹੁੰਦਾ। ਧੰਨਵਾਦ ਪੂਰਾ ਮਨਮਤ ਹੋ ਰਿਹਾ ਜੀ ਹਨਾ। ਜੀ ਜੀ, ਇਹੀ ਆ ਵੀ ਇਹ ਰੱਬ ਮੂਹਰੇ ਇਹ ਅਰਦਾਸ ਕਰੀਏ ਵੀ ਹੁਣ ਇਹ ਵਧੀਆ ਬੰਦੇ ਸਾਰੇ ਇਕਜੁੱਟ ਹੋ ਕੇ ਵਧੀਆ ਤਰੀਕੇ ਨਾਲ, ਪ੍ਰੋਪਰ ਤਰੀਕੇ ਨਾਲ ਕਰਨ, ਤਾਂ ਕਿਤੇ ਬਾਦਲ ਪਰਿਵਾਰ ਪਰੇ ਕਰ ਹੋਣਾ। ਇਹਨਾਂ ਨੇ ਨਹੀਂ ਹੋਣਾ। ਨਹੀਂ ਹੋਣਾ ਜੀ। ਜਿੰਨੀ ਇਹ ਡੱਡੂਆਂ ਦੀ ਪਸੇਰੀ ਹੈ, ਇਕੱਠੇ ਨਹੀਂ ਹੋਣੇ। ਛੜੱਪੇ ਮਾਰ ਬਾਹਰ ਭੱਜ ਜਾਂਦੇ। ਹਰੇਕ ਬੰਦਾ ਚਾਹੁੰਦਾ ਮੈਂ ਪ੍ਰਧਾਨ ਬਣਾ। ਧੰਨਵਾਦ ਵੀਰ ਜੀ। ਹਾਂਜੀ ਧੰਨਵਾਦ। ਹਾਂਜੀ ਸਵਾਗਤ ਹੈ ਵੀਰ ਜੀ। 2160। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਦੇਖੋ ਜਿਹੜੀ ਆਪਣੇ ਫਰਜੀ ਖਬਰ ਦੇ ਜਿਹੜੇ ਚਾਈਨਾ ਦੀ ਜਹਾਜ਼ਾਂ ਦੀ ਹੈ ਨਾ ਜੀ, ਤੇ ਉਹਦੇ ਵਿੱਚ ਲੱਗਦਾ ਭਾਜੀ ਕੋਈ ਲੱਗਦਾ ਵੀ ਚਾਈਨਾ ਨੇ ਉਹਨਾਂ ਨੂੰ ਵਾਪਸ ਕੀਤਾ, ਵੀ ਕੋਈ ਸਮਾਨ ਦੇਣ ਤੋਂ ਨਾ ਕੀਤੀ ਲੱਗਦੀ ਹੈ। ਜੇ ਮਤਲਬ ਇਹ ਹੋ ਸਕਦਾ ਸੀ ਵੀ ਜੇ ਉਹ ਪਰਮਿਸ਼ਨ ਖਤਮ ਹੋ ਗਈ ਸੀ, ਪਰਮਿਸ਼ਨ ਹੋਰ ਵੀ ਲਈ ਜਾ ਸਕਦੀ, ਦਿੱਤੀ ਜਾ ਸਕਦੀ ਸੀ ਹਨਾ ਜੀ। ਤੇ ਇਹਦੇ ਖਬਰ ਦੇ ਪਿੱਛੇ ਕੋਈ ਹੋਰ ਗੱਲਬਾਤ ਆ ਹਨਾ ਜੀ, ਤੇ ਇਹਦੇ ਬਾਰੇ ਵੀ ਆਪਾਂ ਨੂੰ ਫਾਈਂਡ ਆਊਟ ਕਰਨਾ ਚਾਹੀਦਾ। ਹਾਂ ਵੀਰ ਜੀ, ਜਿਹੜੇ 에ਅਰਲਾਈਨ ਦੇ ਨਾ ਖਰਚੇ ਬਹੁਤ ਜ਼ਿਆਦਾ ਹੁੰਦੇ, ਉੱਥੇ ਪਾਰਕਿੰਗ ਦੇ ਖਰਚੇ ਬਹੁਤ ਜ਼ਿਆਦਾ ਪੈਂਦੇ ਆ, ਤਾਂ ਉਹਨਾਂ ਨੇ ਇਹੀ ਸੋਚਿਆ ਹੋਣਾ ਵੀ ਸ਼ਾਇਦ ਦੁਬਾਰਾ ਆ ਜਾਵਾਂਗੇ, ਪਰ ਖੜੇ ਰਹਿਣ ਦਾ ਖਰਚਾ ਬਹੁਤ ਜ਼ਿਆਦਾ ਪੈਂਦਾ। ਨਹੀਂ ਭਾਜੀ ਦੇਖੋ, ਜਦੋਂ ਵਾਪਸ ਆਏ ਨੇ ਉਧਰੋਂ ਉਹਦਾ ਵੀ ਖਰਚਾ ਪਿਆ ਹੀ ਹੋਣਾ ਨਾ ਜੀ ਜੀ। ਹੁਣ ਇੱਧਰੋਂ ਵਾਪਸ ਦੁਬਾਰੇ ਜਾਣਗੇ ਲੈਣ, ਫਿਰ ਵੀ ਉਹਨਾਂ ਨੂੰ ਖਰਚਾ ਪੈਣਾ ਹੀ ਹੈ। ਜੇ ਉੱਥੇ ਖੜੇ ਸੀ, ਉੱਥੇ ਵੇਟ ਕਰਦੇ ਸੀ, ਤੇ ਉਹ ਖਰਚਾ ਜਿੰਨਾ ਹੈਗਾ ਸੀ ਉਹ ਚਲੋ ਗੌਰਮੈਂਟ ਨੇ ਦੇਣਾ ਸੀ ਉਹ ਹਾਂਜੀ, ਤੇ ਉਹ ਕੀਤਾ ਜਾ ਸਕਦਾ ਸੀ। ਚਲੋ ਇਹ ਤਾਂ ਚਲੋ ਹੋ ਗਈ, ਗੌਰਮੈਂਟ ਦੀ ਗੱਲ ਹੋ ਗਈ ਹੈ ਨਾ ਜੀ। ਦੂਸਰੀ ਗੱਲ ਆ ਭਾਜੀ, ਜਿਹੜੇ RSS ਆ ਨਾ, ਇਹ ਟੋਟਲੀ ਆਪਣੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦਾ, ਪਰ ਹੌਲੀ ਹੌਲੀ ਕਰਨਾ ਚਾਹੁੰਦਾ ਹਨਾ। ਤੇ ਜੇ ਇਹ 2022 ਦੇ ਵਿੱਚ RSS ਤੇ ਭਾਜਪਾ ਦੁਬਾਰੇ ਆ ਗਈ, ਬਹੁਤ ਕੁਛ ਚੇਂਜ ਹੋ ਜਾਣਾ ਭਾਜੀ। ਹੁਣ ਤੇ ਹੁਣੀ ਦੇਖ ਲਓ ਤੁਸੀਂ, ਮੁਸਲਮਾਨਾਂ ਤੇ ਕੀ ਅਤਿਆਚਾਰ ਹੋ ਰਿਹਾ ਨਾ, ਸਿੱਖਾਂ ਤੇ ਕੀ ਹੋ ਰਿਹਾ ਨਾ, ਦੂਸਰੀਆਂ ਕਮਿਊਨਿਟੀਆਂ ਤੇ ਕੀ ਹੋ ਰਿਹਾ। ਤੇ ਇਹਦੇ ਕਰਕੇ ਭਾਜੀ ਆਪਾਂ ਨੂੰ ਸਾਰਿਆਂ ਨੂੰ ਜਾਗਰੂਕ ਰਹਿਣਾ ਚਾਹੀਦਾ ਭਾਜੀ ਹਨਾ, ਤੇ ਇਹਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਜੀ। ਧੰਨਵਾਦ ਵੀਰ ਜੀ। ਓਕੇ ਓਕੇ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। 11:33। ਹਾਂਜੀ ਮੈਂ ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜਿਹੜੀਆਂ ਅੱਜ ਕੱਲ੍ਹ ਪਾਰਟੀਆਂ, ਪੋਲੀਟੀਕਲ ਪਾਰਟੀਆਂ ਇੱਕ ਦੂਸਰੇ ਤੇ ਨਾ ਬਲੇਮ ਦੇ ਪੁਆਇੰਟ ਹੀ ਹੋ ਰਹੇ ਨੇ। ਬਾਕੀ ਜਿਹੜਾ ਜਿਵੇਂ ਕਿ ਕੈਪਟਨ ਤੇ ਹਰਸਿਮਰਤ ਬਾਦਲ ਉਹਨਾਂ ਦੇ ਟਵਿੱਟਰ ਤੇ ਚੱਲ ਰਹੇ ਨੇ। ਦੂਸਰਾ ਇਹ ਆ ਕਿ ਜਿਹੜੇ ਮੈਂ ਕੱਲ ਆਪਣੀ ਦੇਖ ਰਹੀ ਸੀ ਟਰੰਪ ਉਹਨਾਂ ਦੀ ਰਿਪੋਰਟ ਜਿਹੜੀ ਦੱਸ ਰਹੇ ਸੀਗੇ ਲਾਈਵ, ਮੈਂ ਉਹਦੇ ਵਿੱਚ ਇਹੀ ਦੇਖਿਆ ਸੀ ਉਹਨਾਂ ਨੂੰ ਆਪਣੇ CNN ਸ਼ਾਇਦ ABC ਦੇ ਰਿਪੋਰਟਰ ਨੇ ਕੁਐਸਚਨ ਕਰਿਆ ਸੀ ਉਹਦੇ ਬਾਰੇ, ਜਿਹੜਾ ਉਹਨਾਂ ਨੇ ਕਿਹਾ ਕਿ ਆਪਣੀ ਹੁਣ ਨਿਊਜ਼ ਤੇ ਆਇਆ ਕਿ ਉਹ ਝੂਠ ਬੋਲਦੇ ਨੇ, ਪਰ ਉਹਨਾਂ ਨੇ ਇਹੀ ਕਿਹਾ ਸੀ ਕਿ ਮੈਂ ਅਨਅਵੇਅਰ ਆ ਇਸ ਟਾਈਮ ਤੇ। ਪਰ ਉਹਨਾਂ ਦਾ ਇਹ ਵੀ ਕੁਐਸਚਨ ਸੀ ਕਿ ਤੁਹਾਡੇ ਕੋਲ ਪਹਿਲਾਂ ਰਿਪੋਰਟ ਕਿਵੇਂ ਦੇਤੀ CDC ਨੇ ਕਿ ਸਾਡੇ ਕੋਲ ਨਹੀਂ ਆਈ, ਰਾਈਟ। ਤੇ ਦੂਸਰਾ ਜਿਹੜਾ ਹੈਗਾ ਆ ਆਪਣਾ ਕੈਨੇਡਾ ਦੇ ਜਿਹੜਾ ਫੰਡਿੰਗ ਮਿਲੀ ਆਪਣਾ ਮੀਡੀਆ ਨੂੰ, ਉਹਦੇ ਵਿੱਚ ਇਹ ਹੈ ਕਿ ਇਹ ਜਿਹੜੀ ਫੰਡਿੰਗ ਜਦੋਂ ਮੀਡੀਆ ਨੂੰ ਗੌਰਮੈਂਟ ਦਿੰਦੀ ਆ ਤਾਂ ਉਹਨੂੰ ਇੱਕ ਤਰ੍ਹਾਂ ਦਾ ਐਨਕਰੇਜ ਕਰਨ ਨੂੰ ਦਿੰਦੀ ਆ। ਇਹ ਨਹੀਂ ਕਿ ਤੁਸੀਂ, ਕਿਉਂਕਿ ਸਾਰੇ ਮੀਡੀਆ ਜੇ ਕਿਸੇ ਨੇ ਚਲਾਉਣਾ ਤਾਂ ਚਲਾਓ, ਜੇ ਨਹੀਂ ਚੱਲਦਾ ਤਾਂ ਬੰਦ ਕਰਕੇ ਘਰ ਨੂੰ ਜਾਓ, ਨਹੀਂ ਤਾਂ ਗੱਲ ਉਹ ਹੁੰਦੀ ਆ। ਦੂਸਰੀ ਰਹੀ ਗੱਲ ਜਿਹੜੀ ਮੈਡੀਸਨ ਦਾ ਇਫੈਕਟ ਹੈਗਾ ਆ, ਉਹ ਜਿਹੜਾ ਹੁਣ ਮੈਡੀਸਨ ਦੀ ਅੱਜ ਇਫੈਕਟ ਦਾ ਵੀ ਮੈਂ ਸੁਣਿਆ, ਇਹਦੇ ਵਿੱਚ ਇਹ ਆ ਕਿ ਜਿਹੜੀ ਦਵਾਈ ਦੇ ਤਾਂ ਸਾਰੀਆਂ ਦੇ ਇਫੈਕਟ ਹੁੰਦੇ ਨੇ। ਸਾਨੂੰ ਚਾਈਨਾ ਦੀ ਹੁਣ ਥਾਂ ਅਸੀਂ ਲੈਂਦੇ ਹਾਂ, ਚਲੋ ਹੁਣ ਵੀ ਜੇ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਲਵਾਂਗੇ, ਪਰ ਉਹਨਾਂ ਦੇ ਨਾਲ ਉਸ ਦਵਾਈ ਨੂੰ ਜਿਹੜੀ ਵੀ ਅਸੀਂ ਲੈਂਦੇ ਹਾਂ ਉਹ ਤੇ ਕਿੰਨੇ ਹੀ ਸਾਈਡ ਇਫੈਕਟ ਦੇ ਨਾ ਨਾਲ ਪੇਪਰ ਪ੍ਰਿੰਟਡ ਆਉਂਦੇ ਨੇ। ਇਸ ਕਰਕੇ ਅਸੀਂ
ਕਿਸੇ ਤੇ ਬਲੇਮ ਨਹੀਂ ਕਰ ਸਕਦੇ। ਬਾਕੀ ਜਿਹੜਾ ਕੈਨੇਡਾ ਵਿੱਚ ਮੀਟ ਫੈਕਟਰੀ ਤੇ ਹੁਣ ਚੈਕਿੰਗ ਹੋ ਰਹੀ ਆ, ਚੈਕਿੰਗ ਨਹੀਂ ਮੇਰਾ ਮਤਲਬ ਆਪਣਾ ਕੋਰੋਨਾ ਵਾਇਰਸ ਦੀ ਉਹ ਕੱਢ ਰਹੇ ਨੇ, ਇਹ ਤਾਂ ਪਹਿਲਾਂ ਇੱਥੇ ਹੁੰਦੀ, 10 ਕੁ ਦਿਨਾਂ ਬਾਅਦ ਇਹ ਕੈਨੇਡਾ 'ਚ ਹੋਣ ਲੱਗ ਜਾਂਦੀ ਆ। ਸੋ ਇੰਨਾ ਕਿ ਮੈਂ ਨਿਊਜ਼ ਤੇ ਕਹਿਣਾ ਚਾਹੁੰਦੀ ਹਾਂ ਕਿ ਥੈਂਕ ਯੂ। ਧੰਨਵਾਦ ਜੀ, ਧੰਨਵਾਦ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 26/17। ਹਾਂਜੀ, ਸਤਿ ਸ਼੍ਰੀ ਅਕਾਲ ਚੰਨੀ ਸਾਹਿਬ ਜੀ। ਸਤਿ ਸ਼੍ਰੀ ਅਕਾਲ ਵੀਰੇ, ਸਵਾਗਤ ਹੈ ਜੀ। ਹਾਂ ਮੈਂ ਲੁਧਿਆਣੇ ਤੋਂ ਬੋਲਦਾ ਜੀ, ਮਨਜੀਤ ਸਿੰਘ ਹੈ ਜੀ। ਸਵਾਗਤ ਹੈ। ਬਹੁਤ ਸੋਹਣਾ ਲੱਗਦਾ ਜੀ ਤੁਹਾਡਾ ਪ੍ਰੋਗਰਾਮ ਸੁਣ ਕੇ। ਮੈਨੂੰ ਥੋੜਾ ਟਾਈਮ ਹੀ ਹੋਇਆ ਥੋੜਾ ਰੇਡੀਓ ਤੇ ਹਲਕਾ ਸੁਣਦੇ ਨੂੰ ਜੀ। ਤੇ ਪਹਿਲੀ ਤਾਂ ਗੱਲ ਤੁਹਾਨੂੰ ਅਸੀਂ ਵਧਾਈ ਦਿੰਦੇ ਹਾਂ ਕਿ ਤੁਹਾਡੇ ਵਰਗੇ ਮਤਲਬ ਐਂਕਰ ਤੇ ਢਿੱਲੋਂ ਸਾਹਿਬ ਵਰਗੇ ਸੀਨੀਅਰ ਤੇ ਤਜਰਬੇਕਾਰ ਤਜਜ਼ੀਆਕਾਰ ਸਾਡੇ ਸਾਹਮਣੇ ਪੇਸ਼ ਕਰਦੇ ਹੋ ਜੀ। ਥੈਂਕ ਯੂ। ਬਹੁਤ ਹੀ ਮਤਲਬ ਬਹੁਤ ਵਧੀਆ ਲੱਗਦਾ ਜੀ। ਥੈਂਕ ਯੂ ਜੀ। ਤੇ ਦੂਜੀ ਗੱਲ ਇਹ ਹੈ ਕਿ ਤੁਹਾਡੇ ਜਿਹੜੇ ਸਰੋਤੇ ਆ ਨਾ, ਬਹੁਤ ਹੀ ਇੰਨੇ ਸਿਆਣੇ ਤੇ ਸੂਝਵਾਨ ਸਰੋਤੇ ਸਾਡੇ ਸਨਮੁਖੋਂ ਕਈ ਵਾਰ ਬਹੁਤ ਇੰਨੀਆਂ ਵਧੀਆ ਗੱਲਾਂ ਕਰਦੇ ਆ ਜੀ। ਤੇ ਹਾਂ, ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹੂੰਗਾ ਸਰਦਾਰ ਕਾਂਢੀ ਮੰਗਤਾ ਜੀ ਦਾ ਜੀ। ਉਹਨਾਂ ਦਾ ਨਾਂ ਅਸੀਂ ਬਹੁਤ ਸੁਣਿਆ ਸੀਗਾ, ਸੋਸ਼ਲ ਮੀਡੀਆ ਤੇ ਬੜਾ ਨਾਂ ਉਹਨਾਂ ਦਾ। ਮਤਲਬ ਇੰਨੀਆਂ ਵਧੀਆ ਗੱਲਾਂ, ਡੂੰਘੀਆਂ ਗੱਲਾਂ ਤਾਂ ਇੰਨੇ ਸੌਖੇ ਤੇ ਸਿੱਧੇ ਤਰੀਕੇ ਦੇ ਨਾਲ ਉਹ ਕਹਿ ਜਾਂਦੇ ਆ ਜੀ। ਕਈ ਵਾਰ ਵਿਅੰਗ ਵੀ ਵਰਤਦੇ ਆ ਕਈ ਵਾਰ ਹੋ ਕਿ ਬਹੁਤ ਹੀ ਮਨ ਨੂੰ ਸਕੂਨ ਮਿਲਦਾ। ਅਸੀਂ ਉਹਨਾਂ ਦੇ ਫੈਨ ਆ ਜੀ, ਬਹੁਤ ਵਧੀਆ। ਤੇ ਹੋਰ ਵੀ ਤੁਹਾਡੇ ਸਾਰੇ ਸਰੋਤੇ ਜਿੰਨੇ ਹੈਗੇ ਆ, ਸਾਨੂੰ ਬਹੁਤ ਵਧੀਆ ਲੱਗਦਾ ਜੀ। ਧੰਨਵਾਦ ਵੀਰ ਜੀ, ਧੰਨਵਾਦ ਜੀ, ਧੰਨਵਾਦ। ਤੁਸੀਂ ਇੰਡੀਆ ਤੋਂ ਕਾਲ ਕਰ ਰਹੇ ਹੋ। ਸਾਡੇ ਸਰੋਤੇ ਸਾਰੇ ਬੜੇ ਸਮਝਦਾਰ ਆ ਜੀ, ਬੜੇ ਲਿਆਕਤ ਦੇ ਨਾਲ ਬੋਲਦੇ ਆ ਤੇ ਜਿਹੜੀ ਸ਼ਬਦਾਂ ਦੀ ਚੋਣ ਆ ਬੜੀ ਵਧੀਆ ਹੁੰਦੀ ਹੈ ਜੀ। ਢਿੱਲੋਂ ਸਾਹਿਬ। ਬਿਲਕੁਲ ਜੀ, ਅਸੀਂ ਸ਼ੁਕਰਗੁਜ਼ਾਰ ਹਾਂ ਸਰੋਤਿਆਂ ਦੇ, ਕਿਉਂਕਿ ਸਰੋਤੇ ਦੇ ਦਰਸ਼ਕ ਇਹੀ ਸਾਡਾ ਸਰਮਾਇਆ, ਇਹੀ ਸਾਡੀ ਸ਼ਕਤੀ ਹੈ ਜੀ। ਜੇ ਸਾਡੇ ਸਰੋਤੇ ਸਾਡਾ ਉਤਸ਼ਾਹ ਵਧਾਉਣਗੇ, ਅਸੀਂ ਹੋਰ ਜ਼ਿਆਦਾ ਮਿਹਨਤ ਨਾਲ ਕੰਮ ਕਰਾਂਗੇ। ਜੇ ਉਹ ਸਾਨੂੰ ਫਰਸਟ੍ਰੇਟ ਕਰਨਗੇ, ਸਾਨੂੰ ਨਿਰਾਸ਼ ਕਰਨਗੇ ਤਾਂ ਕੁਦਰਤੀ ਤੌਰ ਤੇ ਹੈ, ਫਿਰ ਉਹ ਕੰਮ ਨਹੀਂ ਹੁੰਦਾ। ਵੀਰ ਜੀ ਨੇ ਪੰਜਾਬ ਤੋਂ ਲੁਧਿਆਣਾ ਤੋਂ ਗੱਲ ਕੀਤੀ ਹੈ, ਇਹਨਾਂ ਦਾ ਤਾਂ ਬਹੁਤ ਹੀ ਧੰਨਵਾਦ, ਕਿਉਂਕਿ ਇਹਨਾਂ ਨੇ ਅਸਲ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਭਾਵਨਾਵਾਂ ਉਹਨਾਂ ਦਾ ਇਜ਼ਹਾਰ ਕੀਤਾ ਹੈ ਜੀ। ਬਿਲਕੁਲ ਜੀ, ਇਹਨਾਂ ਡਾਇਰੈਕਟ ਕਾਲ ਕੀਤੀ ਹੈ। ਢਿੱਲੋਂ ਸਾਹਿਬ, ਨਵਾਦਾ ਜ਼ਿਲ੍ਹੇ 'ਚ ਤਾਇਨਾਤ SDM ਅਨੂ ਕੁਮਾਰ ਨੂੰ ਬਿਹਾਰ ਸਰਕਾਰ ਨੇ ਕਿਉਂ ਕੀਤਾ ਮੁਅੱਤਲ? ਬਿਲਕੁਲ ਜੀ, ਖਬਰ ਇਹ ਬੜੀ ਇੰਟਰਸਟਿੰਗ ਹੈ। ਅਸਲ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸਾਡੇ ਉੱਤਰੀ ਭਾਰਤ ਦੇ ਬਹੁਤ ਸਾਰੇ ਬੱਚੇ ਜਿਹੜੇ ਸਟੂਡੈਂਟਸ ਹੈ, ਉਹ ਵੱਡੇ ਕੋਰਸਾਂ ਦੇ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਕੋਚਿੰਗ ਲੈਂਦੇ ਆ, ਤਿਆਰੀ ਕਰਦੇ ਆ, ਔਰ ਉਹਦੇ ਲਈ ਉਹਨਾਂ ਨੂੰ ਸਭ ਤੋਂ ਵਧੀਆ ਜਿਹੜਾ ਜਾਪਦਾ ਹੈ, ਸ਼ਾਇਦ ਵੱਡਾ ਐਜੂਕੇਸ਼ਨ ਸੈਂਟਰ ਹੈ, ਮੈਂ ਕਦੇ ਗਿਆ ਤਾਂ ਹੈ ਨਹੀਂ, ਕੋਟਾ ਰਾਜਸਥਾਨ ਦੇ ਵਿੱਚ ਹੈ। ਪਿਛਲੇ ਸਮੇਂ 'ਚ ਜਦੋਂ ਲਾਕਡਾਊਨ ਲੱਗ ਗਿਆ ਸੀ ਤੇ ਸਾਡੇ ਬਹੁਤ ਸਾਰੇ ਜਿਹੜੇ ਹੈਗੇ ਸਟੂਡੈਂਟਸ ਉੱਥੇ ਫਸੇ ਹੋਏ ਆ। ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉੱਥੇ ਬੱਸਾਂ ਭੇਜੀਆਂ, ਬੱਸਾਂ ਭੇਜ ਕੇ ਉਹਨਾਂ ਨੇ ਆਪਣੇ ਸਟੂਡੈਂਟਸ ਵਾਪਸ ਬੁਲਾਏ। ਫਿਰ ਛੱਤੀਸਗੜ੍ਹ ਵਾਲਿਆਂ ਨੇ ਕਿਹਾ, ਹੁਣ ਮੱਧ ਪ੍ਰਦੇਸ਼ ਵਾਲਿਆਂ ਦੀ ਗੱਲ ਵੀ ਆ ਰਹੀ ਹੈ। ਔਰ ਰਾਜਸਥਾਨ ਦੇ ਮੁੱਖ ਮੰਤਰੀ ਦੀ ਇੱਕ ਸਟੇਟਮੈਂਟ ਆਈ ਹੈ, ਉਹਨਾਂ ਨੇ ਕਿਹਾ ਹੈ ਕਿ ਬਹੁਤ ਸਾਰੇ ਰਾਜਾਂ ਨੇ, ਹੋਰ ਰਾਜਾਂ ਨੇ ਵੀ ਸਾਨੂੰ ਅਪਰੋਚ ਕੀਤਾ ਕਿ ਅਸੀਂ ਆਪਣੇ ਸਟੂਡੈਂਟਸ ਵਾਪਸ ਲੈ ਕੇ ਜਾਣੇ ਆ ਔਰ ਅਸੀਂ ਉਹਨਾਂ ਦੇ ਸਟੂਡੈਂਟਸ ਨੂੰ ਭੇਜਣ ਦੇ ਲਈ ਤਿਆਰ ਹਾਂ। ਲੇਕਿਨ ਇੱਥੇ ਇੱਕ ਰੌਲਾ ਪਿਆ ਹੋਇਆ, ਉਹ ਰੌਲਾ ਇਹ ਪਿਆ ਕਿ ਬਿਹਾਰ ਦੀ ਸਰਕਾਰ ਨੇ ਇਨਕਾਰ ਕਰਤਾ ਸੀ ਕਿ ਅਸੀਂ ਆਪਣੇ ਸਟੂਡੈਂਟਸ ਵਾਪਸ ਨਹੀਂ ਲਵਾਂਗੇ। ਉਹਨਾਂ ਨੇ ਕਿਹਾ ਸੀਗਾ, ਨਿਤੀਸ਼ ਕੁਮਾਰ ਸਾਹਿਬ ਨੇ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਹੈ, ਉਹਨਾਂ ਨੇ ਕਿਹਾ ਸੀ ਕਿ ਜੇ ਅਸੀਂ ਸਟੂਡੈਂਟਸ ਨੂੰ ਵਾਪਸ ਬੁਲਾ ਲਿਆ ਤਾਂ ਫਿਰ ਜਿਹੜੀ ਲਾਕਡਾਊਨ ਦਾ ਸਿਧਾਂਤ ਹੈ ਉਹਦੀ ਉਲੰਘਣਾ ਹੋਣੀ ਹੈ। ਗੱਲ ਉਹਨਾਂ ਦੀ ਬੜੀ ਸਿਆਣੀ ਹੈ। ਲੇਕਿਨ ਇੱਥੇ ਹੋਇਆ ਕੀ, ਇੱਥੇ ਜਿਹੜੇ ਨਵਾਦਾ ਦੇ SPM ਸਾਹਿਬ ਹੈ, ਉਹਨਾਂ ਨੇ ਇੱਕ VIP ਕਰਫਿਊ ਪਾਸ ਜਾਰੀ ਕਰਤਾ। ਔਰ ਇਹ VIP ਕਰਫਿਊ ਪਾਸ ਜਾਰੀ ਕਿਹਨੂੰ ਕੀਤਾ? ਇਹ ਜਾਰੀ ਕੀਤਾ ਜੀ ਅਨਿਲ ਸਿੰਘ। ਅਨਿਲ ਸਿੰਘ BJP ਦੇ MLA ਹੈ। ਅਨਿਲ ਸਿੰਘ ਦੀ 17 ਸਾਲ ਦੀ ਬੇਟੀ ਉੱਥੇ ਕੋਚਿੰਗ ਲੈਂਦੀ ਸੀ, ਕਿਉਂਕਿ ਬੱਚਾ ਤੁਹਾਨੂੰ ਪਤਾ ਵੀ ਇਸ ਤਰ੍ਹਾਂ ਜਦੋਂ ਉਹ ਹਾਲਾਤ ਇਹੋ ਜਿਹੇ ਬਣ ਜਾਣ ਤਾਂ ਉਧਰ ਜਾਂਦਾ ਹੈ, ਇਕੱਲੇ ਘਰੇ ਰਹਿ ਜਾਂਦੇ ਹੈ। ਉਸ ਬੱਚੀ ਨੇ ਸ਼ਾਇਦ ਆਪਣੇ ਬਾਪ ਨੂੰ ਰਿਕੁਐਸਟ ਕੀਤੀ ਹੋਵੇ, ਕਿਹਾ ਹੋਵੇ ਕਿ ਮੈਨੂੰ ਲੈ ਜਾਓ। ਤੇ ਪੁੱਤ ਧੀ ਦਾ ਜਿਹੜਾ ਮਾਪਿਆਂ ਨਾਲ ਰਿਸ਼ਤਾ ਉਹ ਬੜਾ, ਸਭ ਤੋਂ ਆਪਾਂ ਕਹਿ ਸਕਦੇ ਹਾਂ, ਨਾਜ਼ੁਕ ਹੁੰਦਾ ਹੈ, ਬੜਾ ਸੈਂਸਿਟਿਵ ਹੁੰਦਾ ਹੈ। ਮਾਪੇ ਕਦੇ ਵੀ ਬੱਚਿਆਂ ਦੀ ਜਿਹੜੀ ਤਕਲੀਫ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਸੋ ਇਹਨਾਂ ਨੇ ਆਪਣੇ ਅਸਰ ਸੁਖ ਵਰਤ ਕੇ MLA ਸਾਹਿਬ ਨੇ ਪਾਸ ਲੈ ਲਿਆ। MLA ਸਾਹਿਬ ਨੇ ਆਪਣੀ ਮਰਜ਼ੀ ਨਾਲ ਪਾਸ ਤਾਂ ਨਹੀਂ ਲਿਆ ਹੋਣਾ, ਕਿਉਂਕਿ ਉੱਪਰੋਂ ਕੋਈ ਮਾੜਾ ਮੋਟਾ ਇਸ਼ਾਰਾ ਹੋਣਾ ਹੈ। ਪਾਸ ਮਿਲ ਗਿਆ, ਉਹ ਆਪਣੀ ਬੱਚੀ ਨੂੰ ਲੈ ਆਏ ਉੱਥੇ ਤੋਂ ਜਾ ਕੇ। ਫਿਰ ਇਹ ਮਾਮਲਾ ਪੋਲੀਟੀਕਲ ਬਣ ਗਿਆ। ਤੇਜਸਵੀ ਯਾਦਵ ਜਿਹੜਾ ਲਾਲੂ ਪ੍ਰਸਾਦ ਯਾਦਵ ਦਾ ਬੇਟਾ ਹੈ ਔਰ ਆਪੋਜੀਸ਼ਨ ਦਾ ਲੀਡਰ ਹੈ ਵਿਧਾਨ ਸਭਾ ਦੇ ਵਿੱਚ,
ਉਹਨੇ ਇਸ ਮਾਮਲੇ ਨੂੰ ਚੱਕ ਲਿਆ ਕਿ ਨਿਤੀਸ਼ ਕੁਮਾਰ ਜੀ ਕਹਿੰਦੇ ਕੀ ਹੈ ਕਿ ਅਸੀਂ ਲਾਕਡਾਊਨ ਦਾ ਜਿਹੜਾ ਸਿਧਾਂਤ ਹੈ ਉਹਦੇ ਤੇ ਪਹਿਰਾ ਦੇਣਾ, ਪਰ ਆਪਣੇ ਐਮਐਲਏ ਨੂੰ ਕਰਫਿਊ ਪਾਸ ਦੇਈ ਜਾਂਦੇ ਆ। ਗੱਲ ਬੜੀ ਮਾੜੀ ਹੈ, ਇਹਦੇ ਬਾਰੇ ਆਪਣੀ ਪੋਜੀਸ਼ਨ ਸਪਸ਼ਟ ਕਰ। ਨਾਲ ਹੀ ਜਿਹੜੇ ਪ੍ਰਸ਼ਾਂਤ ਕਿਸ਼ੋਰ ਹੈ, ਜਿਨ੍ਹਾਂ ਨੂੰ ਅਸੀਂ ਇਲੈਕਸ਼ਨ ਦਾ ਸਟ੍ਰੈਟਜਿਸਟ ਕਹਿ ਦਿੰਦੇ ਆ, ਔਰ ਜਿਹੜੇ ਬੜੇ ਕਰੀਬੀ ਸੀ ਨਿਤੀਸ਼ ਕੁਮਾਰ ਹੋਰਾਂ ਦੇ, ਉਹਨਾਂ ਨੂੰ ਆਪਣੀ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਵੀ ਬਣਾਤਾ ਸੀ। ਉਹਨਾਂ ਨੇ ਵੀ ਆਪਣੇ ਪੁਰਾਣੇ ਮਿੱਤਰ ਤੇ ਖਿੱਚ ਕੇ ਨਿਸ਼ਾਨੇ ਲਾਏ ਕਿ ਤੁਸੀਂ ਇਹਦੇ ਬਾਰੇ ਦੱਸੋ ਕੀ। ਜਦੋਂ ਇਹ ਮਾਮਲਾ ਬਿਹਾਰ ਦੇ ਵਿੱਚ ਕਾਫੀ ਤੂਲ ਫੜ ਗਿਆ ਤਾਂ ਫਿਰ ਨਿਤੀਸ਼ ਕੁਮਾਰ ਦੀ ਸਰਕਾਰ ਕੋਲੇ ਕੋਈ ਹੋਰ ਚਾਰਾ ਨਹੀਂ ਸੀ। ਇਹਨਾਂ ਨੇ ਐਸਡੀਐਮ ਸਾਹਿਬ ਨੂੰ ਮੁਅੱਤਲ ਕਰਤਾ। ਐਸਡੀਐਮ ਨੂੰ ਇਕੱਲਾ ਮੁਅੱਤਲ ਨਹੀਂ ਕੀਤਾ, ਨਾਲ ਅਗਲੀ ਗੱਲ ਵੀ ਕਰ ਦਿੱਤੀ ਕਿ ਜਿਹੜਾ ਕਰਫਿਊ ਪਾਸ ਜਾਰੀ ਕਰ ਰਹੇ ਉਹ ਕੋਈ ਵੀ ਜੂਨੀਅਰ ਅਧਿਕਾਰੀ ਨਹੀਂ ਕਰ ਸਕਦਾ, ਔਰ ਕਰਫਿਊ ਪਾਸ ਜਾਰੀ ਕਰਨ ਦੀਆਂ ਸਾਰੀਆਂ ਪਾਵਰਾਂ ਜਿਹੜੀਆਂ ਹੈਗੀਆਂ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਦਫ਼ਤਰ ਨੂੰ ਦੇ ਦਿੱਤੀਆਂ ਸੀ। ਸੋ ਹੁਣ ਭਾਵੇਂ ਠੀਕ ਹੈ, ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਡੈਮੇਜ ਕੰਟਰੋਲ ਕਰਨ ਦੀ, ਲੇਕਿਨ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਹੈ। ਸਰਕਾਰ ਦੀ ਜਿਹੜੀ ਵਕਾਰ ਹੈ, ਉਸ ਵਕਾਰ ਨੂੰ ਕਾਫੀ ਢਾਹ ਲੱਗੀ ਹੋਈ ਹੈ, ਬੜੀ ਇਹਦੀ ਚਰਚਾ ਚੱਲ ਰਹੀ ਹੈ, ਕਿਉਂਕਿ ਆਮ ਤੌਰ ਤੇ ਆਪਾਂ ਨੂੰ ਪਤਾ ਹੈ ਕਿ ਵੱਡੇ ਬੰਦਿਆਂ ਦੇ ਲਈ ਕਾਨੂੰਨ ਹੋਰ ਹੁੰਦੇ ਆ, ਛੋਟੇ ਬੰਦਿਆਂ ਲਈ ਕਾਨੂੰਨ ਹੋਰ ਹੁੰਦੇ ਆ, ਔਰ ਇਹ ਬਿਹਾਰ ਦੀ ਇਸ ਜਿਹੜੀ ਹੈ ਕਹਾਣੀ ਨੇ ਬਿਲਕੁਲ ਸੱਚ ਸਾਬਤ ਕਰ ਦਿੱਤਾ ਹੈ। ਬਿਲਕੁਲ ਜੀ। ਫਸਟ ਜਾਂ ਸੈਕੰਡ ਮੌਰਗੇਜ ਲੈਣ ਵਾਸਤੇ ਤੁਸੀਂ ਕਿਰਨ ਕੌਰ ਵੱਡਾ ਨੂੰ ਕਾਲ ਕਰ ਸਕਦੇ 416 710 20 ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਘੜੀ ਠੀਕ ਕਰਾਉਣੀ ਹੈ, ਸੋਮਲ ਵਾਚ ਕਲੌਕ ਐਂਡ ਪਾਰਟਸ 905 790 2188 ਤੇ ਨਾਲ ਹੀ ਜੇ ਵਧੀਆ ਸੋਫਾ ਲੈਣਾ, ਸੋਫਾ ਸਟੂਡੀਓ ਤੋਂ ਸ਼ਗਨਦੀਪ ਉਹਨਾਂ ਨੂੰ ਐਲ ਸ਼ੇਪ ਕਸਟਮ ਮੇਡ ਰਾਉਂਡ ਸੋਫਾ ਬੈਸਟ ਕੁਆਲਿਟੀ ਦੇ ਵਿੱਚ 905 799 88 77। ਕੋਈ ਬੇਸਮੈਂਟ ਦੀ ਰੈਨੋਵੇਸ਼ਨ ਕਰਾਉਣੀ ਹੈ, ਬੇਸਮੈਂਟ ਲੀਗਲ ਕਰਾਉਣੀ ਹੈ, ਕੋਈ ਵਾਸ਼ਰੂਮ ਬਣਾਉਣਾ 6474098915 ਤੇ ਹਰਦਿਆਲ ਸਿੰਘ ਚੀਤਾ ਨੂੰ ਕਾਲ ਕਰ ਸਕਦੇ ਹੋ। ਲੈਨੇ ਆਪਾਂ ਕਾਲ ਜੀ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 9806। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਈ ਪਹਿਲਾਂ ਤਾਂ ਬੀ ਜੀ ਨੇ ਦੱਸਿਆ ਵੀ ਉੱਤੇ ਤੀਰ ਕਮਾਨ ਲੱਗ ਗਿਆ ਆ, ਸਾਰੇ ਜਥੇਦਾਰਾਂ ਨੂੰ ਜਿੰਨੇ ਵੀ ਆਪਣੇ ਵਿਦਵਾਨ ਆ ਸਿੱਖ ਕੌਮ ਦੇ ਉਹਨਾਂ ਨੂੰ ਵਧਾਈਆਂ ਬਹੁਤ ਬਹੁਤ ਜੀ। ਤੇ ਉਹਦੇ ਵਿੱਚ ਸਿੱਖ ਕੌਮ ਜਿਹੜੀ ਸੁੱਤੀ ਪਈ ਆ ਤੇ ਉਹ ਵੀ ਥੋੜਾ ਹੁਣ ਸੁੱਤੀ ਹੋ ਦਵੇ, ਉਹਨੂੰ ਵੀ ਵਧਾਈਆਂ ਜਾਂ ਵੀ ਸੌ ਜਾਓ, ਹੋਰ ਸੌ ਜਾਓ, ਕੋਈ ਗੱਲ ਨਹੀਂ, ਜਿੱਲੇ ਤਰਸ਼ੂਲ ਵੀ ਲੱਗ ਗਿਆ ਤਾਂ ਹੋਰ ਵਧਾਈਆਂ ਲੈ ਲਿਓ। ਦੂਜਾ ਭਾਜੀ ਜਿਹੜੇ ਭਾਜੀ ਧਨੋਆ ਭਾਜੀ CNN ਦੇ ਫੈਨ ਆ ਬਹੁਤ, ਉਹ CNN ਨੂੰ ਟਰੰਪ ਸਾਹਿਬ ਫੇਕ ਨਿਊਜ਼ ਆਲਰੇਡੀ ਕਰਾਰ ਦੇ ਚੁੱਕੇ ਆ। ਜਿਹੜਾ ਨਿਊਯਾਰਕ ਦਾ ਗਵਰਨਰ ਹੈ ਨਾ ਐਂਡਰਿਸ ਕੁਓਮੋ, ਤੇ ਜਿਹੜਾ ਉਹਦਾ ਭਰਾ ਕ੍ਰਿਸ ਕੁਓਮੋ ਆ CNN ਦਾ ਵੱਡਾ ਤਕੜਾ ਐਂਕਰ, ਉਹਦਾ ਭਰਾ ਆ ਜੀ ਉਹ। ਕਹਿਣ ਦਾ ਮਤਲਬ ਜਿੱਦਾਂ ਇੰਡੀਆ ਦੇ ਵਿੱਚ ਨਹੀਂ ਚੱਲਦੇ ਮੀਡੀਆ ਸਿਸਟਮ ਆਪਾਂ ਕਹਿੰਦੇ ਆ, ਇੱਥੇ ਵੀ ਉਹੀ ਚੀਜ਼ ਆ। ਹੁਣ ਜਿੱਥੇ ਉਹ ਤਾਂ ਪਹਿਲੇ ਕਿਹਾ ਸੀ ਵੀ ਜਿਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਜਾਂ ਹੋਰ ਪ੍ਰੋਬਲਮ, ਉੱਥੇ ਵਰਕ ਨਹੀਂ ਕਰਦੀ ਦਵਾਈ ਜ਼ਿਆਦਾ ਜਿੱਦਾਂ, ਪਰ ਦੇਣ 'ਚ ਕੋਈ ਹਰਜ ਨਹੀਂ। ਉਹ ਕਹਿੰਦੇ ਵੀ ਬਹੁਤ ਜ਼ਿਆਦਾ ਦੁਨੀਆ ਮਰ ਰਹੀ ਆ, ਉਹਦਾ ਉਦਾਂ ਵੀ ਮਰਨੇ ਸੀਗੇ। ਤੇ ਦੂਜਾ ਭਾਜੀ ਇਹ ਆ ਬਈ ਕਈ ਕੰਟੱਕੀ ਦੇ ਵਿੱਚ ਕਈ ਜਗ੍ਹਾ ਠੀਕ ਵੀ ਹੋਇਆ, ਈਵਨ ਇੰਡੀਆ ਦੇ ਵਿੱਚ ਵੀ ਉਹਦੇ ਨਾਲ ਠੀਕ ਹੋਇਆ ਕਲੋਰੋਕੁਇਨ ਦੇ ਨਾਲ, ਹਨਾ। ਕਹਿਣ ਦਾ ਮਤਲਬ ਜਦੋਂ ਮਰਦਾ ਕੀ ਨਹੀਂ ਕਰਦਾ, ਕਹਿਣ ਦਾ ਮਤਲਬ। ਪਰ ਡੈਮੋਕ੍ਰੇਟਾਂ ਨੇ ਜਿੱਦਾਂ ਉੱਥੇ ਸਾਰੀ ਡੈਮੋਕ੍ਰੇਟ ਦਾ ਭਰਾ ਉਹਦੇ ਵਿੱਚ ਆ, CNN ਹਮੇਸ਼ਾ ਉਲਟੇ ਬੋਲਣਾ ਹੈ ਉਹਨਾਂ ਨੇ ਵੀ ਜਦੋਂ ਉਹਨਾਂ ਨੇ ਕੋਈ ਪ੍ਰੋਬਲਮ। ਹੁਣ ਕੈਲੀਫੋਰਨੀਆ ਦੇ ਵਿੱਚ ਡੈਮੋਕ੍ਰੇਟ ਆ, ਲੋਕ ਭਾਜੀ ਇਫੈਕਟ ਹੋ ਕੇ ਠੀਕ ਵੀ ਹੋ ਚੁੱਕੇ ਆ, ਪਰ ਇਹਨੇ ਮੱਲੋ ਮੱਲੀ ਟੈਸਟ ਕਰਨੇ ਮਾਫੀਆ ਇੱਕ। ਜਦੋਂ ਟਰੰਪ ਸਾਹਿਬ ਨੇ ਕਿਹਾ ਖੋਲੋ, ਡੈਮੋਕ੍ਰੇਟਾਂ ਨੇ ਕਦੀ CDC ਤੋਂ ਕੁਝ ਕਹਾ ਦੇਣਾ ਆ, ਉਹਦੇ ਜਿਹੜਾ ਉਹਨਾਂ ਦਾ ਮੇਨ ਬੰਦਾ ਕਦੀ WHO ਤੋਂ ਕੁਝ ਕਹਾ ਦੇਣਾ ਹੈ। ਕਹਿਣ ਦਾ ਮਤਲਬ ਹੈਗਾ ਕਪਲਾਈ ਆ ਇਹ ਸਾਰਾ। ਕਹਿਣ ਦਾ ਮਤਲਬ ਇਹ ਸੱਚੇ ਸੁੱਚੇ ਕੋਈ ਨਹੀਂ ਹੈਗੇ ਇਹਦੇ ਵਿੱਚ। ਹੁਣ ਦੇਖੋ ਕੀ ਬਣਦਾ, ਪਰ ਹੈਗਾ ਮਾੜਾ ਆ। ਇਹਨਾਂ ਦੀ ਆਪਣੀਆਂ ਚਾਹੇ ਟਰੰਪ ਸਾਹਿਬ ਆ ਚਾਹੇ ਡੈਮੋਕ੍ਰੇਟ ਆ, ਉਹਦੇ ਕਰਕੇ ਲੋਕ ਵਿੱਚ ਪੇਸ ਰਹੇ ਆ, ਪਰ ਜਿਹੜੇ ਲੋਕਾਂ ਨੇ ਹਥਿਆਰ ਚੱਕ ਲਏ ਫੇਰ ਇਹਨਾਂ ਨੇ ਦੇਖਣ ਵਾਲਾ ਵਾਲਾ। ਥੈਂਕ ਯੂ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪੋਲੀਟਿਕਸ ਹਰ ਜਗ੍ਹਾ ਦੇ ਉੱਤੇ ਧੰਨਵਾਦ ਆ ਜੀ। ਹਾਂਜੀ ਵੀਰ ਜੀ, ਸਵਾਗਤ ਆ ਤੁਹਾਡਾ 5292। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਬ੍ਰਦਰ, ਮੈਂ ਸ਼ੁਰੂ ਤੋਂ ਪ੍ਰੋਗਰਾਮ ਮਿਸ ਕੀਤਾ ਸੀਗਾ, ਮਾੜਾ ਦੱਸੂਗੇ ਜਿਹੜਾ ਤੀਰ ਕਮਾਨ ਕਿੱਥੇ ਲੱਗਾ ਨਿਸ਼ਾਨ ਸਾਹਿਬ ਤੇ? ਦਰਬਾਰ ਸਾਹਿਬ ਜਿਹੜੇ ਜੀ ਮੀਰੀ ਪੀਰੀ ਦੇ ਲੱਗੇ ਹੋਏ ਆ 2 ਨਿਸ਼ਾਨ ਸਾਹਿਬ, ਜਿਹੜਾ ਤਲਵੰਡੀ ਸਾਬੋ ਉੱਥੇ, ਤੇ ਜਿਹੜਾ ਬਠਿੰਡੇ ਗੁਰਦੁਆਰਾ ਕਿਲੇ ਦੇ ਵਿੱਚ ਉਹਦੇ ਤੇ ਉੱਪਰ ਜਿਹੜੇ ਖੰਡਾ ਸਾਹਿਬ ਲਾ ਕੇ ਤੇ ਉੱਥੇ ਤੀਰ ਦੇ ਨਿਸ਼ਾਨ ਜਿਹੜੇ ਲਾਏ ਗਏ। ਠੀਕ, ਚਲੋ ਇਹਦਾ ਕੋਈ ਨਹੀਂ, ਕਰ ਲੈਣੇ ਕਨਫਰਮ ਕੀ ਗੱਲ ਹੈਗੀ, ਇਹਦਾ ਵੀ ਲਾਉਣੀ। ਪਰ ਬਾਕੀ ਗੱਲ ਜੀ ਦੇਖੋ, ਜਿਹੜੀ ਨਾ ਧਰਮ ਪਰਿਵਰਤਨ ਦੀ ਗੱਲ ਆ ਜੀ, ਆਈ ਡੋਂਟ ਨੋ ਤੁਹਾਨੂੰ ਕਿੰਨਾ ਚਿਰ ਹੋਇਆ ਹੋਊਗਾ, ਮੈਂ ਦੁਆਬੇ ਨੂੰ ਬਿਲੋਂਗ ਕਰਦਾ ਜੀ, ਵੀ ਉੱਥੇ ਗਿਆ ਨੂੰ ਪੰਜਾਬ। ਸਾਡੇ ਸਾਰੇ ਦੁਆਬੇ ਦੇ ਵਿੱਚ ਜੀ ਇਸ ਟਾਈਮ ਜੇਕਰ ਕੋਈ ਸਭ ਤੋਂ ਜ਼ਿਆਦਾ ਇਫੈਕਟਿਵ ਹੈਗਾ, ਉਹ ਹੈਗਾ ਆ ਕ੍ਰਿਸਚੀਅਨਿਟੀ। ਬਿਲਕੁਲ ਜੀ। ਉੱਥੇ ਨਰੂਲਾ ਦਾ ਜਲੰਧਰ ਦੇ ਕੋਲ ਚਰਚ ਬਣਿਆ ਜੀ, ਦੂਸਰਾ ਉਹ ਬਣ ਰਿਹਾ ਆ ਆਪਣੇ ਸਿਰਸੇ ਵਾਲਾ। ਇੰਨੀ ਜ਼ਿਆਦਾ ਉੱਥੇ
11 ਹਾਈ ਰੈਂਕ ਪੁਲਿਸ ਅਫਸਰ ਜਿਹੜੇ ਹਰ ਵੇਲੇ ਤੈਨਾਤ ਰਹਿੰਦੇ ਆ ਸਿਕਿਉਰਿਟੀ ਲਈ। ਵੱਖਰੀ ਚੌਂਕੀ ਬਣ ਗਈ ਆ ਉੱਥੇ। ਆਪਣੇ ਇੱਥੇ ਮਾਲਟਨ ਚਰਚ ਹੈਗਾ, ਉੱਥੇ ਜਾ ਕੇ ਦੇਖੋ ਤੁਸੀਂ ਕਿ ਕਿੰਨੇ ਜ਼ਿਆਦਾ ਆਪਣੇ ਸਰਦਾਰ ਜਿਹੜੇ ਆ ਪੱਗਾਂ ਵਾਲੇ ਆ ਉਹ ਉੱਥੇ ਬੈਠੇ ਹੁੰਦੇ ਆ। ਇਹੀ ਹਾਲ ਨਰੂਲੇ ਦੇ ਹੈਗਾ, ਤੁਸੀਂ ਉੱਥੇ ਜਾ ਕੇ ਦੇਖੋ ਕਿੰਨੇ ਆਪਣੇ ਦਸਤਾਰਾਂ ਵਾਲੇ ਬੰਦੇ ਮੂਹਰੇ ਹੁੰਦੇ ਆ। ਬਿਲਕੁਲ। ਔਰ ਉਸ ਤੋਂ ਬਾਅਦ ਗੱਲ ਆਉਂਦੀ ਆ ਕਿ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਦੇਖੋ ਚਲੋ ਕੋਈ ਵੀ ਬੰਦਾ ਆਪਣੇ ਧਰਮ ਦਾ ਪ੍ਰਚਾਰ ਕਰਦਾ, ਮਿਸ਼ਨਰੀ ਆਪਣੇ ਇੱਥੇ ਸਾਰਿਆਂ ਦੇ ਘਰਾਂ ਦੇ ਵਿੱਚ ਪੇਪਰ ਪਾਉਣ ਆਉਂਦੇ ਆ, ਚਾਹੇ ਉਹ ਕ੍ਰਿਸਚਨ ਧਰਮ ਦੇ ਆ, ਪਰ ਉਹ ਸਾਡੇ ਤੇ ਹੁੰਦਾ ਆ ਕਿ ਸਾਡਾ ਮਨ ਕਿੰਨਾ ਕੁ ਸਟਰੋਂਗ ਹੈ, ਕਿੰਨਾ ਕੁ ਕਮਜ਼ੋਰ ਆ। ਕਿਉਂਕਿ ਜਿਹੜੇ ਜਾਂਦੇ ਆ ਨਾ, ਕਿਉਂਕਿ ਦੇਖੋ ਇਹ 'ਚ ਸਾਨੂੰ ਕੋਈ ਕਹਿਣ ਦੇ ਵਿੱਚ ਹਿਚਕਚਾਹਟ ਨਹੀਂ ਗਈ ਕਿ ਉੱਥੇ ਕੋਈ ਇਹ ਤਾਂ ਨਹੀਂ ਹੈਗਾ ਕਿ ਉਹਨਾਂ ਨੂੰ ਗਿਆ ਨੂੰ ਗੱਡੀਆਂ ਮਿਲ ਜਾਂਦੀਆਂ, ਪਰ ਕੁਛ ਨਾ ਕੁਛ ਆਰਥਿਕ ਫਾਇਦੇ ਜਿਹੜੇ ਲੋਕਾਂ ਨੂੰ ਹੋ ਰਹੇ ਆ ਕ੍ਰਿਸਚਨ ਧਰਮ ਵਿੱਚ ਜਾਂਦੇ, ਕਿਉਂਕਿ ਉਹ 'ਚ ਪੈਸਾ ਬੜਾ ਇਨਵੋਲਵ ਹੈਗਾ। ਬਿਲਕੁਲ ਜੀ। ਸੋ ਇਹ ਤਾਂ ਸਾਡੀ ਆਪਣੀ ਕਮਜ਼ੋਰੀ ਹੋ ਗਈ ਕਿ ਅਸੀਂ ਆਰਥਿਕ ਤੌਰ ਤੇ ਮਾੜਾ ਜਿਹਾ ਕਮਜ਼ੋਰ ਹੋਏ ਤਾਂ ਅਸੀਂ ਆਪਣਾ ਧਰਮ ਛੱਡਤਾ ਜੀ। ਪੰਜਾਬ ਦੇ ਵਿੱਚ ਤੁਸੀਂ ਜਾ ਕੇ ਦੇਖੋ, ਜਿੱਧਰਲੇ ਮਰਜ਼ੀ ਪਾਸੇ ਚੱਲ ਜਾਓ, ਜੇਕਰ ਮਾਲਵਾ ਪੱਟੀ ਜਾਂਦੇ ਆ ਅਸੀਂ, ਉੱਥੇ ਜਿਹੜੇ ਇਸ਼ੂ ਹੈਗੇ ਆ ਕਿ ਉੱਥੇ ਇੱਕ ਜਿਹੜਾ ਬਰਾਬਰ ਮਾਨ ਸਨਮਾਨ ਨਾ ਦੇਣਾ, ਬਹੁਤੇ ਸਾਰੇ ਦੇਖੋ ਅਸੀਂ ਇਹਦੇ ਵਿੱਚ ਕੋਈ ਹਿਚਕਚਾਹਟ ਨਹੀਂ ਕਿ ਅਸੀਂ ਆਮ ਠੋਕ ਕੇ ਕਹੀਦਾ ਕਿ ਪਿੰਡਾਂ ਦੇ ਵਿੱਚ ਇਹ ਬੜਾ ਚੱਲਦਾ ਰਿਹਾ, ਗੁਰੂ ਘਰਾਂ ਦੇ ਵਿੱਚ ਵੀ, ਕਿ ਜਿਹੜੇ ਮੂਹਰੇ ਲੰਬੜਦਾਰ ਬਣੇ ਹੁੰਦੇ ਆ ਉਹ ਜਦੋਂ ਕੋਈ ਥੋੜਾ ਹੋਰ ਬੰਦਾ ਆਉਂਦਾ ਆ ਨਾ, ਉਹਨੂੰ ਉਹ ਉਹਦੀ ਲਾਈਨ ਵੱਖਰੀ ਬਣਾ ਦਿੰਦੇ ਕਿ ਤੂੰ ਇੱਧਰ ਬਹਿ ਜਾ ਲੰਗਰ ਛਕਣ ਲਈ। ਉਹ ਜਿਹੜੀ ਅਸਮਾਨਤਾ ਆ ਉੱਥੇ ਤਾਂ ਉਹ ਰੀਜ਼ਨ ਹੈਗੀ ਆ। ਦੁਆਬੇ ਵੱਲ ਦੀ ਸਾਈਡ ਤੇ ਏਡੇ ਵੱਡੇ ਇਕੱਠ ਕਰ ਜਾਣੇ ਨਰੂਲੇ ਦੇ, ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਚਿੰਤਾ ਦਾ ਵਿਸ਼ਾ ਆ। ਔਰ ਉੱਥੇ ਜਦੋਂ ਅਸੀਂ ਦਸਤਾਰਾਂ ਵਾਲੇ ਦੇਖਦੇ ਆ ਉਹ ਆ। ਇਸ ਤੋਂ ਉਲਟ ਹੁਣ ਦੇਖੋ ਵੀਰ ਜੀ ਮਾਫ ਕਰਨਾ, ਤੁਸੀਂ ਕੱਲ ਨੂੰ ਇਹ ਕਾਲ ਥੋੜੀ ਪਹਿਲਾਂ ਕਰਿਓ ਕਿ ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਸਮਾਪਤ ਆ, ਇਹ ਪਹਿਲਾਂ ਕਰਿਓ। ਇਸ ਤੇ ਕਾਫੀ ਲੰਬੀ ਬਹਿਸ ਹੋਣੀ ਹੈ ਜੀ। ਤੇ ਧੰਨਵਾਦ ਤੁਹਾਡਾ, ਆਪਾਂ ਹੋਰ ਸਮਾਂ ਨਹੀਂ ਦੇ ਸਕਦੇ। ਬਹੁਤ ਬਹੁਤ ਧੰਨਵਾਦ ਜੀ। ਮੈਂ ਆਪਣੇ ਦਰਸ਼ਕਾਂ ਦੇ ਕੋਲੋਂ ਵੀ ਮਾਫੀ ਚਾਹੁੰਦਾ ਜੀ, ਸਾਡਾ ਪ੍ਰੋਗਰਾਮ ਦਾ ਸਮਾਂ ਸਮਾਪਤ ਆ। ਕੱਲ ਨੂੰ ਫੇਰ ਜੁੜਦੇ ਹਾਂ ਜੀ। ਨੀਰੂ ਜੀ ਹੁਣੀ ਵੇਟ ਕਰ ਰਿਹਾ ਤੇ ਮੇਰੇ ਤੋਂ ਬਾਅਦ ਉਹ ਤੁਹਾਡੇ ਨਾਲ ਰੂਬਰੂ ਹੋਣਗੇ। ਬਹੁਤ ਬਹੁਤ ਧੰਨਵਾਦ ਜੀ।